ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੰਪਿਊਟਰ ਸਾਇੰਸ ਜਮਾਤ 10ਵੀਂ ਦੇ ਪਾਠ ਨੰਬਰ 3 HTML ਫੰਡਾਮੈਂਟਲ ਭਾਗ 2 ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾਂ ਅਸੀਂ ਇਸ ਪਾਠ ਦੇ ਉਦੇਸ਼ ਬਾਰੇ ਜਾਣ ਲੈਣੇ, ਜਿਸ ਵਿੱਚ ਸਾਡੇ ਕੋਲ ਪਹਿਲਾ ਟੌਪਿਕ ਹੈ ਹਾਈਪਰਲਿੰਕ, ਦੂਸਰਾ ਫਾਰਮ, ਤੀਸਰਾ ਬਟਨ, ਚੌਥਾ HTML ਵਿੱਚ ਮਲਟੀਮੀਡੀਆ ਅਤੇ ਇਸ ਪਾਠ ਦੇ ਅਖੀਰ ਵਿੱਚ ਅਸੀਂ ਇਸ ਪਾਠ ਦਾ ਅਭਿਆਸ ਕਰਾਂਗੇ। ਸੋ ਹਾਈਪਰਲਿੰਕ ਨੂੰ ਲਿੰਕ ਜਾਂ ਹਾਈਪਰ ਟੈਕਸਟ ਲਿੰਕ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਕਰਕੇ ਇੱਕ ਦਸਤਾਵੇਜ਼ ਨੂੰ ਟੈਕਸਟ ਜਾਂ ਚਿੱਤਰ ਰਾਹੀਂ ਇੱਕ ਜਾਂ ਇੱਕ ਤੋਂ ਜ਼ਿਆਦਾ ਵੈਬ ਪੇਜਾਂ ਨਾਲ ਜੋੜਿਆ ਜਾ ਸਕਦਾ ਹੈ। ਸੋ ਵੈਬ ਬਰਾਊਜ਼ਰ ਹਾਈਪਰਲਿੰਕ ਨੂੰ ਨੀਲੇ ਰੰਗ ਵਿੱਚ ਪ੍ਰਦਰਸ਼ਿਤ ਕਰਦਾ ਹੈ ਅਤੇ ਇਸ ਦੇ ਹੇਠਾਂ ਇੱਕ ਲਾਈਨ ਖਿੱਚਦਾ ਹੈ, ਜਿਵੇਂ ਕਿ ਤੁਸੀਂ ਸੱਜੇ ਪਾਸੇ ਚਿੱਤਰ ਵੀ ਦੇਖ ਪਾ ਰਹੇ ਹੋ। ਸੋ ਜਦੋਂ ਵੀ ਅਸੀਂ ਕਿਸੇ ਵੈਬਸਾਈਟ ਨੂੰ ਖੋਲ੍ਹਦੇ ਹਾਂ ਤਾਂ ਤੁਸੀਂ ਦੇਖਿਆ ਹੋਵੇਗਾ ਵੀ ਹਮੇਸ਼ਾ ਉਸ ਵੈਬ ਪੇਜ ਦੇ ਵਿੱਚ ਕਈ ਥਾਵਾਂ 'ਤੇ ਕੁਝ ਸਾਨੂੰ ਟੈਕਸਟ ਨਜ਼ਰ ਆਉਂਦਾ ਹੈ ਜੋ ਸਾਨੂੰ ਨੀਲੇ ਅੱਖਰਾਂ ਵਿੱਚ ਨਜ਼ਰ ਆਉਂਦਾ ਹੈ। ਸੋ ਕੋਈ ਵੀ ਟੈਕਸਟ ਜੋ ਕਿ ਨੀਲੇ ਅੱਖਰਾਂ ਵਿੱਚ ਸਾਨੂੰ ਨਜ਼ਰ ਆ ਰਿਹਾ ਜਾਂ ਦਿਖਾਈ ਦੇ ਰਿਹਾ ਹੈ, ਸੋ ਉਸ ਦਾ ਮਤਲਬ ਇਹ ਹੈ ਵੀ ਜਦੋਂ ਵੀ ਅਸੀਂ ਉਸ ਅੱਖਰ ਦੇ ਉੱਪਰ ਆਪਣਾ ਮਾਊਸ ਦਾ ਕਰਸਰ ਉਹਦੇ ਉੱਪਰ ਰੱਖਾਂਗੇ ਤਾਂ ਉਹ ਸਾਨੂੰ ਕਿਸੇ ਦੂਸਰੇ ਵੈਬ ਪੇਜ 'ਤੇ ਲੈ ਕੇ ਜਾਏਗਾ। ਇਸ ਦਾ ਮਤਲਬ ਇਹ ਵੀ ਉਸ ਟੈਕਸਟ ਦੇ ਨਾਲ ਕਿਸੇ ਹੋਰ ਵੈਬ ਪੇਜ ਦਾ ਜਿਹੜਾ ਐਡਰੈਸ ਹੈ ਜਾਂ ਲਿੰਕ ਹੈ ਉਹ ਜੁੜਿਆ ਹੋਇਆ ਹੈ, ਤਾਂ ਉਸ ਨੂੰ ਹੀ ਅਸੀਂ ਹਾਈਪਰਲਿੰਕ ਕਹਿੰਦੇ ਹਾਂ। ਸੋ ਹਾਈਪਰਲਿੰਕ ਰਾਹੀਂ ਹੀ ਇੱਕ ਵੈਬਸਾਈਟ ਦੇ ਵੱਖ-ਵੱਖ ਵੈਬ ਪੇਜਾਂ ਵਿਚਕਾਰ ਲਿੰਕਿੰਗ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਹੈ ਐਂਕਰ ਟੈਗ। ਸੋ ਐਂਕਰ ਟੈਗ ਲੈਫਟ ਐਂਗਲ ਬ੍ਰੈਕਟ A ਅਤੇ ਰਾਈਟ ਐਂਗਲ ਬ੍ਰੈਕਟ ਇਸ ਤਰ੍ਹਾਂ ਅਸੀਂ ਦਰਸਾਉਂਦੇ ਹਾਂ। ਸੋ ਐਂਕਰ ਟੈਗ ਕਿਸੇ ਵੈਬ ਪੇਜ 'ਤੇ ਇੱਕ ਲਿੰਕ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਦਾ ਸ਼ੁਰੂਆਤੀ ਟੈਗ ਲੈਫਟ ਐਂਗਲ ਬ੍ਰੈਕਟ A ਰਾਈਟ ਐਂਗਲ ਬ੍ਰੈਕਟ ਅਤੇ ਅਖੀਰਲਾ ਟੈਗ ਲੈਫਟ ਐਂਗਲ ਬ੍ਰੈਕਟ /A ਰਾਈਟ ਐਂਗਲ ਬ੍ਰੈਕਟ ਹੁੰਦਾ ਹੈ। ਸੋ ਵੈਬ ਪੇਜ ਵਿੱਚ ਉਹ ਲਿੰਕ ਜਿਸ ਉੱਤੇ ਕਲਿੱਕ ਨਾ ਕੀਤਾ ਗਿਆ ਹੋਵੇ ਅਤੇ ਅੰਡਰਲਾਈਨ ਅਤੇ ਨੀਲੇ ਰੰਗ ਦਾ ਦਿਖਾਈ ਦਿੰਦਾ ਹੈ, ਅਤੇ ਉਹ ਲਿੰਕ ਜਿਸ ਵਿੱਚ ਕਲਿੱਕ ਕੀਤਾ ਜਾ ਚੁੱਕਿਆ ਹੋਵੇ ਅਤੇ ਅੰਡਰਲਾਈਨ ਵੀ ਨਜ਼ਰ ਆ ਰਿਹਾ ਹੋਵੇ ਉਸ ਦਾ ਰੰਗ ਬੈਂਗਣੀ ਹੁੰਦਾ ਹੈ। ਸੋ ਐਂਕਰ ਟੈਗ ਦਾ ਸਿੰਟੈਕਸ ਜਾਂ ਵਰਤਣ ਦਾ ਤਰੀਕਾ ਜਿਵੇਂ ਕਿ ਤੁਸੀਂ ਹੇਠਾਂ ਦੇਖ ਪਾ ਰਹੇ ਹੋ। ਸਭ ਤੋਂ ਪਹਿਲਾਂ ਲੈਫਟ ਐਂਗਲ ਬ੍ਰੈਕਟ, ਉਸ ਤੋਂ ਬਾਅਦ ਅਸੀਂ A ਲਿਖਾਂਗੇ। A ਐਂਕਰ ਟੈਗ ਨੂੰ ਪਰਿਭਾਸ਼ਿਤ ਕਰ ਰਿਹਾ। ਸਪੇਸ ਦੇ ਕੇ ਅਸੀਂ ਹਰੀਫ ਲਿਖਾਂਗੇ। ਹਰੀਫ ਦਾ ਮਤਲਬ ਹੈ ਹਾਈਪਰ ਟੈਕਸਟ ਰੈਫਰੈਂਸ। ਸੋ ਜਿਸ ਵੀ ਵੈਬ ਪੇਜ ਦਾ ਲਿੰਕ ਤੁਸੀਂ ਪਰਿਭਾਸ਼ਿਤ ਕਰਨਾ ਚਾਹੁੰਦੇ ਹੋ ਉਸ ਨੂੰ ਤੁਸੀਂ ਹਾਈਪਰ ਟੈਕਸਟ ਰੈਫਰੈਂਸ ਦੇ ਵਿੱਚ ਮੈਂਸ਼ਨ ਕਰੋਗੇ। ਜਿਵੇਂ ਕਿ ਇਸ ਵਿੱਚ ਲਿਖਿਆ ਹੋਇਆ ਹਰੀਫ ਬਰਾਬਰ ਡਬਲ ਕੋਡ 'ਚ ਅਸੀਂ URL ਲਿਖਿਆ ਹੋਇਆ। ਸੋ URL ਦਾ ਪੂਰਾ ਨਾਮ ਹੁੰਦਾ ਹੈ ਯੂਨੀਫਾਰਮ ਰਿਸੋਰਸ ਲੋਕੇਟਰ। ਸੋ URL ਤੁਹਾਡੇ ਵੈਬ ਪੇਜ ਦੇ ਪੂਰੇ ਐਡਰੈਸ ਨੂੰ ਦਰਸਾਉਂਦਾ ਹੈ। ਸੋ ਇਹ ਕਿਸੇ ਵੈਬਸਾਈਟ ਦਾ ਐਡਰੈਸ ਵੀ ਹੋ ਸਕਦਾ ਹੈ। ਉਸ ਤੋਂ ਬਾਅਦ ਅਸੀਂ ਡਬਲ ਕੋਡ ਬੰਦ ਕਰ ਦਾਂਗੇ, ਲੈਫਟ ਐਂਗਲ ਬ੍ਰੈਕਟ ਰਾਈਟ ਐਂਗਲ ਬ੍ਰੈਕਟ, ਉਸ ਤੋਂ ਬਾਅਦ ਲਿੰਕ ਟੈਕਸਟ। ਲਿੰਕ ਟੈਕਸਟ ਵਿੱਚ ਅਸੀਂ ਉਹ ਟੈਕਸਟ ਲਿਖਣਾ ਹੈ ਜਿਸ ਦੇ ਉੱਪਰ ਤੁਸੀਂ ਹਾਈਪਰ ਟੈਕਸਟ ਲਿੰਕ ਨੂੰ ਪਰਿਭਾਸ਼ਿਤ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਚਾਹੁੰਦੇ ਹੋ ਵੀ ਇਸ ਜਿਹੜੇ ਵੀ ਟੈਕਸਟ ਤੁਸੀਂ ਚਾਹੁੰਦੇ ਹੋ ਵੀ ਇੱਥੇ ਹਾਈਪਰ ਲਿੰਕ ਨਜ਼ਰ ਆਵੇ, ਉਸ ਟੈਕਸਟ ਨੂੰ ਤੁਸੀਂ ਲਿੰਕ ਟੈਕਸਟ ਦੀ ਜਗ੍ਹਾ ਲਿਖ ਸਕਦੇ ਹੋ। ਉਸ ਤੋਂ ਬਾਅਦ ਅਸੀਂ ਐਂਕਰ ਟੈਗ ਨੂੰ ਬੰਦ ਕਰ ਦਿੱਤਾ ਹੈ। ਜਿਵੇਂ ਹੇਠਾਂ ਤੁਸੀਂ ਉਦਾਹਰਨ ਦੇਖ ਪਾ ਰਹੇ ਹੋ, ਲੈਫਟ ਐਂਗਲ ਬ੍ਰੈਕਟ A ਸਪੇਸ ਦੇ ਕੇ ਹਰੀਫ ਇਕੁਅਲ ਟੂ ਡਬਲ ਕੋਡ 'ਚ ਅਸੀਂ abc.jpg। ਜਿਵੇਂ ਅਸੀਂ ਕਿਸੇ ਇਮੇਜ ਦਾ ਜਾਂ ਪਿਕਚਰ ਦਾ ਲਿੰਕ ਤੇ ਉੱਪਰ ਲਿੰਕ ਲਗਾਉਣਾ ਚਾਹੁੰਦੇ ਹਾਂ ਤਾਂ ਅਸੀਂ ਉਸ ਦਾ ਪਾਥ ਇੱਥੇ ਮੈਂਸ਼ਨ ਕਰ ਦਿੱਤਾ ਹੈ। ਉਸ ਤੋਂ ਬਾਅਦ ਅਸੀਂ ਰਾਈਟ ਐਂਗਲ ਬ੍ਰੈਕਟ ਨੂੰ ਬੰਦ ਕਰ ਦਿੱਤਾ ਹੈ। ਉਸ ਤੋਂ ਬਾਅਦ ਇਮੇਜ ਜੋ ਲਿੰਕ ਟੈਕਸਟ ਹੈ ਉਹ ਅਸੀਂ ਇਮੇਜ ਲਿਖਾਂਗੇ, ਯਾਨੀ ਕਿ ਉੱਥੇ ਇਮੇਜ ਲਿਖਿਆ ਹੋਇਆ ਆਏਗਾ। ਜਿਵੇਂ ਅਸੀਂ ਉਸ 'ਤੇ ਕਲਿੱਕ ਕਰਾਂਗੇ ਤਾਂ ਉਹ ਸਾਨੂੰ abc.jpg ਫੋਟੋ ਤੱਕ ਲੈ ਕੇ ਜਾਵੇਗਾ। ਉਸ ਤੋਂ ਬਾਅਦ ਅਖੀਰ ਵਿੱਚ ਅਸੀਂ ਐਂਕਰ ਟੈਗ ਨੂੰ ਬੰਦ ਕਰ ਦਿੱਤਾ ਹੈ। ਸੋ ਅੱਗੇ ਅਸੀਂ ਹੁਣ ਇੱਕ ਕਰਕੇ ਇਸ ਨੂੰ ਸਮਝ ਲੈਂਦੇ ਹਾਂ। ਸਭ ਤੋਂ ਪਹਿਲਾਂ ਇਹ ਜਿਹੜਾ ਅੱਖਰ ਹੈ ਇਹ ਐਂਕਰ ਟੈਗ ਨੂੰ ਪਰਿਭਾਸ਼ਿਤ ਕਰਦਾ ਹੈ ਅਤੇ ਸ਼ੁਰੂਆਤੀ ਐਂਕਰ ਟੈਗ ਨਾਲ ਲਿੰਕ ਨੂੰ ਸੈੱਟ ਕੀਤਾ ਜਾਂਦਾ ਹੈ। ਜਿਹੜਾ ਹਰੀਫ ਹੈ, ਹਰੀਫ ਦਾ ਪੂਰਾ ਨਾਮ ਹਾਈਪਰ ਟੈਕਸਟ ਰੈਫਰੈਂਸ ਹੁੰਦਾ ਹੈ। ਹਰੀਫ ਐਂਕਰ ਟੈਗ ਦਾ ਮੁੱਖ ਐਟਰੀਬਿਊਟ ਹੈ ਜੋ ਕਿ ਜੋੜੇ ਜਾਣ ਵਾਲੀ ਵੈਬ ਪੇਜ ਦੇ ਪਤੇ ਨੂੰ ਪਰਿਭਾਸ਼ਿਤ ਕਰਦਾ ਹੈ। ਅੱਗੇ ਸਾਡੇ ਕੋਲ ਲਿੰਕ ਟੈਕਸਟ। ਸੋ ਲਿੰਕ ਟੈਕਸਟ ਦੀ ਥਾਂ 'ਤੇ ਉਹ ਸ਼ਬਦ ਲਿਖੇ ਜਾਂਦੇ ਹਨ ਜਿਨ੍ਹਾਂ ਉੱਪਰ ਯੂਜ਼ਰ ਨੂੰ ਲਿੰਕ ਦਿਖਾਈ ਦਿੰਦਾ ਹੈ। ਲਾਸਟ ਵਿੱਚ ਸਾਡੇ ਕੋਲ ਐਂਕਰ ਟੈਗ ਦਾ ਕਲੋਜ਼ਿੰਗ ਟੈਗ ਹੈ, ਤੇ ਇਹ ਸਾਡੇ ਕੋਲ ਐਂਕਰ ਟੈਗ ਦਾ ਅਖੀਰਲਾ ਟੈਗ ਹੈ ਜੋ ਦੱਸਦਾ ਹੈ ਕਿ ਲਿੰਕ ਇੱਥੇ ਹੀ ਸਮਾਪਤ ਹੋ ਗਿਆ ਹੈ। ਅੱਗੇ ਹੁਣ ਅਸੀਂ ਹਾਈਪਰ ਲਿੰਕ ਦੀਆਂ ਕਿਸਮਾਂ ਜਾਣਾਂਗੇ। ਸਾਡੇ ਕੋਲ ਹਾਈਪਰ ਲਿੰਕ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਪਹਿਲਾ ਇੰਟਰਨਲ ਲਿੰਕ ਅਤੇ ਦੂਸਰਾ ਐਕਸਟਰਨਲ ਲਿੰਕ।
ਤਾਂ ਪਹਿਲਾਂ ਅਸੀਂ ਇੰਟਰਨਲ ਲਿੰਕ ਬਾਰੇ ਜਾਣ ਲੈਂਦੇ ਹਾਂ। ਇੰਟਰਨਲ ਲਿੰਕ ਅਸੀਂ ਇੱਕ ਵੈਬ ਪੇਜ ਦੇ ਅੰਦਰ ਹੀ ਸਥਾਪਿਤ ਕਰਦੇ ਹਾਂ, ਜਦ ਕਿ ਐਕਸਟਰਨਲ ਲਿੰਕ ਨੂੰ ਅਸੀਂ ਬਾਹਰੀ ਲਿੰਕ ਕਹਿ ਸਕਦੇ ਹਾਂ। ਕਹਿਣ ਦਾ ਭਾਵ, ਜੇਕਰ ਅਸੀਂ ਕਿਸੇ ਵੈਬਸਾਈਟ ਨੂੰ ਖੋਲ੍ਹਿਆ ਹੈ ਅਤੇ ਉਸ ਵਿੱਚ ਸਾਨੂੰ ਕਾਫੀ ਸਾਰੇ ਟੈਕਸਟ ਦੇ ਉੱਪਰ ਹਾਈਪਰਲਿੰਕ ਨਜ਼ਰ ਆ ਰਹੇ ਹਨ, ਤੇ ਜਦੋਂ ਵੀ ਅਸੀਂ ਕਿਸੇ ਵੀ ਲਿੰਕ ਤੇ ਕਲਿੱਕ ਕਰਦੇ ਹਾਂ ਤਾਂ ਉਹ ਸਾਨੂੰ ਕਿਸੇ ਦੂਸਰੇ ਵੈਬ ਪੇਜ ਤੇ ਲੈ ਕੇ ਜਾਂਦਾ ਹੈ, ਤੇ ਉਸ ਨੂੰ ਅਸੀਂ ਐਕਸਟਰਨਲ ਲਿੰਕ ਕਹਾਂਗੇ। ਪਰ ਜੇਕਰ ਅਸੀਂ ਇੱਕ ਵੈਬ ਪੇਜ ਦੇ ਵਿੱਚ ਕਿਸੇ ਲਿੰਕ ਤੇ ਕਲਿੱਕ ਕਰਦੇ ਹਾਂ ਤਾਂ ਉਹ ਸਾਨੂੰ ਉਸੇ ਪੇਜ ਦੇ ਹੇਠਾਂ ਜਾਂ ਉੱਪਰ ਲੈ ਕੇ ਜਾਂਦਾ ਹੈ, ਉਸ ਨੂੰ ਅਸੀਂ ਇੰਟਰਨਲ ਲਿੰਕ ਕਹਿੰਦੇ ਹਾਂ। ਕਿਉਂਕਿ ਇੰਟਰਨਲ ਲਿੰਕ ਇੱਕ ਵੈਬ ਪੇਜ ਦੇ ਅੰਦਰ ਸਥਾਪਿਤ ਕੀਤੇ ਜਾਂਦੇ ਹਨ, ਜਦ ਕਿ ਐਕਸਟਰਨਲ ਲਿੰਕ ਨੂੰ ਬਾਹਰੀ ਤੌਰ ਤੇ ਦੂਸਰੇ ਵੈਬ ਪੇਜਾਂ ਦੇ ਨਾਲ ਜੋੜਿਆ ਜਾਂਦਾ ਹੈ। ਹੁਣ ਸਭ ਤੋਂ ਪਹਿਲਾਂ ਅਸੀਂ ਇੰਟਰਨਲ ਲਿੰਕ ਬਾਰੇ ਜਾਣ ਲੈਂਦੇ ਹਾਂ। ਇੰਟਰਨਲ ਲਿੰਕ ਰਾਹੀਂ ਅਸੀਂ ਇੱਕ ਵੈਬ ਪੇਜ ਵਿੱਚ ਟੈਕਸਟ, ਚਿੱਤਰ ਅਤੇ ਕਿਸੇ ਹੋਰ ਆਬਜੈਕਟ ਉੱਪਰ ਮਾਊਸ ਨਾਲ ਕਲਿੱਕ ਕਰਨ ਤੋਂ ਬਾਅਦ ਅਸੀਂ ਉਸ ਪੇਜ ਦੇ ਹੀ ਉਸ ਹਿੱਸੇ ਤੇ ਪਹੁੰਚ ਜਾਂਦੇ ਹਾਂ ਜਿਸ ਹਿੱਸੇ ਨਾਲ ਹਾਈਪਰਲਿੰਕ ਜੋੜਿਆ ਹੋਵੇ ਜਾਂ ਸੈੱਟ ਕੀਤਾ ਹੋਵੇ ਨੂੰ ਇੰਟਰਨਲ ਲਿੰਕ ਕਿਹਾ ਜਾਂਦਾ ਹੈ। ਸੋ ਉਸ ਤੋਂ ਬਾਅਦ ਇੰਟਰਨਲ ਲਿੰਕ ਰਾਹੀਂ ਅਸੀਂ ਇੱਕ ਵੈਬ ਪੇਜ ਵਿੱਚ ਐਂਕਰ ਟੈਗ ਦੇ ਨੇਮ ਅਤੇ ਹਰੀਫ ਐਟਰੀਬਿਊਟ ਦੀ ਮਦਦ ਨਾਲ ਇੱਕ ਵੈਬ ਪੇਜ ਵਿੱਚ ਮੌਜੂਦ ਰਹਿ ਕੇ ਹੀ ਵੈਬ ਪੇਜ ਦੇ ਕਿਸੇ ਵੀ ਹਿੱਸੇ ਤੇ ਜੰਪ ਜਾਂ ਮੂਵ ਕਰ ਸਕਦੇ ਹਾਂ। ਸੋ ਇਸ ਦੇ ਲਈ ਉਦਾਹਰਨ ਦੇ ਲਈ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਲੈਫਟ ਐਂਗਲ ਬ੍ਰੈਕਟ A ਸਪੇਸ ਦੇ ਕੇ ਨੇਮ ਇਕੁਅਲ ਟੂ ਟੌਪ। ਉਸ ਤੋਂ ਬਾਅਦ ਅਸੀਂ ਐਂਕਰ ਟੈਗ ਨੂੰ ਬੰਦ ਕਰ ਦਿੱਤਾ ਹੈ। ਉਸ ਤੋਂ ਬਾਅਦ ਦੂਸਰਾ ਹੈ A ਹਰੀਫ ਇਕੁਅਲ ਟੂ ਹੈਸ਼ ਟੌਪ ਲਿੰਕ ਟੂ ਟੌਪ, ਤੇ ਜਿਹੜਾ ਸਾਡੇ ਕੋਲ ਐਂਕਰ ਟੈਗ ਹੈ ਉਸ ਨੂੰ ਬੰਦ ਕਰ ਦਿੱਤਾ ਹੈ। ਸੋ ਇਸ ਵਿੱਚ ਜਿਹੜਾ ਲਿੰਕ ਟੂ ਟੌਪ ਹੈ, ਇਹ ਜਿਹੜਾ ਟੈਕਸਟ ਹੈ ਇਹ ਤੁਹਾਡੀ ਵੈਬ ਪੇਜ ਜਿੱਥੇ ਵੀ ਨਜ਼ਰ ਆਵੇਗਾ, ਸੋ ਜਿਵੇਂ ਹੀ ਅਸੀਂ ਇਸ ਤੇ ਕਲਿੱਕ ਕਰਾਂਗੇ ਤੇ ਇਹ ਕੀ ਕਰੇਗਾ, ਜਿਹੜਾ ਉੱਪਰ ਵਾਲਾ ਟੌਪ ਟੈਗ ਹੈ ਉਹ ਉਸ ਨੂੰ ਲੱਭੇਗਾ। ਸੋ ਜਿਵੇਂ ਹੀ ਉਸ ਨੂੰ ਮਿਲ ਜਾਏਗਾ ਤੇ ਇਹ ਕੀ ਕਰੇਗਾ, ਹੈਸ਼ ਟੌਪ ਸਿੱਧਾ ਉਸ ਨੂੰ ਉੱਪਰ ਜਿਹੜਾ ਨੇਮ ਟੌਪ ਹੈ ਜਦੋਂ ਉੱਥੇ ਮੈਚ ਹੋ ਜਾਏਗਾ ਸਿੱਧਾ ਸਾਨੂੰ ਉਸ ਜਗ੍ਹਾ ਤੇ ਲੈ ਕੇ ਚਲਾ ਜਾਏਗਾ। ਤੇ ਇਸ ਵਿੱਚ ਜਿਹੜਾ ਹੈਸ਼ ਚਿੰਨ੍ਹ ਹੈ ਉਹ ਬਰਾਊਜ਼ਰ ਨੂੰ ਦੱਸਦਾ ਹੈ ਜਿਸ ਸੈਕਸ਼ਨ ਨੂੰ ਅਸੀਂ ਲੱਭ ਰਹੇ ਹਾਂ ਉਹ ਇਸ ਵੈਬ ਪੇਜ ਵਿੱਚ ਹੀ ਮੌਜੂਦ ਹੈ, ਤੇ ਇਹ ਸਾਨੂੰ ਉਸ ਜਗ੍ਹਾ ਤੱਕ ਲੈ ਕੇ ਜਾਵੇਗਾ। ਸੋ ਅੱਗੇ ਹੁਣ ਅਸੀਂ ਇਸ ਦਾ ਪ੍ਰੋਗਰਾਮ ਦੇਖ ਲੈਂਦੇ ਹਾਂ। ਜਿਵੇਂ ਤੁਸੀਂ ਖੱਬੇ ਪਾਸੇ ਦੇਖ ਪਾ ਰਹੇ ਹੋ, ਇੰਟਰਨਲ ਲਿੰਕਿੰਗ .html ਇਸ ਫਾਈਲ ਦਾ ਨਾਮ ਰੱਖਿਆ ਹੋਇਆ। ਇਸ ਵਿੱਚ ਸਭ ਤੋਂ ਪਹਿਲਾਂ ਅਸੀਂ HTML ਦਾ ਟੈਗ ਲਗਾਇਆ, ਫਿਰ ਹੈਡ ਟੈਗ, ਫਿਰ ਟਾਈਟਲ ਦੇ ਵਿੱਚ ਅਸੀਂ ਇਸ ਵੈਬ ਪੇਜ ਦਾ ਨਾਮ ਰੱਖ ਦਿੱਤਾ ਹੈ ਇੰਟਰਨਲ ਲਿੰਕਿੰਗ। ਉਸ ਤੋਂ ਬਾਅਦ ਅਸੀਂ ਹੈਡ ਟੈਗ ਨੂੰ ਕਲੋਜ਼ ਕਰ ਦਿੱਤਾ ਹੈ। ਉਸ ਤੋਂ ਬਾਅਦ ਬੋਡੀ ਦੇ ਵਿੱਚ ਅਸੀਂ ਇੱਥੇ ਮੈਂਸ਼ਨ ਕੀਤਾ ਹੈ ਲੈਫਟ ਐਂਗਲ ਬ੍ਰੈਕਟ A ਸਪੇਸ ਦੇ ਕੇ ਨੇਮ ਇਕੁਅਲ ਟੂ ਟੌਪ, ਅਤੇ ਉਸ ਦੇ ਨਾਲ ਇਸਦਾ ਟੈਕਸਟ ਦੇਤਾ ਹੈ ਟੌਪ ਆਫ ਪੇਜ। ਉਸ ਤੋਂ ਬਾਅਦ ਅਸੀਂ ਐਂਕਰ ਟੈਗ ਨੂੰ ਬੰਦ ਕਰ ਦਿੱਤਾ ਹੈ। ਬੰਦ ਕਰਨ ਤੋਂ ਬਾਅਦ ਹੇਠਾਂ ਅਸੀਂ BR ਟੈਗ ਲਗਾਇਆ। BR ਟੈਗ ਦਾ ਪੂਰਾ ਨਾਮ ਹੁੰਦਾ ਹੈ ਬ੍ਰੇਕ ਰੋ। ਸੋ ਅਸੀਂ BR ਟੈਗ ਇਸ ਕਰਕੇ ਲਗਾਏ, ਕਾਫੀ ਸਾਰੇ ਲਗਾਏ ਹੈ ਤਾਂ ਕਿ ਜਿਹੜਾ ਟੈਕਸਟ ਹੈ ਉਹ ਅਸੀਂ ਹੇਠਾਂ ਲੈ ਕੇ ਜਾ ਸਕੀਏ। ਉਸ ਤੋਂ ਬਾਅਦ ਅਸੀਂ ਅਗਲਾ ਐਂਕਰ ਟੈਗ ਲਗਾਇਆ A ਇਕੁਅਲ ਟੂ ਹਰੀਫ ਇਕੁਅਲ ਟੂ ਡਬਲ ਕੋਟ ਹੈਸ਼ ਟੌਪ। ਸੋ ਕਲਿੱਕ ਹੇਅਰ ਟੂ ਗੋ ਟੂ ਟੌਪ ਆਫ ਪੇਜ। ਉਸ ਤੋਂ ਬਾਅਦ ਅਸੀਂ ਰਾਈਟ ਐਂਗਲ ਬ੍ਰੈਕਟ ਰਾਈਟ ਜਿਹੜਾ ਐਂਕਰ ਟੈਗ ਹੈ ਉਸ ਨੂੰ ਬੰਦ ਕਰ ਦਿੱਤਾ ਹੈ। ਸੋ ਇਹ ਕੀ ਕਰੇਗਾ, ਸਭ ਤੋਂ ਪਹਿਲਾਂ ਹੈਸ਼ ਟੌਪ ਕੀ ਕਰੇਗਾ, ਉੱਪਰ ਵਾਲਾ ਜਿਹੜਾ ਨੇਮ ਟੌਪ ਹੈ ਉਸ ਨੂੰ ਲੱਭੇਗਾ। ਸੋ ਜਿਵੇਂ ਹੀ ਅਸੀਂ ਕਲਿੱਕ ਹੇਅਰ ਟੂ ਗੋ ਟੌਪ ਆਫ ਪੇਜ, ਜਿਵੇਂ ਤੁਸੀਂ ਸੱਜੇ ਪਾਸੇ ਚਿੱਤਰ ਵੀ ਦੇਖ ਪਾ ਰਹੇ ਹੋ, ਇੱਥੇ ਕਲਿੱਕ ਕਰਾਂਗੇ ਤੇ ਸਾਨੂੰ ਸਿੱਧਾ ਹੀ ਟੌਪ ਆਫ ਪੇਜ ਤੇ ਲੈ ਕੇ ਜਾਏਗਾ। ਸੋ ਅੱਗੇ ਹੁਣ ਅਸੀਂ ਇਸ ਦੀ ਉਦਾਹਰਨ ਦੇਖ ਲੈਂਦੇ ਹਾਂ। ਜਿਹੜਾ ਪ੍ਰੋਗਰਾਮ ਹੈ, ਪ੍ਰੋਗਰਾਮ ਫਾਈਲ ਨੂੰ ਅਸੀਂ ਓਪਨ ਕਰ ਲਿਆ ਹੈ। ਹੁਣ ਅਸੀਂ ਇਸ ਪ੍ਰੋਗਰਾਮ ਨੂੰ ਬਰਾਊਜ਼ਰ ਵਿੱਚ ਖੋਲ੍ਹ ਕੇ ਦੇਖਾਂਗੇ। ਜਿਵੇਂ ਕਿ ਬਰਾਊਜ਼ਰ ਵਿੱਚ ਫਾਈਲ ਪਹਿਲਾਂ ਤੋਂ ਹੀ ਓਪਨ ਹੈ। ਹੁਣ ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਜੋ ਆਪਾਂ ਹੈਡ ਪਾਰਟ 'ਤੇ ਦਿੰਦੇ ਹਾਂ ਟਾਈਟਲ, ਉਹ ਇੱਥੇ ਨਜ਼ਰ ਆ ਰਿਹਾ ਸਾਨੂੰ ਇੰਟਰਨਲ ਲਿੰਕਿੰਗ। ਉਸ ਤੋਂ ਇਲਾਵਾ ਜਿਹੜਾ ਅਸੀਂ ਨੇਮ ਦਿੱਤਾ ਸੀਗਾ, ਨੇਮ ਦੇ ਅੰਦਰ ਜੋ ਟੈਕਸਟ ਰੱਖਿਆ ਟੌਪ ਆਫ ਪੇਜ, ਉਹ ਸਾਨੂੰ ਇੱਥੇ ਨਜ਼ਰ ਆ ਰਿਹਾ ਹੈ। ਹੁਣ ਲਾਸਟ ਸਕਰੋਲ ਬਟਨ ਹੈ, ਇਸ ਸਕਰੋਲ ਬਟਨ 'ਤੇ ਆਪਾਂ ਮਾਊਸ ਦੇ ਨਾਲ ਪ੍ਰੈਸ ਕਰਕੇ ਡਰੈਗ ਕਰਕੇ ਇਹਨੂੰ ਥੱਲੇ ਲਿਆਵਾਂਗੇ। ਥੱਲੇ ਲਿਆਉਣ ਤੋਂ ਬਾਅਦ ਲਾਸਟ ਵਿੱਚ ਨਜ਼ਰ ਆ ਰਿਹਾ ਕਲਿੱਕ ਹੇਅਰ ਟੂ ਗੋ ਟੌਪ ਆਫ ਪੇਜ। ਇੱਥੇ ਤੁਸੀਂ ਦੇਖ ਪਾ ਰਹੇ ਹੋ ਇੱਥੇ ਇੱਕ ਲਿੰਕ ਲੱਗਾ ਹੋਇਆ, ਜੋ ਲਿੰਕ ਉੱਪਰ ਤੁਹਾਨੂੰ ਨਜ਼ਰ ਆ ਰਿਹਾ। ਜਦੋਂ ਵੀ ਅਸੀਂ ਇਸ ਉੱਪਰ ਇਸ ਲਿੰਕ ਉੱਪਰ ਕਲਿੱਕ ਕਰਾਂਗੇ, ਤੁਸੀਂ ਦੇਖ ਸਕਦੇ ਹੋ ਸਿੱਧਾ ਅਸੀਂ ਟੌਪ ਆਫ ਪੇਜ 'ਤੇ ਆ ਚੁੱਕੇ ਹਾਂ। ਫਿਰ ਆਪਾਂ ਮਾਊਸ ਨਾਲ ਡਰੈਗ ਕਰਕੇ ਥੱਲੇ ਆਵਾਂਗੇ, ਇਸ ਉੱਪਰ ਕਲਿੱਕ ਕਰਦੇ ਹਾਂ ਤਾਂ ਫਿਰ ਸਾਨੂੰ ਉੱਪਰ ਲੈ ਕੇ ਆ ਜਾਵੇਗਾ। ਜਿਵੇਂ ਕਿ ਅਸੀਂ ਹੁਣ ਦੇਖ ਸਕਦੇ ਹਾਂ, ਪਹਿਲਾਂ ਇਸਦਾ ਰੰਗ ਨੀਲਾ ਸੀ। ਜਦੋਂ ਵੀ ਕੋਈ ਲਿੰਕ
ਵਰਤਿਆ ਨਾ ਗਿਆ ਹੋਵੇ ਜਾਂ ਉਸ ਪਰ ਕਲਿੱਕ ਨਾ ਕੀਤਾ ਗਿਆ ਹੋਵੇ ਤਾਂ ਨੀਲੇ ਅੱਖਰਾਂ 'ਚ ਨਜ਼ਰ ਆਉਂਦਾ। ਜਦੋਂ ਉਸ ਉੱਪਰ ਕਲਿੱਕ ਕਰ ਦਿੱਤਾ ਗਿਆ ਹੋਵੇ ਤਾਂ ਉਹ ਬੈਂਗਨੀ ਨਜ਼ਰ 'ਚ ਨਜ਼ਰ ਆਉਂਦਾ ਹੈ। ਅਗਲਾ ਸਾਡੇ ਕੋਲ ਹੈ ਹਾਈਪਰ ਲਿੰਕ ਦੀਆਂ ਕਿਸਮਾਂ 'ਚ ਦੂਸਰਾ ਇਸ ਦਾ ਪੁਆਇੰਟ ਹੈ ਐਕਸਟਰਨਲ ਲਿੰਕ। ਐਕਸਟਰਨਲ ਲਿੰਕ ਰਾਹੀਂ ਅਸੀਂ ਇੱਕ ਵੈਬ ਪੇਜ ਵਿੱਚ ਟੈਕਸਟ, ਚਿੱਤਰ ਅਤੇ ਕਿਸੇ ਹੋਰ ਆਬਜੈਕਟ ਉੱਪਰ ਜਦੋਂ ਮਾਊਸ ਨਾਲ ਕਲਿੱਕ ਕਰਦੇ ਹਾਂ ਤਾਂ ਅਸੀਂ ਕਿਸੇ ਹੋਰ ਵੈਬ ਪੇਜ 'ਤੇ ਪਹੁੰਚ ਜਾਂਦੇ ਹਾਂ ਜਿਸ ਨਾਲ ਅਸੀਂ ਹਾਈਪਰ ਲਿੰਕ ਜੋੜਿਆ ਹੋਵੇ ਜਾਂ ਸੈੱਟ ਕੀਤਾ ਹੋਵੇ। ਇਹਨੂੰ ਐਕਸਟਰਨਲ ਲਿੰਕ ਕਹਿੰਦੇ ਹਾਂ। ਸੋ ਜਿਵੇਂ ਕਿ ਅਸੀਂ ਪਹਿਲੇ ਗੱਲ ਕੀਤੀ ਸੀ ਵੀ ਐਕਸਟਰਨਲ ਲਿੰਕ ਨੂੰ ਅਸੀਂ ਬਾਹਰੀ ਲਿੰਕ ਕਹਿੰਦੇ ਹਾਂ। ਇਹ ਸਾਡੇ ਇੱਕ ਪੇਜ ਨੂੰ ਕਿਸੇ ਦੂਸਰੇ ਵੈਬ ਪੇਜ ਦੇ ਨਾਲ ਜੋੜਦਾ ਹੈ। ਸੋ ਜਦੋਂ ਵੀ ਅਸੀਂ ਪਹਿਲੇ ਵੈਬ ਪੇਜ 'ਤੇ ਕਲਿੱਕ ਕਰਦੇ ਹਾਂ ਤਾਂ ਇਹ ਸਾਨੂੰ ਦੂਸਰੇ ਵੈਬ ਪੇਜ ਤੱਕ ਲੈ ਕੇ ਜਾਂਦਾ ਹੈ। ਸੋ ਅੱਗੇ ਹੁਣ ਅਸੀਂ ਇਸ ਦੀ ਵੀ ਉਦਾਹਰਨ ਦੇਖ ਲੈਂਦੇ ਹਾਂ। ਤੇ ਇਹ ਸਾਡੇ ਕੋਲ ਫਸਟ ਪੇਜ ਹੈ। ਫਸਟ ਪੇਜ ਦੇ ਵਿੱਚ ਅਸੀਂ ਇੱਕ HTML ਟੈਗ ਲਿਆ, ਇੱਕ ਹੈਡ ਟੈਗ ਲਿਆ, ਇੱਕ ਟਾਈਟਲ ਟੈਗ ਲਿਆ। ਇਸ ਤੋਂ ਬਾਅਦ ਬੋਡੀ ਟੈਗ ਲਿਆ। ਬੋਡੀ ਦੇ ਵਿੱਚ ਅਸੀਂ ਪੈਰਾਗ੍ਰਾਫ ਵਿੱਚ ਲਿਖ ਦਿੱਤਾ ਹੈ ਵੀ ਆਰ ਇਨ ਫਸਟ ਪੇਜ। ਹੇਠਾਂ ਅਸੀਂ ਇੱਕ ਐਂਕਰ ਟੈਗ ਵਰਤਿਆ ਹੈ ਜਿਸ ਵਿੱਚ ਅਸੀਂ ਸੈਕਿੰਡ ਪੇਜ ਦਾ ਜਿਹੜਾ ਐਡਰੈਸ ਹੈ ਉਹ ਹਰੀਫ ਟੈਗ ਦੇ ਵਿੱਚ ਮੈਂਸ਼ਨ ਕੀਤਾ ਹੈ। ਉਸ ਤੋਂ ਬਾਅਦ ਅਸੀਂ ਗੋ ਟੂ ਸੈਕਿੰਡ ਪੇਜ ਜਿਹੜਾ ਲਿੰਕ ਟੈਗ ਦਿੱਤਾ ਹੈ ਤੇ ਐਂਕਰ ਟੈਗ ਨੂੰ ਬੰਦ ਕਰ ਦਿੱਤਾ ਹੈ। ਤਾਂ ਉਸ ਤੋਂ ਬਾਅਦ ਅਸੀਂ ਬੋਡੀ ਟੈਗ ਨੂੰ ਬੰਦ ਕਰ ਦਾਂਗੇ ਤੇ HTML ਟੈਗ ਨੂੰ ਬੰਦ ਕਰ ਦਾਂਗੇ। ਸੋ ਜਿਵੇਂ ਕਿ ਸੱਜੇ ਪਾਸੇ ਸਕਰੀਨ ਦੇਖ ਪਾ ਰਹੇ ਹੋ ਤੇ ਇਹਦੇ ਵਿੱਚ ਜਿਹੜਾ ਪੈਰਾਗ੍ਰਾਫ ਟੈਗ ਹੈ ਉਹਦੇ ਵਿੱਚ ਸਾਨੂੰ ਸ਼ੋ ਹੋ ਰਿਹਾ ਵੀ ਆਰ ਇਨ ਫਸਟ ਪੇਜ। ਜਿਹੜਾ ਲਿੰਕ ਅਸੀਂ ਲਗਾਇਆ ਗੋ ਟੂ ਸੈਕਿੰਡ ਪੇਜ। ਸੋ ਜਿਵੇਂ ਹੀ ਅਸੀਂ ਇਸ ਲਿੰਕ ਤੇ ਕਲਿੱਕ ਕਰਾਂਗੇ ਤਾਂ ਇਹ ਸਾਨੂੰ ਕੀ ਕਰੇਗਾ, ਸੈਕਿੰਡ ਪੇਜ ਤੇ ਲੈ ਕੇ ਜਾਵੇਗਾ। ਤਾਂ ਸੈਕਿੰਡ ਪੇਜ ਦਾ ਵੀ ਅਸੀਂ ਐਗਜ਼ਾਮਪਲ ਦੇਖ ਲੈਂਦੇ ਅਗਲੇ ਪੇਜ ਤੇ। ਆ ਸਾਡੇ ਕੋਲ ਸੈਕਿੰਡ ਪੇਜ ਦਾ ਐਗਜ਼ਾਮਪਲ ਹੈ। ਇਸ ਵਿੱਚ ਅਸੀਂ ਦੁਬਾਰਾ ਤੋਂ ਸੇਮ ਉਹੀ ਟੈਗ ਮੈਂਸ਼ਨ ਕੀਤੇ HTML ਹੈਡ ਟਾਈਟਲ ਦੇ ਵਿੱਚ ਸੈਕਿੰਡ ਪੇਜ ਦੇ ਦਿੱਤਾ। ਉਸ ਤੋਂ ਬਾਅਦ ਟਾਈਟਲ ਟੈਗ ਕਲੋਜ਼ ਕਰਤਾ, ਹੈਡ ਟੈਗ ਕਲੋਜ਼ ਕਰ ਦਿੱਤਾ, ਬੋਡੀ ਟੈਗ ਸ਼ੁਰੂ ਕਰਾਂਗੇ। ਇਸ ਵਿੱਚ ਜਿਹੜਾ ਪੈਰਾਗ੍ਰਾਫ ਟੈਗ ਹੈ ਉਸ ਵਿੱਚ ਅਸੀਂ ਲਿਖਿਆ ਹੈ ਵੀ ਆਰ ਇਨ ਸੈਕਿੰਡ ਪੇਜ। ਉਸ ਤੋਂ ਬਾਅਦ ਅਸੀਂ ਦੁਬਾਰਾ ਤੋਂ ਐਂਕਰ ਟੈਗ ਦੀ ਵਰਤੋਂ ਕੀਤੀ ਹੈ। ਇਸ ਵਿੱਚ ਹਾਈਪਰਟੈਕਸਟ ਰੈਫਰੈਂਸ ਦੇ ਵਿੱਚ ਅਸੀਂ ਹੁਣ ਫਸਟ ਪੇਜ ਦਾ ਐਡਰੈਸ ਜਾਂ ਪੂਰਾ ਉਸ ਦਾ URL ਮੈਂਸ਼ਨ ਕਰ ਦਿੱਤਾ ਹੈ ਅਤੇ ਇਸ ਦਾ ਲਿੰਕ ਟੈਗ ਦਿੱਤਾ ਹੈ ਗੋ ਟੂ ਫਸਟ ਪੇਜ। ਉਸ ਤੋਂ ਬਾਅਦ ਅਸੀਂ ਬੋਡੀ ਟੈਗ ਨੂੰ ਬੰਦ ਕਰ ਦਿੱਤਾ ਹੈ ਅਤੇ HTML ਟੈਗ ਨੂੰ ਵੀ ਬੰਦ ਕਰ ਦਿੱਤਾ ਹੈ। ਸੋ ਜਿਵੇਂ ਤੁਸੀਂ ਸੱਜੇ ਪਾਸੇ ਦੇਖ ਪਾ ਰਹੇ ਹੋ ਤੇ ਇਸ ਵਿੱਚ ਜਿਵੇਂ ਹੀ ਅਸੀਂ ਗੋ ਟੂ ਫਸਟ ਪੇਜ ਤੇ ਕਲਿੱਕ ਕਰਾਂਗੇ ਕਿਉਂਕਿ ਇੱਥੇ ਹਾਈਪਰਲਿੰਕ ਲੱਗਾ ਹੋਇਆ ਤੇ ਇਹ ਸਾਨੂੰ ਫਸਟ ਪੇਜ ਤੇ ਲੈ ਜਾਏਗਾ। ਫਸਟ ਪੇਜ ਤੇ ਫਿਰ ਕੀ ਲਿਖਿਆ ਹੋਇਆ ਨਜ਼ਰ ਆਵੇਗਾ, ਫਸਟ ਪੇਜ ਤੇ ਲਿਖਿਆ ਆਏਗਾ ਗੋ ਟੂ ਸੈਕਿੰਡ ਪੇਜ। ਜਦੋਂ ਦੁਬਾਰਾ ਅਸੀਂ ਇਸ ਤੇ ਕਲਿੱਕ ਕਰਾਂਗੇ ਤੇ ਫਿਰ ਤੁਹਾਨੂੰ ਸੈਕਿੰਡ ਪੇਜ ਤੇ ਲੈ ਕੇ ਚਲਾ ਜਾਏਗਾ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਦੋ ਜਾਂ ਦੋ ਤੋਂ ਜ਼ਿਆਦਾ ਵੈਬ ਪੇਜਾਂ ਦੇ ਵਿੱਚ ਐਕਸਟਰਨਲ ਲਿੰਕ ਦੀ ਵਰਤੋਂ ਕਰਦੇ ਹੋਏ ਜਿਹੜੀ ਲਿੰਕਿੰਗ ਹੈ ਉਹ ਸਥਾਪਿਤ ਕਰ ਸਕਦੇ ਹਾਂ। ਬੱਚੋ ਜਿਵੇਂ ਕਿ ਅਸੀਂ ਹੁਣ ਤੱਕ ਸਿੱਖਿਆ ਹੈ ਕਿ ਐਕਸਟਰਨਲ ਲਿੰਕਿੰਗ ਦਾ ਕੀ ਕੰਮ ਹੁੰਦਾ ਕਿ ਅਸੀਂ ਇੱਕ ਪੇਜ ਦੇ ਨਾਲ ਦੂਸਰੇ ਵੈਬ ਪੇਜ ਨੂੰ ਕਨੈਕਟ ਕਰ ਸਕਦੇ ਹਾਂ। ਜਿਵੇਂ ਕਿ ਅਸੀਂ ਹੁਣ ਫਸਟ ਪੇਜ ਖੋਲ੍ਹਿਆ ਹੋਇਆ, ਅਗਰ ਆਪਾਂ ਇਸ ਤੇ ਜਿਸਦਾ ਨਜ਼ਰ ਆ ਰਿਹਾ ਉੱਪਰ ਪੈਰਾਗ੍ਰਾਫ ਵੀ ਆਰ ਇਨ ਫਸਟ ਪੇਜ, ਅਸੀਂ ਪਹਿਲੇ ਪੇਜ ਤੇ ਮੌਜੂਦ ਹਾਂ। ਜੇਕਰ ਤੁਸੀਂ ਸੈਕਿੰਡ ਪੇਜ ਤੇ ਜਾਣਾ ਚਾਹੁੰਦੇ ਹੋ ਤਾਂ ਇਸ ਲਿੰਕ ਤੇ ਕਲਿੱਕ ਕਰੋ। ਜਿੱਦਾਂ ਹੀ ਮੈਂ ਇਹਦੇ ਉੱਪਰ ਮਾਊਸ ਦਾ ਕਰਸਰ ਲਿਆ ਕੇ ਕਲਿੱਕ ਕਰਦਾ ਹਾਂ ਹੁਣ ਇਹਦਾ ਵੈਬ ਪੇਜ ਅਗਲਾ ਖੁੱਲ੍ਹ ਗਿਆ ਵਾ ਜਿੱਥੇ ਲਿਖਿਆ ਹੋਇਆ ਇਹਦਾ ਟਾਈਟਲ ਲਿਖਿਆ ਹੋਇਆ ਸੈਕਿੰਡ ਪੇਜ ਅਤੇ ਥੱਲੇ ਲਿਖਿਆ ਹੋਇਆ ਵੀ ਆ ਰਿਹਾ ਨਜ਼ਰ ਵੀ ਆਰ ਇਨ ਸੈਕਿੰਡ ਪੇਜ। ਦੁਬਾਰਾ ਅਸੀਂ ਇਸ ਲਿੰਕ ਉੱਪਰ ਕਲਿੱਕ ਕਰਾਂਗੇ ਤਾਂ ਅਸੀਂ ਫਿਰ ਦੁਬਾਰਾ ਪਹਿਲੇ ਪੇਜ ਤੇ ਪਹੁੰਚ ਜਾਵਾਂਗੇ। ਤਾਂ ਇਸ ਤਰ੍ਹਾਂ ਅਸੀਂ ਇੱਕ ਪੇਜ ਤੋਂ ਦੂਸਰੇ ਵੈਬ ਪੇਜ ਦੇ ਨਾਲ ਬਾਹਰੀ ਤੌਰ ਤੇ ਜਿਹੜੀ ਲਿੰਕਿੰਗ ਆ ਉਹ ਕਰ ਸਕਦੇ ਹਾਂ। ਸੋ ਅੱਗੇ ਸਾਡੇ ਕੋਲ ਹੈ ਹਾਈਪਰ ਟੈਕਸਟ ਤੇ ਇਮੇਜ ਨੂੰ ਲਿੰਕ ਕਰਨਾ। ਸੋ ਜਿਵੇਂ ਅਸੀਂ ਇੱਕ ਵੈਬ ਪੇਜ ਦੇ ਨਾਲ ਦੂਸਰੇ ਵੈਬ ਪੇਜ ਨੂੰ ਜੋੜ ਸਕਦੇ ਹਾਂ ਉਸੇ ਤਰ੍ਹਾਂ ਅਸੀਂ ਕਿਸੇ ਇਮੇਜ ਉੱਪਰ ਵੀ ਲਿੰਕ ਸਥਾਪਿਤ ਕਰ ਸਕਦੇ ਹਾਂ ਤਾਂ ਕਿ ਜਿਵੇਂ ਹੀ ਮੈਂ ਕਿਸੇ ਇਮੇਜ ਜਾਂ ਫੋਟੋ ਤੇ ਕਲਿੱਕ ਕਰਾਂ ਤਾਂ ਉਹ ਸਾਨੂੰ ਕਿਸੇ ਦੂਸਰੇ ਵੈਬ ਪੇਜ ਜਾਂ ਦੂਸਰੇ ਕਿਸੇ ਸੋਰਸ ਤੱਕ ਲੈ ਜਾਵੇ। ਸੋ ਜਿਵੇਂ ਕਿ ਤੁਸੀਂ ਇਸ ਵਿੱਚ ਦੁਬਾਰਾ ਪ੍ਰੋਗਰਾਮ ਵਿੱਚ ਦੇਖ ਪਾ ਰਹੇ ਹੋ, ਸਭ ਤੋਂ ਪਹਿਲਾਂ ਅਸੀਂ HTML ਹੈਡ ਅਤੇ ਟਾਈਟਲ ਟੈਗ ਵਰਤਿਆ ਹੈ। ਉਸ ਤੋਂ ਬਾਅਦ ਹੈਡ ਟੈਗ ਤੇ ਟਾਈਟਲ ਟੈਗ ਨੂੰ ਬੰਦ ਕਰ ਦਿੱਤਾ ਹੈ। ਟਾਈਟਲ ਟੈਗ ਦਾ ਨੇਮ ਹੈ ਫਸਟ ਪੇਜ। ਉਸ ਤੋਂ ਬਾਅਦ ਬੋਡੀ ਟੈਗ ਦੇ ਵਿੱਚ ਅਸੀਂ ਪੈਰਾਗ੍ਰਾਫ ਵਿੱਚ ਲਿਖ ਦਿੱਤਾ ਹੈ ਕਲਿੱਕ ਔਨ ਦਾ ਇਮੇਜ ਟੂ ਗੋ ਟੂ ਨੈਕਸਟ ਪੇਜ। ਇਸ ਵਿੱਚ ਅਸੀਂ ਜਿਹੜਾ ਐਂਕਰ ਟੈਗ ਵਰਤ ਕੇ ਜਿਹੜਾ paragraph.html ਪੇਜ ਹੈ ਉਸ ਦਾ ਅਸੀਂ ਪਾਥ ਪੂਰਾ ਦੇ ਦਿੱਤਾ ਹੈ। ਉਸ ਦੇ ਨਾਲ ਹੀ ਇਸ ਵਿੱਚ ਅਸੀਂ ਐਂਕਰ ਟੈਗ ਨਹੀਂ ਬੰਦ ਕੀਤਾ। ਐਂਕਰ ਟੈਗ ਅਸੀਂ ਉਸ ਤੋਂ ਬਾਅਦ ਜਿਹੜਾ ਐਂਕਰ ਟੈਗ ਅਸੀਂ ਉਦੋਂ ਬੰਦ ਕਰਾਂਗੇ ਜਦੋਂ ਅਸੀਂ ਇਮੇਜ ਦਾ ਪੂਰਾ ਪਾਥ ਦੇ ਦਿਆਂਗੇ। ਸੋ ਇਮੇਜ ਟੈਗ ਦਾ ਜਿਹੜਾ ਪਾਥ ਹੁੰਦਾ ਹੈ ਉਹ ਲੈਫਟ ਐਂਗਲ ਬ੍ਰੈਕਟ IMG ਦਰਸਾ ਰਿਹਾ ਇਮੇਜ ਨੂੰ, SRC ਦਰਸਾ ਰਿਹਾ ਸੋਰਸ।
ਵੀ ਜਿਹੜੀ ਇਮੇਜ ਹੈ ਉਹ ਤੁਹਾਡੇ ਕੰਪਿਊਟਰ ਜਾਂ ਕਿਸੇ ਵੀ ਜਗ੍ਹਾ 'ਤੇ ਉਸ ਇਮੇਜ ਨੂੰ ਰੱਖਿਆ ਹੋਇਆ ਉਸਦਾ ਪੂਰਾ URL ਕੀ ਹੈ। ਤਾਂ SRC ਦੇ ਨਾਲ ਡਬਲ ਕੋਡ ਵਿੱਚ ਅਸੀਂ ਉਸ ਇਮੇਜ ਦਾ ਪੂਰਾ ਪਾਥ ਮੈਂਸ਼ਨ ਕਰ ਦਿੱਤਾ ਹੈ। ਅਤੇ ਇਹ ਜਿਹੜੀ ਇਮੇਜ ਸਾਡੇ ਕੋਲ ਹੈ PNG ਹੈ। ਉਸ ਤੋਂ ਬਾਅਦ ਅਸੀਂ ਇਮੇਜ ਟੈਗ ਨੂੰ ਬੰਦ ਕਰ ਦਿੱਤਾ ਹੈ, ਫਿਰ ਐਂਕਰ ਟੈਗ ਨੂੰ ਬੰਦ ਕਰ ਦਿੱਤਾ ਹੈ, ਉਸ ਤੋਂ ਬਾਅਦ ਬੋਡੀ HTML ਟੈਗ ਨੂੰ ਵੀ ਬੰਦ ਕਰ ਦਿੱਤਾ ਹੈ, ਕਿਉਂਕਿ ਇਹ ਸਾਰੇ ਕੀ ਹੈ ਕੰਟੇਨਰ ਟੈਗ ਨੇ। ਸੋ ਜਿਵੇਂ ਕਿ ਤੁਸੀਂ ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਚਲਾ ਕੇ ਦੇਖਾਂਗੇ, ਤੁਸੀਂ ਦੇਖ ਪਾ ਰਹੇ ਹੋ ਸੱਜੇ ਪਾਸੇ ਸਕਰੀਨ 'ਚ ਇਸ ਤਰ੍ਹਾਂ ਦੇ ਨਾਲ ਸਾਡੀ ਸਕਰੀਨ 'ਤੇ ਇਸ ਦਾ ਨਤੀਜਾ ਆਵੇਗਾ। ਸੋ ਜਿਵੇਂ ਹੀ ਮੈਂ ਇਸ ਇਮੇਜ 'ਤੇ ਕਲਿੱਕ ਕਰਾਂਗਾ ਤਾਂ ਇਹ ਸਾਡੀ ਸਕਰੀਨ 'ਤੇ ਪੈਰਾਗ੍ਰਾਫ ਜਿਹੜਾ ਵੈਬ ਪੇਜ ਹੈ ਉਸ ਨੂੰ ਦਰਸਾ ਦੇਗਾ। ਅਸੀਂ ਇੱਕ ਵੈਬ ਪੇਜ ਦੇ ਵਿੱਚ ਇੱਕ ਇਮੇਜ ਰਾਹੀਂ ਜਾਂ ਇੱਕ ਇਮੇਜ ਉੱਪਰ ਕਲਿੱਕ ਕਰਕੇ ਦੂਸਰੇ ਵੈਬ ਪੇਜ ਨੂੰ ਕਿਵੇਂ ਖੋਲ ਸਕਦੇ ਹਾਂ। ਜਿਵੇਂ ਕਿ ਉੱਪਰ ਨਜ਼ਰ ਆ ਰਿਹਾ ਕਲਿੱਕ ਔਨ ਦਾ ਇਮੇਜ ਟੂ ਗੋ ਟੂ ਨੈਕਸਟ ਪੇਜ ਜੀ। ਇਸ ਇਮੇਜ ਦੇ ਉੱਪਰ ਅਸੀਂ ਪਹਿਲਾਂ ਹੀ ਐਂਕਰ ਟੈਗ ਰਾਹੀਂ ਇੱਕ ਵੈਬ ਪੇਜ ਦਾ ਐਡਰੈਸ ਜੁੜਿਆ ਹੋਇਆ ਹੈ। ਅਸੀਂ ਜਿਵੇਂ ਹੀ ਇਸ ਇਮੇਜ 'ਤੇ ਕਲਿੱਕ ਕਰਾਂਗੇ ਤੇ ਅਗਲਾ ਜਿਹੜਾ ਵੈਬ ਪੇਜ ਆ ਉਹ ਓਪਨ ਇਸ ਤਰ੍ਹਾਂ ਹੋ ਜਾਵੇਗਾ। ਫਿਰ ਦੁਬਾਰਾ ਤੁਸੀਂ ਪਿਛਲੇ ਪੇਜ 'ਤੇ ਜਾਣਾ ਚਾਹੁੰਦੇ ਹੋ ਤੇ ਬਰਾਊਜ਼ਰ ਦੇ ਉੱਪਰ ਇੱਕ ਬੈਕ ਬਟਨ ਲੱਗਾ ਹੋਇਆ ਹੈ, ਇਸ ਬਟਨ 'ਤੇ ਕਲਿੱਕ ਕਰਕੇ ਤੁਸੀਂ ਪਿਛਲੇ ਪੇਜ 'ਤੇ ਵਾਪਸ ਆ ਸਕਦੇ ਹੋ। ਫਿਰ ਦੁਬਾਰਾ ਅਸੀਂ ਇਸ ਪੇਜ 'ਤੇ ਕਲਿੱਕ ਕਰਾਂਗੇ ਤੇ ਇਹ ਸਾਨੂੰ ਉਸ ਵੈਬ ਪੇਜ 'ਤੇ ਲੈ ਕੇ ਚਲਾ ਜਾਏਗਾ ਜਿਸ ਵੈਬ ਪੇਜ ਦੇ ਨਾਲ ਅਸੀਂ ਇਸ ਪੇਜ ਦਾ ਲਿੰਕ ਜੋੜਿਆ ਹੋਇਆ ਹੈ। ਅੱਗੇ ਸਾਡੇ ਕੋਲ ਹੈ ਫਾਰਮ। ਸੋ ਫਾਰਮ ਵੈਬ ਪੇਜ ਦਾ ਉਹ ਖੇਤਰ ਹੁੰਦਾ ਹੈ ਜਿਸ ਵਿੱਚ ਯੂਜ਼ਰ ਜਾਣਕਾਰੀ ਭਰਦਾ ਹੈ ਅਤੇ ਵੈਬ ਪੇਜ ਦੇ ਪ੍ਰਕਾਸ਼ਕਾਂ ਨੂੰ ਭੇਜਦਾ ਹੈ। ਇਸ ਜਾਣਕਾਰੀ ਵਿੱਚ ਫੀਡਬੈਕ, ਪਰਸਨਲ ਜਾਣਕਾਰੀ, ਸੰਦੇਸ਼, ਸ਼ਿਕਾਇਤ ਆਦਿ ਵੀ ਹੋ ਸਕਦੇ ਹਨ। ਸੋ ਫਾਰਮ ਨੂੰ ਫਾਰਮ ਟੈਗ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ। ਸੋ ਫਾਰਮ ਟੈਗ ਕੰਟੇਨਰ ਟੈਗ ਹੈ, ਇਸ ਕਰਕੇ ਇਸ ਦਾ ਇੱਕ ਕਲੋਜ਼ਿੰਗ ਟੈਗ ਵੀ ਹੋਵੇਗਾ। ਸੋ ਅੱਗੇ ਅਸੀਂ ਹੁਣ ਫਾਰਮ ਟੈਗ ਦਾ ਸਿੰਟੈਕਸ ਜਾਣ ਲੈਂਦੇ ਹਾਂ। ਸਭ ਤੋਂ ਪਹਿਲਾਂ ਫਾਰਮ, ਉਸ ਤੋਂ ਬਾਅਦ ਫਾਰਮ ਦੇ ਐਲੀਮੈਂਟ, ਫਿਰ ਅਸੀਂ ਫਾਰਮ ਟੈਗ ਨੂੰ ਬੰਦ ਕਰ ਦਾਂਗੇ। ਫਾਰਮ ਦਾ ਸਿੰਟੈਕਸ ਬਹੁਤ ਆਸਾਨ ਹੈ, ਜਿਸ ਵਿੱਚ ਓਪਨਿੰਗ ਫਾਰਮ ਟੈਗ ਅਤੇ ਕਲੋਜ਼ਿੰਗ ਫਾਰਮ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਦੋਨੋਂ ਟੈਗ ਦੇ ਵਿਚਕਾਰ ਫਾਰਮ ਐਲੀਮੈਂਟ ਜਾਂ ਭਾਗ ਰਾਹੀਂ ਅਸੀਂ ਡਾਟਾ ਫੀਲਡ ਨੂੰ ਪਰਿਭਾਸ਼ਿਤ ਕਰ ਸਕਦੇ ਹਾਂ। ਅੱਗੇ ਹੁਣ ਅਸੀਂ ਫਾਰਮ ਦੇ ਐਲੀਮੈਂਟ ਜਾਂ ਭਾਗਾਂ ਬਾਰੇ ਜਾਣਾਂਗੇ। ਇਸ ਦਾ ਪਹਿਲਾ ਐਲੀਮੈਂਟ ਹੈ ਟੈਕਸਟ ਇਨਪੁਟ ਟੈਗ, ਦੂਸਰਾ ਟੈਕਸਟ ਏਰੀਆ, ਤੀਸਰਾ ਚੈੱਕ ਬਾਕਸ, ਚੌਥਾ ਰੇਡੀਓ ਬਟਨ, ਪੰਜਵਾਂ ਸਿਲੈਕਸ਼ਨ ਲਿਸਟ, ਛੇਵਾਂ ਫਾਈਲ ਅਪਲੋਡ ਕੰਟਰੋਲ। ਤਾਂ ਸਭ ਤੋਂ ਪਹਿਲਾਂ ਅਸੀਂ ਟੈਕਸਟ ਇਨਪੁਟ ਟੈਗ ਬਾਰੇ ਜਾਣਾਂਗੇ। ਟੈਕਸਟ ਇਨਪੁਟ ਟੈਗ ਫਾਰਮ ਵਿੱਚ ਖਾਸ ਜਾਣਕਾਰੀ ਭਰਨ ਲਈ ਵਰਤਿਆ ਜਾਂਦਾ ਹੈ। ਸੋ ਇਸ ਵਿੱਚ ਜਿਹੜਾ ਟਾਈਪ ਹੈ ਉਹ ਇਨਪੁਟ ਟੈਗ ਦਾ ਐਟਰੀਬਿਊਟ ਹੈ, ਜਿਸ ਦੀ ਵਰਤੋਂ ਇਨਪੁਟ ਟੈਗ ਵਿੱਚ ਇਨਪੁਟ ਦੀ ਕਿਸਮ ਨੂੰ ਨਿਰਧਾਰਿਤ ਕਰਨ ਲਈ ਵਰਤਿਆ ਜਾਂਦਾ ਹੈ। ਸੋ ਟੈਕਸਟ ਇਨਪੁਟ ਟੈਗ ਫਾਰਮ ਅਤੇ ਫਾਰਮ ਦੇ ਕਲੋਜ਼ਿੰਗ ਟੈਗ ਦੇ ਵਿਚਕਾਰ ਵਰਤਿਆ ਜਾਂਦਾ ਹੈ। ਉਦਾਹਰਨ ਦੇ ਲਈ ਯੂਜ਼ਰ ID ਲੇਬਲ ਹੈ। ਇਹ ਸਾਨੂੰ ਜਿਵੇਂ ਤੁਸੀਂ ਹੇਠਾਂ ਸਕਰੀਨ ਦੇਖ ਪਾ ਰਹੇ ਹੋ। ਸੋ ਯੂਜ਼ਰ ID ਅਸੀਂ ਲੇਬਲ ਲਿਆ ਹੈ, ਜੋ ਸਾਨੂੰ ਇਹ ਦਰਸਾ ਰਿਹਾ ਵੀ ਜਿਹੜਾ ਹੇਠਲਾ ਬਾਕਸ ਹੈ ਉਸ ਵਿੱਚ ਅਸੀਂ ਕੀ ਭਰਨਾ ਹੈ। ਤਾਂ ਉਹ ਸਾਨੂੰ ਯੂਜ਼ਰ ID ਤੋਂ ਪਤਾ ਲੱਗੇਗਾ ਵੀ ਅਸੀਂ ਯੂਜ਼ਰ ID 'ਚ ਭਰਨੀ ਹੈ। ਉਸ ਤੋਂ ਬਾਅਦ ਅਸੀਂ ਇਸ ਟੈਗ ਨੂੰ ਓਪਨ ਕਰਾਂਗੇ। ਲੈਫਟ ਐਂਗਲ ਬ੍ਰੈਕਟ ਇਨਪੁਟ ਤੋਂ ਬਾਅਦ ਟਾਈਪ ਇਕੁਅਲ ਟੂ ਟੈਕਸਟ। ਇੱਕ ਅਸੀਂ ਇਨਪੁਟ ਟੈਗ ਲਿਆ ਹੈ ਜਿਸ ਵਿੱਚ ਅਸੀਂ ਕੁਝ ਟੈਕਸਟ ਭਰਾਂਗੇ, ਤੇ ਇਸਦੀ ਅਸੀਂ ਕਿਸਮ ਕੀ ਦੇਣੀ ਹੈ ਟੈਕਸਟ ਤੋਂ ਬਾਅਦ ਇਸ ਜਿਹੜਾ ਟੈਕਸਟ ਬਾਕਸ ਦਾ ਨਾਮ ਅਸੀਂ ਕੀ ਰੱਖਾਂਗੇ ਫੁੱਲ ਨੇਮ ਨੂੰ ਅਸੀਂ ਡਬਲ ਕੋਡ ਵਿੱਚ ਲਿਖਣਾ ਹੈ। ਉਸ ਤੋਂ ਬਾਅਦ ਸਾਈਜ਼ ਅਸੀਂ ਇਸ ਕਰਕੇ ਮੈਂਸ਼ਨ ਕਰ ਰਹੇ ਹਾਂ ਇਸ ਵਿੱਚ ਜੋ ਵੀ ਅਸੀਂ ਕਰੈਕਟਰ ਕੀਬੋਰਡ ਤੋਂ ਟਾਈਪ ਕਰਾਂਗੇ ਤਾਂ ਉਸ ਦੀ ਜਿਹੜਾ ਆਕਾਰ ਉਹ ਕਿੰਨਾ ਹੋਣਾ ਚਾਹੀਦਾ। ਜਿਵੇਂ ਅਸੀਂ ਇਸ ਸਾਈਜ਼ ਇਕੁਅਲ ਟੂ ਡਬਲ ਕੋਡ 'ਚ 20 ਦਰਸਾਇਆ ਹੈ, ਜਿਹਦਾ ਮਤਲਬ ਇਹ ਹੈ ਵੀ ਇਹ ਜਿਹੜਾ ਟੈਕਸਟ ਬਾਕਸ ਹੈ ਇਸ ਵਿੱਚ ਅਸੀਂ ਜ਼ਿਆਦਾ ਤੋਂ ਜ਼ਿਆਦਾ 20 ਅੱਖਰ ਟਾਈਪ ਕਰ ਸਕਦੇ ਹਾਂ। ਅੱਗੇ ਹੁਣ ਅਸੀਂ ਟਾਈਪ ਐਟਰੀਬਿਊਟ ਦੀ ਕਿਸਮਾਂ ਬਾਰੇ ਜਾਣ ਲੈਂਦੇ ਹਾਂ। ਸਭ ਤੋਂ ਪਹਿਲੇ ਸਾਡੇ ਕੋਲ ਕਿਸਮ ਹੈ ਸਿੰਗਲ ਲਾਈਨ ਟੈਕਸਟ ਇਨਪੁਟ ਕੰਟਰੋਲ। ਸੋ ਜਦੋਂ ਯੂਜ਼ਰ ਨੂੰ ਇੱਕ ਲਾਈਨ ਵਿੱਚ ਡਾਟਾ ਦਾਖਲ ਕਰਨ ਦੀ ਜ਼ਰੂਰਤ ਹੋਵੇ ਤਾਂ ਅਸੀਂ ਟਾਈਪ ਐਟਰੀਬਿਊਟ ਦੇ ਮੁੱਲ ਨੂੰ ਟੈਕਸਟ ਸੈੱਟ ਕਰਦੇ ਹਾਂ। ਸੋ ਜਿਵੇਂ ਕਿ ਅਸੀਂ ਹੁਣੇ ਪਿੱਛੇ ਐਗਜ਼ਾਮਪਲ ਕੀਤੀ ਸੀ, ਸੇਮ ਐਗਜ਼ਾਮਪਲ ਤੁਹਾਡੇ ਹੇਠਾਂ ਮੈਂਸ਼ਨ ਹੈ। ਇਸ ਵਿੱਚ ਅਸੀਂ ਇਨਪੁਟ ਟਾਈਪ ਲਈ ਹੈ ਟੈਕਸਟ, ਜਿਸ ਦਾ ਟੈਕਸਟ ਬਾਕਸ ਦਾ ਨਾਮ ਹੈ ਫੁੱਲ ਨੇਮ ਅਤੇ ਇਸ ਦਾ ਸਾਈਜ਼ ਕੀ ਹੋਏਗਾ 20 ਅੱਖਰਾਂ ਦਾ। ਅੱਗੇ ਸਾਡੇ ਕੋਲ ਟਾਈਪ ਐਟਰੀਬਿਊਟ ਦੀ ਦੂਸਰੀ ਕਿਸਮ ਹੈ ਪਾਸਵਰਡ ਟੈਕਸਟ ਇਨਪੁਟ ਕੰਟਰੋਲ। ਸੋ ਇਹ ਸਿੰਗਲ ਲਾਈਨ ਟੈਕਸਟ ਇਨਪੁਟ ਕੰਟਰੋਲ ਦੀ ਤਰ੍ਹਾਂ ਹੀ ਹੈ, ਪਰ ਇਸ ਵਿੱਚ ਟਾਈਪ ਕੀਤਾ ਗਿਆ ਡਾਟਾ ਕ੍ਰਾਸ ਜਾਂ ਸਟਾਰ ਅੱਖਰਾਂ ਵਿੱਚ ਬਦਲ ਜਾਂਦਾ ਹੈ। ਇਸ ਵਿੱਚ ਅਸੀਂ ਟਾਈਪ ਐਟਰੀਬਿਊਟ ਦੇ ਮੁੱਲ ਨੂੰ ਪਾਸਵਰਡ ਸੈੱਟ ਕਰਦੇ ਹਾਂ। ਸੋ ਇਸ ਵਿੱਚ
ਅਸੀਂ ਜਿੱਦਾਂ ਲੇਬਲ ਦਿੱਤਾ ਹੋਇਆ ਹੇਠਾਂ ਪਾਸਵਰਡ, ਤਾਂ ਪਾਸਵਰਡ ਦੇ ਸਕਦੇ ਹੋ, ਜੋ ਵੀ ਤੁਸੀਂ ਲੇਬਲ ਦੇਣਾ ਚਾਹੁੰਦੇ ਹੋ ਦੇ ਸਕਦੇ ਹੋ। ਜਿਵੇਂ ਮੈਂ ਉਦਾਹਰਨ ਵਿੱਚ ਦਿੱਤਾ ਹੋਇਆ ਸਟੂਡੈਂਟ ਨੇਮ। ਉਸ ਤੋਂ ਬਾਅਦ ਇਨਪੁਟ ਟਾਈਪ ਸਾਡੇ ਕੋਲ ਕੀ ਹੈ, ਪਾਸਵਰਡ। ਨੇਮ ਇਸ ਲੇਬਲ ਦਾ ਦੇਤਾ ਅਸੀਂ ਫੁੱਲ ਨੇਮ। ਸਾਈਜ਼ ਅਸੀਂ ਮੈਂਸ਼ਨ ਕੀਤਾ ਹੈ 20, ਮਤਲਬ ਤੁਸੀਂ 20 ਅੱਖਰਾਂ ਤੱਕ ਜਿਹੜਾ ਪਾਸਵਰਡ ਹੈ ਉਹ ਹੇਠਾਂ ਜਿਹੜਾ ਸਾਡੇ ਕੋਲ ਟੈਕਸਟ ਫੀਲਡ ਹੈ ਉਸ ਵਿੱਚ ਦਾਖਲ ਕਰ ਸਕਦੇ ਹੋ। ਅੱਗੇ ਸਾਡੇ ਕੋਲ ਸਿੰਗਲ ਲਾਈਨ ਅਤੇ ਪਾਸਵਰਡ ਟੈਕਸਟ ਇਨਪੁਟ ਟੈਗ ਦਾ ਜਿਹੜਾ ਪ੍ਰੋਗਰਾਮ ਹੈ ਉਹ ਕੁਝ ਇਸ ਤਰ੍ਹਾਂ ਦੇ ਨਾਲ ਹੋਏਗਾ। ਖੱਬੇ ਪਾਸੇ ਤੁਸੀਂ ਦੇਖ ਪਾ ਰਹੇ ਹੋ ਅਸੀਂ HTML ਹੈਡ ਟਾਈਟਲ ਟੈਗ ਦੀ ਵਰਤੋਂ ਕੀਤੀ ਹੈ। ਅਸੀਂ ਇਸ ਪੇਜ ਦਾ ਨਾਮ ਲਿਖਿਆ ਹੋਇਆ ਸਿੰਗਲ ਲਾਈਨ ਟੈਕਸਟ ਇਨਪੁਟ ਕੰਟਰੋਲ ਐਗਜ਼ਾਮਪਲ। ਉਸ ਤੋਂ ਬਾਅਦ ਬੋਡੀ ਟੈਗ ਨੂੰ ਓਪਨ ਕਰੋ। ਬੋਡੀ ਟੈਗ ਦੇ ਵਿੱਚ ਅਸੀਂ ਫਾਰਮ ਟੈਗ ਵਰਤ ਰਹੇ ਹਾਂ। ਫਾਰਮ ਟੈਗ ਦੇ ਅੰਦਰ ਅਸੀਂ ਯੂਜ਼ਰ ਆਈਡੀ ਦੇ ਵਿੱਚ ਅਸੀਂ ਸਿੰਗਲ ਇਨਪੁਟ ਕੰਟਰੋਲ ਟੈਕਸਟ ਵਰਤ ਰਹੇ ਹਾਂ, ਜਿਸ ਵਿੱਚ ਪਹਿਲਾ ਹੈ ਯੂਜ਼ਰ ਆਈਡੀ ਦੇ ਨਾਲ ਇਨਪੁਟ ਟਾਈਪ ਸਾਡੇ ਕੋਲ ਟੈਕਸਟ ਹੈ, ਨੇਮ ਕੀ ਹੈ ID। ਉਸ ਤੋਂ ਬਾਅਦ ਅਸੀਂ BR ਟੈਗ ਵਰਤਿਆ ਹੈ। BR ਟੈਗ ਇਸ ਕਰਕੇ ਵਰਤਿਆ ਹੈ ਕਿਉਂਕਿ ਜਿਹੜਾ ਪਾਸਵਰਡ ਹੈ ਉਹ ਅਗਲੀ ਲਾਈਨ 'ਚ ਆ ਜਾਵੇ। ਪਾਸਵਰਡ ਲਿਖ ਕੇ ਉਸ ਤੋਂ ਬਾਅਦ ਅਸੀਂ ਇਨਪੁਟ ਟਾਈਪ ਇਕੁਅਲ ਟੂ ਪਾਸਵਰਡ ਲਿਖਿਆ, ਤੇ ਨੇਮ ਅਸੀਂ ਪਾਸਵਰਡ ਦੇ ਦਿੱਤਾ, ਤੇ BR ਟੈਗ ਲਗਾ ਕੇ ਉਸ ਤੋਂ ਬਾਅਦ ਫਾਰਮ ਟੈਗ, ਬੋਡੀ ਤੇ HTML ਟੈਗ ਨੂੰ ਅਸੀਂ ਬੰਦ ਕਰ ਦਾਂਗੇ। ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਚਲਾਵਾਂਗੇ ਤਾਂ ਜਿਵੇਂ ਕਿ ਸੱਜੇ ਪਾਸੇ ਦੇਖ ਪਾ ਰਹੇ ਹੋ ਸਾਡੀ ਸਕਰੀਨ ਤੇ ਯੂਜ਼ਰ ਆਈਡੀ ਤੇ ਪਾਸਵਰਡ ਦੋ ਜਿਹੜੇ ਟੈਕਸਟ ਬਾਕਸ ਹੈ ਉਹ ਇਸ ਤਰ੍ਹਾਂ ਦੇ ਨਾਲ ਸਾਨੂੰ ਦਿਖਾਈ ਦੇਣਗੇ। ਅਗਲਾ ਸਾਡੇ ਕੋਲ ਹੈ ਟੈਕਸਟ ਇਨਪੁਟ ਟੈਗ। ਇਸ ਦੀ ਜਿਹੜੀ ਤੀਸਰੀ ਕਿਸਮ ਹੈ ਉਹ ਸਾਡੇ ਕੋਲ ਮਲਟੀ ਲਾਈਨ ਟੈਕਸਟ ਇਨਪੁਟ ਕੰਟਰੋਲ। ਸੋ ਜਦੋਂ ਯੂਜ਼ਰ ਨੂੰ ਡਾਟਾ ਦਾਖਲ ਕਰਨ ਲਈ ਇੱਕ ਤੋਂ ਜ਼ਿਆਦਾ ਲਾਈਨਾਂ ਦੀ ਜ਼ਰੂਰਤ ਮਹਿਸੂਸ ਹੋਵੇ ਤਾਂ ਮਲਟੀ ਲਾਈਨ ਟੈਕਸਟ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਮੰਨ ਲਓ ਜੇਕਰ ਤੁਸੀਂ ਕੋਈ ਪੈਰਾਗ੍ਰਾਫ ਲਿਖਣਾ ਚਾਹੁੰਦੇ ਹੋ ਜਾਂ ਕੋਈ ਨੋਟਸ ਵਗੈਰਾ ਦੇਣਾ ਚਾਹੁੰਦੇ ਹੋ, ਉਹਦੇ ਲਈ ਅਸੀਂ ਮਲਟੀ ਲਾਈਨ ਟੈਕਸਟ ਇਨਪੁਟ ਕੰਟਰੋਲ ਵਰਤ ਸਕਦੇ ਹਾਂ। ਸੋ ਇਸ ਦੀ ਉਦਾਹਰਨ ਹੈ, ਸਭ ਤੋਂ ਪਹਿਲਾਂ ਲੇਬਲ ਦੇਵਾਂਗੇ। ਲੇਬਲ ਸਾਡੇ ਕੋਲ ਹੈ ਮੈਸੇਜ। ਉਸ ਤੋਂ ਬਾਅਦ ਅਸੀਂ ਹੁਣ ਇਨਪੁਟ ਦੀ ਜਗ੍ਹਾ ਲਿਖਾਂਗੇ ਟੈਕਸਟ ਏਰੀਆ। ਟੈਕਸਟ ਏਰੀਆ ਤੋਂ ਬਾਅਦ ਰੋਜ਼, ਵੀ ਸਾਨੂੰ ਜੋ ਵੀ ਅਸੀਂ ਪੈਰਾਗ੍ਰਾਫ ਲਿਖਣਾ ਹੈ ਉਸ ਦੀਆਂ ਰੋਜ਼ ਕਿੰਨੀਆਂ ਹੋਣੀਆਂ ਚਾਹੀਦੀਆਂ ਤੇ ਕਾਲਮਸ ਕਿੰਨੇ ਹੋਣੇ ਚਾਹੀਦੇ ਨੇ, ਤੇ ਉਸ ਨੂੰ ਅਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਅਸੀਂ ਇੱਥੇ ਦਰਸਾਵਾਂਗੇ। ਜਿਵੇਂ ਇਸ ਉਦਾਹਰਨ ਵਿੱਚ ਅਸੀਂ ਰੋਜ਼ 5 ਲਈਆਂ ਨੇ ਅਤੇ ਕਾਲਸ 30 ਲਈਆਂ ਨੇ। ਇਹਨਾਂ ਦੋਵਾਂ ਨੂੰ ਤੁਸੀਂ ਡਬਲ ਕੋਡ ਵਿੱਚ ਮੈਂਸ਼ਨ ਕਰਨਾ ਹੈ। ਉਸ ਤੋਂ ਬਾਅਦ ਇਸ ਟੈਕਸਟ ਏਰੀਆ ਦਾ ਵੀ ਇੱਕ ਅਸੀਂ ਨੇਮ ਰੱਖਾਂਗੇ ਮੈਸੇਜ। ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਖੱਬੇ ਪਾਸੇ ਹੁਣ ਅਸੀਂ ਬੋਡੀ ਟੈਗ ਤੋਂ ਸ਼ੁਰੂ ਕਰਾਂਗੇ ਕਿਉਂਕਿ ਬਾਕੀ ਉੱਪਰਲੇ ਟੈਗ ਤਾਂ ਸੇਮ ਉਹੀ ਹੈ ਪ੍ਰੋਗਰਾਮ ਵਿੱਚ। ਇਸ ਵਿੱਚ ਫਾਰਮ ਦੇ ਵਿੱਚ ਅਸੀਂ ਮੈਸੇਜ ਦਿੱਤਾ ਹੈ ਟੈਕਸਟ ਏਰੀਆ ਰੋਜ਼ 5 ਕਾਲ 30 ਨੇਮ ਇਕੁਅਲ ਟੂ ਮੈਸੇਜ। ਅਸੀਂ ਇਸ ਦਾ ਮੈਸੇਜ ਇਹਦੇ ਵਿੱਚ ਜਿਹੜਾ ਟੈਕਸਟ ਏਰੀਆ ਹੈ ਉਹਦੇ ਵਿੱਚ ਕੀ ਲਿਖਿਆ ਹੋਇਆ ਆਵੇ, ਰਾਈਟ ਯੂਅਰ ਮੈਸੇਜ ਹੇਅਰ। ਸੋ ਜਿਵੇਂ ਹੀ ਅਸੀਂ ਇਸ ਤੇ ਕਲਿੱਕ ਕਰਾਂਗੇ ਤਾਂ ਤੁਸੀਂ 5 ਰੋਜ਼ 30 ਕਾਲਮ ਦੀ ਫਾਰਮ ਦੇ ਵਿੱਚ ਆਪਣਾ ਜਿਹੜਾ ਜੋ ਵੀ ਪੈਰਾਗ੍ਰਾਫ ਹੈ ਨੋਟਸ ਆ ਉਹ ਲਿਖ ਸਕਦੇ ਹੋ। ਉਸ ਤੋਂ ਬਾਅਦ ਟੈਕਸਟ ਏਰੀਆ ਨੂੰ ਬੰਦ ਕਰ ਦਿੱਤਾ ਹੈ, ਫਾਰਮ ਟੈਗ ਨੂੰ ਬੰਦ ਕਰ ਦਿੱਤਾ ਹੈ, ਬੋਡੀ HTML ਟੈਗ ਨੂੰ ਵੀ ਬੰਦ ਕਰ ਦਿੱਤਾ ਹੈ। ਜਦੋਂ ਅਸੀਂ ਇਸ ਪ੍ਰੋਗਰਾਮ ਚੱਲਾਂਗੇ ਜਿਵੇਂ ਤੁਸੀਂ ਸੱਜੇ ਪਾਸੇ ਦੇਖ ਪਾ ਰਹੇ ਸਕਰੀਨ ਤੇ, ਇਸ ਤਰ੍ਹਾਂ ਦੇ ਨਾਲ ਤੁਹਾਡੇ ਪ੍ਰੋਗਰਾਮ ਦੇ ਵਿੱਚ ਜਿਹੜਾ ਟੈਕਸਟ ਏਰੀਆ ਕੰਟਰੋਲ ਹੈ ਉਹ ਨਜ਼ਰ ਆਵੇਗਾ। ਅੱਗੇ ਸਾਡੇ ਕੋਲ ਚੈੱਕ ਬਾਕਸ। ਸੋ ਚੈੱਕ ਬਾਕਸ ਇੱਕ ਆਸਾਨ ਇਨਪੁਟ ਬਾਕਸ ਹੈ ਜੋ ਕਿ ਇੱਕ ਛੋਟੇ ਜਿਹੇ ਵਰਗ ਵਾਂਗ ਦਿਖਾਈ ਦਿੰਦਾ ਹੈ, ਜਿਸ ਉੱਪਰ ਅਸੀਂ ਕਲਿੱਕ ਕਰਕੇ ਇਸ ਨੂੰ ਸਿਲੈਕਟ ਜਾਂ ਡੀਸਿਲੈਕਟ ਕਰ ਸਕਦੇ ਹਾਂ। ਸੋ ਇੱਕ ਸਮੂਹ ਵਿੱਚ ਜਾਣਕਾਰੀ ਨੂੰ ਚੁਣਨ ਲਈ ਚੈੱਕ ਬਾਕਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ HTML ਦੇ ਇਨਪੁਟ ਟੈਗ ਵਿੱਚ ਵਰਤਿਆ ਜਾਂਦਾ ਹੈ ਅਤੇ ਹਰ ਇੱਕ ਚੈੱਕ ਬਾਕਸ ਨੂੰ ਨੇਮ ਐਟਰੀਬਿਊਟ ਦੇਣਾ ਪੈਂਦਾ ਹੈ। ਸੋ ਉਦਾਹਰਨ ਦੇ ਲਈ ਇਨਪੁਟ ਸਪੇਸ ਦੇ ਇੱਕ ਟਾਈਪ ਸਾਡੇ ਕੋਲ ਕੀ ਹੋਏਗੀ, ਚੈੱਕ ਬਾਕਸ। ਸੋ ਨੇਮ ਅਸੀਂ ਇਸ ਚੈੱਕ ਬਾਕਸ ਦਾ ਰੱਖਾਂਗੇ ਹੈਲੋ ਹਿੰਦੀ। ਉਸੇ ਤਰ੍ਹਾਂ ਦੇ ਨਾਲ ਜੇਕਰ ਤੁਸੀਂ ਜਿਵੇਂ ਸੱਜੇ ਪਾਸੇ ਚਿੱਤਰ ਦੇਖ ਪਾ ਰਹੇ ਹੋ, ਤਾਂ ਜਦੋਂ ਅਸੀਂ ਚੈੱਕ ਬਾਕਸ ਟੈਗ ਦੀ ਵਰਤੋਂ ਕਰਾਂਗੇ ਤਾਂ ਸਾਨੂੰ ਕੁਝ ਇਸ ਤਰ੍ਹਾਂ ਦੇ ਨਾਲ ਇਸ ਦੀ ਆਊਟਪੁੱਟ ਨਜ਼ਰ ਆਵੇਗੀ। ਸੋ ਚੈੱਕ ਬਾਕਸ ਦੀ ਵਰਤੋਂ ਅਸੀਂ ਉਦੋਂ ਕਰਦੇ ਹਾਂ ਜਦੋਂ ਸਾਡੇ ਕੋਲ ਇੱਕ ਤੋਂ ਜ਼ਿਆਦਾ ਜਿਹੜੀਆਂ ਚੋਣ ਸੂਚੀ ਹੈ ਉਹ ਹੋਵੇ, ਤੇ ਉਸ ਦੇ ਲਈ ਅਸੀਂ ਚੈੱਕ ਬਾਕਸ ਦੀ ਵਰਤੋਂ ਕਰ ਸਕਦੇ ਹਾਂ। ਜਿਵੇਂ ਇਸ ਵਿੱਚ ਲਿਖਿਆ ਹੋਇਆ ਸਿਲੈਕਟ ਯੂਅਰ ਸਬਜੈਕਟ, ਤਾਂ ਤੁਹਾਡੇ ਜਿਹੜੇ ਸਬਜੈਕਟ ਆ ਉਹ ਕਿਹੜੇ ਹੋ ਸਕਦੇ ਆ, ਹਿੰਦੀ ਵੀ ਹੈ, ਇੰਗਲਿਸ਼ ਵੀ ਹੈ, ਮੈਥ ਵੀ ਹੈ, ਸਾਇੰਸ ਵੀ ਹੈ, ਸੋਸ਼ਲ ਸਾਇੰਸ ਵੀ ਹੈ। ਤੇ ਇਸ ਕੇਸ ਵਿੱਚ ਅਸੀਂ 5 ਦੇ 5 ਚੈੱਕ ਬਾਕਸ ਸਿਲੈਕਟ ਕਰਾਂਗੇ। ਸੋ ਹੁਣ ਅਸੀਂ ਉਦਾਹਰਨ ਦੇ ਰਾਹੀਂ ਚੈੱਕ ਬਾਕਸ ਨੂੰ ਸਮਝ ਲੈਂਦੇ ਹਾਂ। ਸੋ ਜਿਵੇਂ ਤੁਸੀਂ ਖੱਬੇ ਪਾਸੇ ਵਾਲੇ ਜਿਹੜੇ ਚਿੱਤਰ ਆ ਤੁਸੀਂ ਦੇਖ ਪਾ ਰਹੇ ਹੋ, ਇਸ ਵਿੱਚ ਅਸੀਂ HTML ਹੈਡ ਅਤੇ ਬੋਡੀ ਟੈਗ ਨੂੰ ਯੂਜ਼ ਕੀਤਾ। ਉਸ ਤੋਂ ਬਾਅਦ ਫਾਰਮ ਟੈਗ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇਸ ਦਾ ਟਾਈਟਲ ਦਿੱਤਾ ਹੈ ਚੂਜ਼ ਯੂਅਰ ਸਬਜੈਕਟ। ਤੁਸੀਂ ਨਾਲ ਦੀ ਨਾਲ ਸੱਜੇ ਪਾਸੇ ਦੇਖ ਪਾ ਰਹੇ ਹੋ ਸਾਡਾ ਜਿਹੜਾ ਉੱਪਰ ਹੈਡਿੰਗ ਕੀ ਆ ਰਿਹਾ, ਚੂਜ਼ ਯੂਅਰ ਸਬਜੈਕਟ। ਤੇ ਆਪਣੇ ਜਿਹੜੇ ਵਿਸ਼ੇ ਹੈ ਉਹਨਾਂ ਦੀ ਚੋਣ ਕਰੋ। ਇਸ ਵਿੱਚ ਸਾਡੇ ਕੋਲ ਪਹਿਲਾ ਟੈਗ ਹੈ ਇਨਪੁਟ
ਟਾਈਪ ਇਕੁਅਲ ਟੂ ਚੈੱਕ ਬਾਕਸ ਤੇ ਨੇਮ ਅਸੀਂ ਦਿੱਤਾ ਹੈ ਹਿੰਦੀ। ਤੇ ਉਸ ਤੋਂ ਬਾਅਦ ਅਸੀਂ ਇਸ ਟੈਗ ਨੂੰ ਬੰਦ ਕਰਕੇ ਲਾਸਟ ਲਿਖਿਆ ਹੈ ਹਿੰਦੀ। ਸੋ ਚੈੱਕ ਬਾਕਸ ਦਾ ਨਿਸ਼ਾਨ ਜਿਵੇਂ ਤੁਸੀਂ ਦੇਖ ਪਾ ਰਹੇ ਹੋ, ਚੈੱਕ ਬਾਕਸ ਦਾ ਨਿਸ਼ਾਨ ਆ ਗਿਆ, ਨਾਲ ਹੀ ਹਿੰਦੀ ਸਬਜੈਕਟ ਆ ਗਿਆ। ਇਸੇ ਤਰ੍ਹਾਂ ਅਸੀਂ ਇੰਗਲਿਸ਼, ਮੈਥ, ਸਾਇੰਸ ਅਤੇ ਲਾਸਟ ਵਿੱਚ ਜਿਹੜਾ ਸੋਸ਼ਲ ਸਾਇੰਸ ਹੈ ਉਸ ਨੂੰ ਇਸੇ ਟੈਗ ਦੇ ਨਾਲ ਮੈਂਸ਼ਨ ਕੀਤਾ ਹੈ। ਬਸ ਇਸ ਦਾ ਨੇਮ ਇਸਦੇ ਸਬਜੈਕਟ ਦੇ ਮੁਤਾਬਕ ਚੇਂਜ ਕਰ ਦਿੱਤਾ ਹੈ। ਲਾਸਟ ਵਿੱਚ ਅਸੀਂ ਫਾਰਮ ਟੈਗ ਨੂੰ, ਬੋਡੀ ਵਿੱਚ HTML ਟੈਗ ਨੂੰ ਬੰਦ ਕਰ ਦਿੱਤਾ ਹੈ। ਜਦੋਂ ਇਸ ਪ੍ਰੋਗਰਾਮ ਨੂੰ ਚਲਾਵਾਂਗੇ ਸਾਡੇ ਕੋਲ ਸੱਜੇ ਪਾਸੇ ਜਿਵੇਂ ਤੁਸੀਂ ਸਕਰੀਨ 'ਤੇ ਦੇਖ ਪਾ ਰਹੇ ਹੋ, ਇਸ ਤਰ੍ਹਾਂ ਦੇ ਨਾਲ ਜਿਹੜੀ ਤੁਹਾਡੇ ਕੋਲ ਆਊਟਪੁੱਟ ਹੈ ਉਹ ਨਜ਼ਰ ਆ ਜਾਏਗੀ। ਉਸ ਤੋਂ ਬਾਅਦ ਸਾਡੇ ਕੋਲ ਹੈ ਰੇਡੀਓ ਬਟਨ। ਰੇਡੀਓ ਬਟਨ ਉਹ ਬਟਨ ਹੈ ਜਿੱਥੇ ਇੱਕੋ ਸਮੇਂ ਬਹੁਤ ਸਾਰੇ ਵਿਕਲਪਾਂ ਵਿੱਚੋਂ ਸਿਰਫ ਇੱਕ ਦੀ ਹੀ ਚੋਣ ਕੀਤੀ ਜਾਂਦੀ ਹੈ। ਸੋ ਇਹ HTML ਦੇ ਇਨਪੁਟ ਟੈਗ ਨਾਲ ਵਰਤਿਆ ਜਾਂਦਾ ਹੈ ਤੇ ਹਰੇਕ ਰੇਡੀਓ ਬਟਨ ਵਿੱਚ ਨੇਮ ਅਤੇ ਟਾਈਪ ਐਟਰੀਬਿਊਟ ਪਰਿਭਾਸ਼ਿਤ ਕੀਤਾ ਜਾਂਦਾ ਹੈ। ਸੋ ਰੇਡੀਓ ਬਟਨ ਦੀ ਵਰਤੋਂ ਅਸੀਂ ਉਦੋਂ ਕਰਦੇ ਹਾਂ ਜਦੋਂ ਸਾਡੇ ਕੋਲ ਕਾਫੀ ਸਾਰੀਆਂ ਚੋਣ ਸੂਚੀਆਂ ਹੋਣ ਤਾਂ ਉਹਨਾਂ ਵਿੱਚੋਂ ਅਸੀਂ ਸਿਰਫ ਕਿਸੇ ਇੱਕ ਆਪਸ਼ਨ ਨੂੰ ਹੀ ਚੁਣਨਾ ਹੋਵੇ। ਜਿਵੇਂ ਉਦਾਹਰਨ ਲਈ ਲੈ ਲੈਂਦੇ ਹਾਂ ਕਿ ਸਾਡੇ ਕੋਲ ਜਿਹੜੀ ਚੋਇਸ ਹੈ ਉਹ ਹੈਗੀ ਹੈ ਮੇਲ, ਫੀਮੇਲ ਜਾਂ ਟਰਾਂਸਜੈਂਡਰ। ਸੋ ਜੇਕਰ ਤੁਸੀਂ ਮੇਲ ਹੋ ਤੁਸੀਂ ਮੇਲ ਦੀ ਹੀ ਚੋਣ ਕਰੋਗੇ, ਜੇ ਫੀਮੇਲ ਹੋ ਤਾਂ ਫੀਮੇਲ ਦੀ ਚੋਣ ਕਰੋਗੇ, ਤਾਂ ਇਸੇ ਤਰ੍ਹਾਂ ਜੇ ਟਰਾਂਸਜੈਂਡਰ ਤਾਂ ਟਰਾਂਸਜੈਂਡਰ ਦੀ ਚੋਣ ਕਰੋਗੇ। ਤਾਂ ਇਸ ਤਰ੍ਹਾਂ ਦੀ ਜਿਹੜੀ ਚੋਣ ਸੂਚੀ ਹੈ, ਜਦੋਂ ਸਾਡੇ ਕੋਲ ਇਸ ਤਰ੍ਹਾਂ ਦੀ ਚੋਣ ਸੂਚੀ ਦੀ ਜ਼ਰੂਰਤ ਪਵੇ ਤਾਂ ਉਸ ਟਾਈਮ 'ਤੇ ਅਸੀਂ ਰੇਡੀਓ ਬਟਨ ਦੀ ਵਰਤੋਂ ਕਰ ਸਕਦੇ ਹਾਂ। ਉਦਾਹਰਨ ਲਈ ਜਿਵੇਂ ਹੇਠਾਂ ਇਨਪੁਟ ਟਾਈਪ ਸਾਡੇ ਕੋਲ ਕੀ ਹੈ ਰੇਡੀਓ, ਨੇਮ ਸਾਡੇ ਕੋਲ ਹੈ ਕੋਰਸ ਤੇ ਸਾਡੇ ਕੋਲ ਸਬਜੈਕਟ ਦਾ ਨਾਮ ਕੀ ਹੈ ਹਿੰਦੀ। ਜਿਵੇਂ ਕਿ ਤੁਸੀਂ ਸੱਜੇ ਪਾਸੇ ਦੇਖ ਪਾ ਰਹੇ ਹੋ, ਸੋ ਹਿੰਦੀ ਜਿਹੜਾ ਟਾਈਟਲ ਆ ਸਾਡਾ ਇਸ ਤਰ੍ਹਾਂ ਨਾਲ ਕੁਝ ਨਜ਼ਰ ਆ ਰਿਹਾ, ਜਿਵੇਂ ਅੱਗੇ ਉਸ 'ਤੇ ਗੋਲਾ ਲੱਗਾ ਹੋਇਆ ਤਾਂ ਗੋਲੇ ਨੂੰ ਅਸੀਂ ਰੇਡੀਓ ਬਟਨ ਕਹਿੰਦੇ ਹਾਂ। ਜਿਵੇਂ ਅਸੀਂ ਇਸ ਨੂੰ ਸਿਲੈਕਟ ਕਰਾਂਗੇ, ਇਸ ਗੋਲੇ ਦੇ ਵਿੱਚ ਇੱਕ ਜਿਹੜੀ ਬਿੰਦੀ ਹੈ ਉਹ ਨਜ਼ਰ ਆ ਜਾਵੇਗੀ। ਇਹਦਾ ਮਤਲਬ ਇਹ ਹੈ ਵੀ ਤੁਹਾਡੇ ਵੱਲੋਂ ਚੋਣ ਕੀਤੀ ਗਈ ਜਿਹੜੀ ਲਿਸਟ ਹੈ ਉਹ ਸਿਲੈਕਟ ਹੋ ਚੁੱਕੀ ਹੈ। ਇਸੇ ਤਰ੍ਹਾਂ ਦੇ ਨਾਲ ਜੇਕਰ ਅਸੀਂ ਇੰਗਲਿਸ਼ ਦੇ ਲਈ ਵੀ ਰੇਡੀਓ ਬਟਨ ਯੂਜ਼ ਕਰਾਂਗੇ ਤਾਂ ਉਸ ਦੇ ਲਈ ਅਸੀਂ ਹਿੰਦੀ ਦੀ ਜਗ੍ਹਾ ਇੰਗਲਿਸ਼ ਲਿਖ ਦਾਂਗੇ। ਇਸੇ ਤਰ੍ਹਾਂ ਤਮਿਲ, ਉਰਦੂ, ਬੰਗਲਾ। ਅੱਗੇ ਅਸੀਂ ਹੁਣ ਇਸ ਦੀ ਉਦਾਹਰਨ ਸਮਝ ਲੈਂਦੇ ਹਾਂ। ਜਿਵੇਂ ਕਿ ਤੁਸੀਂ ਖੱਬੇ ਪਾਸੇ ਵਿੱਚ ਦੇਖ ਪਾ ਰਹੇ ਹੋ HTML ਹੈਡ ਤੇ ਬੋਡੀ ਟੈਗ ਦੇ ਅੰਦਰ ਸਾਡੇ ਕੋਲ ਫਾਰਮ ਟੈਗ ਹੈ। ਫਾਰਮ ਟੈਗ ਦੇ ਵਿੱਚ ਅਸੀਂ ਇਸਦਾ ਟਾਈਟਲ ਦਿੱਤਾ ਹੈ ਸਿਲੈਕਟ ਯੂਅਰ ਆਫੀਸ਼ੀਅਲ ਲੈਂਗੁਏਜ। ਜਿਵੇਂ ਕਿ ਤੁਸੀਂ ਉੱਪਰ ਦੇਖ ਪਾ ਰਹੇ ਹੋ ਸਿਲੈਕਟ ਯੂਅਰ ਆਫੀਸ਼ੀਅਲ ਲੈਂਗੁਏਜ ਸੱਜੇ ਪਾਸੇ ਚਿੱਤਰ ਵਿੱਚ ਨਾਲ ਦੀ ਨਾਲ ਦੇਖ ਪਾ ਰਹੇ ਹੋ ਵੀ ਇਹਦਾ ਨਤੀਜਾ ਕਿਸ ਤਰ੍ਹਾਂ ਨਾਲ ਆਏਗਾ। ਉਸ ਤੋਂ ਬਾਅਦ ਅਸੀਂ ਇਨਪੁਟ ਟੈਗ ਲਿਆ ਹੈ, ਇਨਪੁਟ ਟਾਈਪ ਇਕੁਅਲ ਟੂ ਰੇਡੀਓ, ਵੈਲਿਊ ਸਾਡੇ ਕੋਲ ਹੈ ਹਿੰਦੀ, ਨੇਮ ਸਾਡੇ ਕੋਲ ਕੀ ਹੈ ਸਬਜੈਕਟ। ਸਬਜੈਕਟ ਤੋਂ ਬਾਅਦ ਇਨਪੁਟ ਟੈਗ ਨੂੰ ਬੰਦ ਕਰਕੇ ਹਿੰਦੀ ਮੈਂਸ਼ਨ ਕਰ ਦਿੱਤਾ ਹੈ। ਤਾਂ ਉਸੇ ਤਰ੍ਹਾਂ ਨਾਲ ਹਿੰਦੀ ਸੱਜੇ ਚਿੱਤਰ ਵਿੱਚ ਨਜ਼ਰ ਆ ਰਿਹਾ। ਹਿੰਦੀ ਤੋਂ ਬਾਅਦ ਇੰਗਲਿਸ਼, ਤਮਿਲ, ਉਰਦੂ, ਬੰਗਲਾ। ਤਾਂ ਸਾਰਿਆਂ ਲਈ ਅਸੀਂ ਇਨਪੁਟ ਟੈਗ ਦੀ ਵਰਤੋਂ ਕੀਤੀ ਹੈ। ਜਿਵੇਂ ਹੀ ਅਸੀਂ ਹੁਣ ਜਿੱਦਾਂ ਇਸ ਵਿੱਚ ਸਾਡੇ ਕੋਲ ਜਿਵੇਂ ਦਰਸਾਇਆ ਜਾ ਰਿਹਾ ਵੀ ਸਿਲੈਕਟ ਯੂਅਰ ਆਫੀਸ਼ੀਅਲ ਲੈਂਗੁਏਜ, ਵੀ ਤੁਹਾਡੀ ਜਿਹੜੀ ਵਰਤੀ ਜਾਣ ਵਾਲੀ ਜਿਹੜੀ ਭਾਸ਼ਾ ਉਹ ਕਿਹੜੀ ਹੈ। ਜੇਕਰ ਤੁਸੀਂ ਹਿੰਦੀ ਜੇ ਤੁਹਾਡੀ ਆਫੀਸ਼ੀਅਲ ਲੈਂਗੁਏਜ ਤਾਂ ਤੁਸੀਂ ਹਿੰਦੀ ਸਿਲੈਕਟ ਕਰ ਸਕਦੇ ਹੋ, ਜੇ ਇੰਗਲਿਸ਼ ਹੈ ਤਾਂ ਇੰਗਲਿਸ਼, ਤਮਿਲ ਹੈ ਤਮਿਲ, ਉਰਦੂ ਹੈ ਤਾਂ ਉਰਦੂ, ਬੰਗਲਾ ਤੇ ਬੰਗਲਾ ਸਿਲੈਕਟ ਕਰੋਗੇ। ਅਗਲਾ ਸਾਡੇ ਕੋਲ ਹੈ ਸਿਲੈਕਸ਼ਨ ਲਿਸਟ। ਸੋ ਸਿਲੈਕਸ਼ਨ ਲਿਸਟ ਵਿੱਚ ਯੂਜ਼ਰ ਇੱਕ ਲਿਸਟ ਵਿੱਚੋਂ ਇੱਕ ਜਾਂ ਇੱਕ ਤੋਂ ਜ਼ਿਆਦਾ ਵਿਕਲਪਾਂ ਨੂੰ ਚੁਣ ਸਕਦਾ ਹੈ। ਸਕਰੋਲਿੰਗ ਲਿਸਟ ਅਤੇ ਪੁੱਲ ਡਾਊਨ ਸੂਚੀਆਂ ਸਿਲੈਕਟ ਟੈਗ ਅਤੇ ਆਪਸ਼ਨ ਟੈਗ ਨਾਲ ਬਣਾਈਆਂ ਜਾਂਦੀਆਂ ਹਨ। ਉਦਾਹਰਨ ਲਈ ਸਿਲੈਕਟ ਟੈਗ ਯੂਜ਼ ਕਰਾਂਗੇ। ਉਸ ਤੋਂ ਬਾਅਦ ਆਪਸ਼ਨ ਦੇ ਵਿੱਚ ਅਸੀਂ ਜਿਹੜੇ ਅਸੀਂ ਇਸ ਲਿਸਟ ਵਿੱਚ ਆਪਸ਼ਨ ਦਰਸਾਉਣਾ ਚਾਹੁੰਦੇ ਹਾਂ, ਜਿਵੇਂ ਪਹਿਲਾ 10th ਹੈ, ਦੂਸਰਾ 12th ਹੈ, ਜਿੱਦਾਂ ਉਸ ਤੋਂ ਬਾਅਦ BA ਜਾਂ BCom ਜਾਂ BCA ਹੈ। ਇਸ ਤਰ੍ਹਾਂ ਦੇ ਨਾਲ ਜਿੰਨੀਆਂ ਵੀ ਚੋਇਸ ਤੁਸੀਂ ਦਰਸਾਉਣਾ ਚਾਹੁੰਦੇ ਹੋ ਸਾਰਿਆਂ ਨੂੰ ਤੁਸੀਂ ਆਪਸ਼ਨ ਦੇ ਵਿਚਕਾਰ ਲਿਖੋਗੇ। ਉਸ ਤੋਂ ਬਾਅਦ ਆਪਸ਼ਨ ਦਾ ਕਲੋਜ਼ਿੰਗ ਟੈਗ ਲਿਖ ਕੇ ਲਾਸਟ ਵਿੱਚ ਤੁਸੀਂ ਸਿਲੈਕਟ ਟੈਗ ਨੂੰ ਬੰਦ ਕਰ ਦਿਓਗੇ। ਸੋ ਸਿਲੈਕਸ਼ਨ ਲਿਸਟ ਦੀ ਵਰਤੋਂ ਅਸੀਂ ਕਦੋਂ ਕਰਦੇ ਹਾਂ, ਜਦੋਂ ਮੰਨ ਲਓ ਜਿਵੇਂ ਤੁਸੀਂ ਕਈ ਵਾਰ ਵੇਖਿਆ ਹੋਏਗਾ, ਜਦੋਂ ਅਸੀਂ ਆਨਲਾਈਨ ਕਿਸੇ ਵਿਸ਼ੇ ਦਾ ਪੇਪਰ ਭਰਦੇ ਹਾਂ ਤਾਂ ਉਸ ਵਿੱਚ ਤੁਹਾਡੇ ਕੋਲ ਉਸ ਥਾਂ ਦੀ ਚੋਣ ਕੀਤੀ ਜਾਂਦੀ ਹੈ ਲੜੀਵਾਰ ਵੀ ਤੁਸੀਂ ਜਿਹੜਾ ਆਪਣਾ ਐਗਜ਼ਾਮ ਕਿਹੜੀ ਥਾਂ 'ਤੇ ਦੇਣਾ ਚਾਹੁੰਦੇ ਹੋ। ਤਾਂ ਉਸ ਵਿੱਚ ਕਾਫੀ ਸਾਰੇ ਜ਼ਿਲ੍ਹਿਆਂ ਦੇ ਨਾਮ ਹੁੰਦੇ ਆ। ਸੋ ਜਿਹੜੇ ਜ਼ਿਲ੍ਹੇ ਨੂੰ ਤੁਸੀਂ ਪਹਿਲਾਂ ਸਿਲੈਕਟ ਕਰਦੇ ਹੋ ਉੱਥੇ ਤੁਹਾਨੂੰ ਪਹਿਲੀ ਚੋਇਸ ਮਿਲੇਗੀ, ਫਿਰ ਦੂਸਰਾ, ਫਿਰ ਤੀਸਰਾ, ਫਿਰ ਚੌਥਾ, ਇੱਦਾਂ। ਤਾਂ ਇਸ ਤਰ੍ਹਾਂ ਦੀ ਚੋਣ ਦੇ ਲਈ ਅਸੀਂ ਸਿਲੈਕਸ਼ਨ ਲਿਸਟ ਦੀ ਵਰਤੋਂ ਕਰ ਸਕਦੇ ਹਾਂ। ਅੱਗੇ ਸਾਡੇ ਕੋਲ ਇਸ ਦਾ ਪ੍ਰੋਗਰਾਮ ਹੈ। ਸੋ ਖੱਬੇ ਪਾਸੇ ਤੁਸੀਂ ਦੇਖ ਪਾ ਰਹੇ ਹੋ HTML ਹੈਡ ਤੇ ਬੋਡੀ ਟੈਗ ਦੇ ਵਿੱਚ ਸਾਡੇ ਕੋਲ ਫਾਰਮ ਟੈਗ ਆ ਜਿਸ ਵਿੱਚ ਲਿਖਿਆ ਹੋਇਆ ਸਿਲੈਕਟ ਯੂਅਰ ਸਟੇਟ। ਉਸ ਤੋਂ ਬਾਅਦ ਸਾਡੇ ਕੋਲ ਸਿਲੈਕਟ ਦੇ ਵਿੱਚ ਅਸੀਂ
ਇਸ ਦਾ ਨੇਮ ਮੈਂਸ਼ਨ ਕੀਤਾ ਹੈ ਡ੍ਰੌਪ ਡਾਊਨ। ਇੱਕ ਸਾਨੂੰ ਡ੍ਰੌਪ ਡਾਊਨ ਜਿਹੜੀ ਲਿਸਟ ਹੈ ਉਹ ਕੁਝ ਇਸ ਤਰ੍ਹਾਂ ਦੇ ਨਾਲ, ਜਿਵੇਂ ਦੀ ਸੱਜੇ ਪਾਸੇ ਦੇਖ ਪਾ ਰਹੇ ਹੋ ਇਸ ਤਰ੍ਹਾਂ ਦੇ ਨਾਲ ਨਜ਼ਰ ਆਵੇ। ਇਸ ਵਿੱਚ ਅਸੀਂ ਆਪਸ਼ਨ ਵੈਲਿਊ ਦੇ ਵਿੱਚ ਅਸੀਂ ਦਿੱਲੀ ਮੈਂਸ਼ਨ ਕੀਤਾ ਹੈ ਤੇ ਉਹਦਾ ਟਾਈਟਲ ਕੀ ਦਿੱਤਾ ਦਿੱਲੀ। ਉਸੇ ਤਰ੍ਹਾਂ ਨਾਲ ਰਾਜਸਥਾਨ, ਰਾਜਸਥਾਨ ਤੋਂ ਬਾਅਦ ਹਰਿਆਣਾ, ਹਰਿਆਣਾ ਜਿਹੜਾ ਵੈਲਿਊ ਹੈ ਉਸ ਦੀ ਜਿਹੜੀ ਨੇਮ ਆ ਉਹ ਉਰਦੂ ਦਿੱਤਾ ਹੋਇਆ। ਉਸ ਤੋਂ ਬਾਅਦ ਸਿਲੈਕਟ ਫਾਰਮ ਬੋਡੀ ਤੇ HTML ਟੈਗ ਨੂੰ ਬੰਦ ਕਰ ਦਿੱਤਾ ਹੈ ਕਿਉਂਕਿ ਇਹ ਕੰਟੇਨਰ ਟੈਗ ਹੈ। ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਰਨ ਕਰਾਂਗੇ ਜਾਂ ਚਲਾਵਾਂਗੇ ਤਾਂ ਸਾਨੂੰ ਸੱਜੇ ਪਾਸੇ ਦੀ ਸਕਰੀਨ ਦੇ ਵਿੱਚ ਜੋ ਤੁਹਾਨੂੰ ਨਤੀਜਾ ਦਿਖਾਈ ਦੇ ਰਿਹਾ ਹੈ ਤਾਂ ਕੁਝ ਇਸ ਤਰ੍ਹਾਂ ਦੇ ਨਾਲ ਦਿਖਾਈ ਦੇਵੇਗਾ। ਸੋ ਇਹਨਾਂ ਵਿੱਚ ਜਿਹੜੀ ਵੀ ਤੁਸੀਂ ਸਟੇਟ ਦੀ ਚੋਣ ਕਰੋਗੇ ਉਹ ਤੁਹਾਡੇ ਉੱਪਰ ਟੈਕਸਟ ਬਾਕਸ ਵਿੱਚ ਨਜ਼ਰ ਆਵੇਗਾ। ਜਿਵੇਂ ਦਿੱਲੀ ਨੂੰ ਚੁਣਿਆ ਹੋਇਆ ਹੈ ਤਾਂ ਉੱਪਰ ਦਿੱਲੀ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ। ਅੱਗੇ ਸਾਡੇ ਕੋਲ ਆ ਫਾਈਲ ਅਪਲੋਡ ਕੰਟਰੋਲ। ਇਸ ਟੈਗ ਦੀ ਵਰਤੋਂ ਯੂਜ਼ਰ ਵੱਲੋਂ ਫਾਈਲ ਨੂੰ ਅਪਲੋਡ ਕਰਵਾਉਣ ਲਈ ਫਾਈਲ ਅਪਲੋਡ ਕੰਟਰੋਲ ਨੂੰ ਫਾਰਮ ਵਿੱਚ ਪਰਿਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ। ਸੋ ਫਾਈਲ ਅਪਲੋਡ ਕੰਟਰੋਲ ਦੀ ਵਰਤੋਂ ਕਰਕੇ ਤੁਸੀਂ ਕੋਈ ਵੀ ਫਾਈਲ ਜਿਹੜੀ ਹੈ ਉਹ ਆਪਣੇ ਉਸ ਡਾਕੂਮੈਂਟ ਦੇ ਨਾਲ ਜਾਂ ਇਸ ਬਰਾਊਜ਼ ਤੇ ਕਲਿੱਕ ਕਰਕੇ ਤੁਸੀਂ ਆਪਣੀ ਕੋਈ ਵੀ ਫਾਈਲ ਅਟੈਚ ਕਰਕੇ ਵੈਬ ਸਰਵਰ ਤੱਕ ਭੇਜ ਸਕਦੇ ਹੋ। ਸੋ ਇਸ ਨੂੰ ਵੀ ਇਨਪੁਟ ਟੈਗ ਨਾਲ ਵਰਤਿਆ ਜਾਂਦਾ ਹੈ ਅਤੇ ਇਸ ਦੀ ਟਾਈਪ ਐਟਰੀਬਿਊਟ ਦੇ ਮੁੱਲ ਨੂੰ ਫਾਈਲ ਸੈੱਟ ਕੀਤਾ ਜਾਂਦਾ ਹੈ। ਜਿਵੇਂ ਉਦਾਹਰਨ ਵਿੱਚ ਦੇਖ ਪਾ ਰਹੇ ਹਾਂ, ਇਸ ਦਾ ਜਿਹੜਾ ਲੇਬਲ ਅਸੀਂ ਕੀ ਦਿੱਤਾ ਹੈ ਅਪਲੋਡ ਯੂਅਰ ਰਿਜ਼ਿਊਮ। ਇਸ ਤੋਂ ਬਾਅਦ ਇਨਪੁਟ ਟੈਗ ਓਪਨ ਕੀਤਾ ਹੈ, ਟਾਈਪ ਇਸ ਦੀ ਮੈਂਸ਼ਨ ਕੀਤੀ ਹੈ ਫਾਈਲ। ਸੋ ਫਾਈਲ ਅਪਲੋਡ ਕੰਟਰੋਲ ਦੇ ਲਈ ਤੁਸੀਂ ਇਸ ਦਾ ਜਿਹੜਾ ਟਾਈਪ ਆਫ ਫਾਈਲ ਮੈਂਸ਼ਨ ਕਰੋਗੇ ਤਾਂ ਨੇਮ ਇਸ ਟੈਗ ਦਾ ਅਸੀਂ ਰੱਖ ਦਿੰਦੇ ਹਾਂ ਰਿਜ਼ਿਊਮ। ਉਸ ਤੋਂ ਬਾਅਦ ਅਸੀਂ ਇਸ ਟੈਗ ਨੂੰ ਬੰਦ ਕਰ ਦਾਂਗੇ। ਸੋ ਅੱਗੇ ਅਸੀਂ ਇਸ ਦੀ ਉਦਾਹਰਨ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਅਸੀਂ ਹੈਡ HTML ਹੈਡ ਟਾਈਟਲ ਤੇ ਹੈਡ ਟੈਗ ਦਾ ਕਲੋਜ਼ਿੰਗ, ਟਾਈਟਲ ਦਾ ਕਲੋਜ਼ਿੰਗ ਕਰਤਾ। ਉਸ ਤੋਂ ਬਾਅਦ ਅਸੀਂ ਬੋਡੀ ਟੈਗ ਨੂੰ ਵਰਤਿਆ ਹੈ ਜਿਸ ਵਿੱਚ ਅਸੀਂ ਫਾਰਮ ਟੈਗ ਵਰਤਾਂਗੇ। ਫਾਰਮ ਦੇ ਵਿੱਚ ਅਸੀਂ ਲਿਖਿਆ ਅਪਲੋਡ ਯੂਅਰ ਰਿਜ਼ਿਊਮ। ਜਿਵੇਂ ਤੁਸੀਂ ਸੱਜੇ ਪਾਸੇ ਦੇਖ ਪਾ ਰਹੇ ਹੋ ਟਾਈਟਲ ਸੇਮ ਇਸ ਤਰ੍ਹਾਂ ਹੀ ਉੱਥੇ ਮੈਂਸ਼ਨ ਹੋ ਜਾਏਗਾ। ਉਸ ਤੋਂ ਬਾਅਦ ਅਸੀਂ ਇਨਪੁਟ ਟਾਈਪ ਇਸ ਦੀ ਮੈਂਸ਼ਨ ਕੀਤੀ ਹੈ ਫਾਈਲ ਤੇ ਇਸ ਇਨਪੁਟ ਟੈਗ ਦਾ ਅਸੀਂ ਨਾਮ ਰੱਖਿਆ ਹੈ ਨੇਮ ਰਿਜ਼ਿਊਮ। ਸੋ ਜਿਵੇਂ ਤੁਸੀਂ ਸਕਰੀਨ 'ਤੇ ਦੇਖ ਪਾ ਰਹੇ ਹੋ ਚੂਜ਼ ਫਾਈਲ ਦਾ ਜਿਹੜਾ ਆਪਸ਼ਨ ਹੈ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਨਜ਼ਰ ਆਵੇਗਾ। ਜਿਵੇਂ ਹੀ ਅਸੀਂ ਇਸ ਚੂਜ਼ ਫਾਈਲ 'ਤੇ ਕਲਿੱਕ ਕਰਾਂਗੇ ਤਾਂ ਇਹ ਤੁਹਾਡੀ ਕੰਪਿਊਟਰ ਦੀ ਮੈਮਰੀ ਦੇ ਵਿੱਚ ਉਸ ਫਾਈਲ ਦੀ ਚੋਣ ਕਰਨ ਲਈ ਕਹੇਗਾ ਜਿਸ ਨੂੰ ਤੁਸੀਂ ਇਸ ਚੂਜ਼ ਫਾਈਲ ਦੇ ਨਾਲ ਜੋੜ ਕੇ ਵੈਬ ਸਰਵਰ 'ਤੇ ਭੇਜਣਾ ਚਾਹੁੰਦੇ ਹੋ। ਸੋ ਅੱਗੇ ਹੁਣ ਅਸੀਂ ਇੱਕ ਫਾਰਮ ਤਿਆਰ ਕਰਨ ਲਈ ਜਿੰਨੇ ਵੀ ਅਸੀਂ ਇਨਪੁਟ, ਚੈੱਕ ਬਾਕਸ, ਰੇਡੀਓ ਬਟਨ, ਸਬਮਿਟ, ਰੀਸੈਟ ਬਟਨ ਦੇ ਬਾਰੇ ਜਾਣਿਆ ਹੈ ਉਹ ਸਾਰਿਆਂ ਨੂੰ ਅਸੀਂ ਇਸ ਪ੍ਰੋਗਰਾਮ ਵਿੱਚ ਹੁਣ ਵਰਤ ਕੇ ਦੇਖਾਂਗੇ। ਸਭ ਤੋਂ ਪਹਿਲਾਂ ਬੋਡੀ ਟੈਗ ਦੇ ਅੰਦਰ ਫਾਰਮ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਟੈਕਸਟ ਬਟਨ ਵਰਤਿਆ ਜਿਸ ਦਾ ਨਾਮ ਹੈ ਸਟੂਡੈਂਟ ਨੇਮ। ਉਸ ਤੋਂ ਬਾਅਦ ਫਾਦਰ ਨੇਮ ਦੇ ਲਈ ਅਸੀਂ F ਨੇਮ ਵਰਤਿਆ, ਇਸ ਦੀ ਵੀ ਇਨਪੁਟ ਟਾਈਪ ਟੈਕਸਟ ਹੈ। ਉਸ ਤੋਂ ਬਾਅਦ ਅਸੀਂ ਇੱਕ ਚੈੱਕ ਬਾਕਸਿਸ ਵਰਤੇ ਜਿਸ ਵਿੱਚ ਸਾਡੇ ਕੋਲ ਪਹਿਲਾਂ ਹਿੰਦੀ, ਇੰਗਲਿਸ਼, ਮੈਥ, ਸਾਇੰਸ, ਸੋਸ਼ਲ ਸਾਇੰਸ ਨਜ਼ਰ ਆ ਰਿਹਾ। ਉਸ ਤੋਂ ਬਾਅਦ ਅਸੀਂ ਜਿਹੜੇ ਸਬਮਿਟ ਬਟਨ ਤੇ ਰੀਸੈਟ ਬਟਨ ਦੀ ਵਰਤੋਂ ਕੀਤੀ ਹੈ। ਲਾਸਟ ਵਿੱਚ ਅਸੀਂ ਫਾਰਮ ਤੇ ਬੋਡੀ ਟੈਗ ਨੂੰ ਬੰਦ ਕਰ ਦਿੱਤਾ ਹੈ। ਉਸ ਤੋਂ ਬਾਅਦ HTML ਟੈਗ ਵੀ ਬੰਦ ਕਰ ਦਿੱਤਾ ਹੈ। ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਚਲਾ ਕੇ ਦੇਖਾਂਗੇ ਸਾਡੇ ਕੋਲ ਸੱਜੇ ਪਾਸੇ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਇਸ ਤਰ੍ਹਾਂ ਦੇ ਨਾਲ ਸਾਡੀ ਸਕਰੀਨ ਤੇ ਜਿਹੜਾ ਨਤੀਜਾ ਹੈ ਉਹ ਆਵੇਗਾ। ਅੱਗੇ ਸਾਡੇ ਕੋਲ ਆ ਬਟਨ ਨੂੰ ਵੈਬ ਪੇਜ ਤੇ ਕੋਈ ਜਾਣਕਾਰੀ ਕਰਨ ਲਈ ਵਰਤਿਆ ਜਾਂਦਾ ਹੈ ਜਾਂ ਭਰਨ ਲਈ ਵਰਤਿਆ ਜਾਂਦਾ ਹੈ। ਬਟਨ ਦੋ ਤਰ੍ਹਾਂ ਦੇ ਹੁੰਦੇ ਹਨ, ਸਬਮਿਟ ਬਟਨ ਅਤੇ ਰੀਸੈਟ ਬਟਨ। ਸੋ ਅਸੀਂ ਪਿਛਲੇ ਪੇਜਾਂ ਵਿੱਚ ਪੜ੍ਹ ਚੁੱਕੇ ਹਾਂ ਕਿ ਸਬਮਿਟ ਬਟਨ ਦੀ ਵਰਤੋਂ ਅਸੀਂ ਉਦੋਂ ਕਰਦੇ ਹਾਂ ਜਦੋਂ ਅਸੀਂ ਆਪਣੇ ਵੈਬ ਪੇਜ ਤੋਂ ਵੈਬ ਸਰਵਰ ਤੱਕ ਕੁਝ ਸੂਚਨਾ ਨੂੰ ਭੇਜਣਾ ਚਾਹੁੰਦੇ ਹਾਂ। ਰੀਸੈਟ ਬਟਨ ਦੀ ਵਰਤੋਂ ਅਸੀਂ ਉਦੋਂ ਕਰਦੇ ਹਾਂ ਜਦੋਂ ਅਸੀਂ ਕੋਈ ਫਾਰਮ ਵਿੱਚ ਕੁਝ ਡਾਟਾ ਭਰਿਆ ਹੋਇਆ ਤਾਂ ਸਾਨੂੰ ਲੱਗਦਾ ਹੈ ਵੀ ਅਸੀਂ ਉਹ ਡਾਟੇ ਨੂੰ ਬਦਲਣਾ ਹੈ ਤਾਂ ਅਸੀਂ ਦੁਬਾਰਾ ਰੀਸੈਟ ਬਟਨ 'ਤੇ ਕਲਿੱਕ ਕਰਕੇ ਉਹ ਸਾਰਾ ਜਿਹੜਾ ਫਾਰਮ ਦੇ ਵਿੱਚ ਜਿਹੜਾ ਡਾਟਾ ਭਰਿਆ ਹੋਇਆ ਉਸ ਨੂੰ ਰੀਸੈਟ ਬਟਨ ਦੀ ਵਰਤੋਂ ਕਰਦੇ ਹੋਏ ਮਿਟਾ ਸਕਦੇ ਹਾਂ। ਅੱਗੇ ਅਸੀਂ ਸਬਮਿਟ ਬਟਨ ਬਾਰੇ ਜਾਣਾਂਗੇ। ਸੋ ਸਬਮਿਟ ਬਟਨ ਦੀ ਵਰਤੋਂ ਫਾਰਮ ਵਿੱਚ ਭਰੇ ਡਾਟੇ ਨੂੰ ਸਰਵਰ 'ਤੇ ਭੇਜਣ ਲਈ ਕੀਤੀ ਜਾਂਦੀ ਹੈ। ਅਸੀਂ ਇਸ ਬਟਨ 'ਤੇ ਕੋਈ ਵੀ ਲੇਬਲ ਲਗਾ ਸਕਦੇ ਹਾਂ। ਇਸ ਦੇ ਦੋ ਐਟਰੀਬਿਊਟ ਹੁੰਦੇ ਹਨ, ਟਾਈਪ ਵਿੱਚ ਸਬਮਿਟ ਕੀਤੀ ਜਾਣ ਵਾਲੀ ਜਾਣਕਾਰੀ ਹੁੰਦੀ ਹੈ ਅਤੇ ਵੈਲਿਊ ਸਬਮਿਟ ਬਟਨ ਦਾ ਨਾਂ ਪਰਿਭਾਸ਼ਿਤ ਕਰਦਾ ਹੈ। ਜਿਵੇਂ ਕਿ ਥੱਲੇ ਉਦਾਹਰਨ ਵਿੱਚ ਤੁਸੀਂ ਦੇਖ ਪਾ ਰਹੇ ਹੋ। ਸੋ ਇਸ ਦੀ ਅਸੀਂ ਟਾਈਪ ਲਿਖਾਂਗੇ ਬਟਨ ਤੋਂ ਬਾਅਦ ਇਸ ਦੀ ਟਾਈਪ ਲਿਖਾਂਗੇ ਸਬਮਿਟ, ਵੈਲਿਊ ਵੀ ਸਬਮਿਟ ਆਏਗਾ। ਵੈਲਿਊ ਵਿੱਚ ਤੁਸੀਂ ਕੁਝ ਵੀ ਮੈਂਸ਼ਨ ਕਰ ਸਕਦੇ ਹੋ ਜੋ ਤੁਹਾਨੂੰ ਸੂਟੇਬਲ ਲੱਗੇ। ਉਸ ਤੋਂ ਬਾਅਦ ਲਾਸਟ ਵਿੱਚ ਅਸੀਂ ਇਸ ਟੈਗ ਨੂੰ ਬੰਦ ਕਰਕੇ ਇਸ ਦਾ ਲੇਬਲ ਦੇ ਦਾਂਗੇ ਸਬਮਿਟ। ਸੋ ਉਸ ਬਟਨ 'ਤੇ ਕੀ ਲਿਖਿਆ ਹੋਇਆ ਨਜ਼ਰ ਆਵੇ ਸਬਮਿਟ।
ਅੱਗੇ ਹੁਣ ਅਸੀਂ ਦੂਸਰਾ ਬਟਨ ਪੜਾਂਗੇ ਰੀਸੈਟ ਬਟਨ। ਰੀਸੈਟ ਬਟਨ ਫਾਰਮ ਦੀਆਂ ਸਾਰੀਆਂ ਐਂਟਰੀਆਂ ਨੂੰ ਮਿਟਾ ਦਿੰਦਾ ਹੈ ਤਾਂ ਜੇ ਯੂਜ਼ਰ ਗਲਤੀ ਹੋਣ ਤੇ ਜਾਂ ਆਪਣਾ ਵਿਚਾਰ ਬਦਲਣ ਤੇ ਦੁਬਾਰਾ ਡਾਟਾ ਐਂਟਰ ਕਰ ਸਕੇ। ਇਸ ਦੇ ਵੀ ਦੋ ਐਟਰੀਬਿਊਟ ਹੁੰਦੇ ਹਨ, ਟਾਈਪ ਅਤੇ ਵੈਲਿਊ। ਉਦਾਹਰਨ ਦੇ ਲਈ ਬਟਨ ਟਾਈਪ ਅਸੀਂ ਲਿਖਾਂਗੇ ਰੀਸੈਟ, ਜਿਵੇਂ ਸਬਮਿਟ 'ਚ ਅਸੀਂ ਸਬਮਿਟ ਲਿਖਿਆ ਸੀਗਾ, ਟਾਈਪ 'ਚ ਅਸੀਂ ਲਿਖਾਂਗੇ ਰੀਸੈਟ ਬਟਨ 'ਤੇ ਲਿਖਾਂਗੇ ਰੀਸੈਟ। ਸੋ ਵੈਲਿਊ ਵੀ ਰੀਸੈਟ, ਉਸ ਤੋਂ ਬਾਅਦ ਲਾਸਟ ਅਸੀਂ ਰੀਸੈਟ ਇਸ ਦਾ ਨੇਮ ਮੈਂਸ਼ਨ ਕਰ ਦਾਂਗੇ। ਸੋ ਹੁਣ ਅਸੀਂ ਇਹਨਾਂ ਦੋਵੇਂ ਬਟਨਾਂ ਨੂੰ ਵਰਤ ਕੇ ਦੇਖ ਲੈਂਦੇ ਹਾਂ। ਜਿਵੇਂ ਕਿ ਦੇਖ ਪਾ ਰਹੇ ਹੋ, ਹੈਡ HTML ਹੈਡ ਬੋਡੀ ਟੈਗ, ਉਸ ਤੋਂ ਬਾਅਦ ਅਸੀਂ ਫਾਰਮ ਵਰਤਿਆ। ਸਭ ਤੋਂ ਪਹਿਲਾਂ ਅਸੀਂ ਲਿਖਿਆ ਹੈ ਇਨਪੁਟ ਟਾਈਪ ਬਰਾਬਰ ਡਬਲ ਕੋਮਿਆਂ 'ਚ ਸਬਮਿਟ, ਨੇਮ ਵੀ ਸਬਮਿਟ, ਵੈਲਿਊ ਸਾਡੇ ਕੋਲ ਸਬਮਿਟ। ਉਸ ਤੋਂ ਬਾਅਦ ਦੂਸਰਾ ਬਟਨ ਅਸੀਂ ਵਰਤਿਆ ਹੈ ਇਨਪੁਟ ਟਾਈਪ ਇਕੁਅਲ ਟੂ ਰੀਸੈਟ, ਨੇਮ ਵੀ ਰੀਸੈਟ, ਵੈਲਿਊ ਵੀ ਰੀਸੈਟ। ਫਾਰਮ ਟੈਗ ਬੋਡੀ ਟੈਗ HTML ਟੈਗ ਨੂੰ ਬੰਦ ਕਰ ਦਿੱਤਾ ਹੈ। ਜਦੋਂ ਅਸੀਂ ਇਸ ਪ੍ਰੋਗਰਾਮ ਚਲਾਵਾਂਗੇ, ਸਾਡੇ ਕੋਲ ਸੱਜੇ ਪਾਸੇ ਜਿਹੜੀ ਸਕਰੀਨ 'ਤੇ ਤੁਸੀਂ ਦੇਖ ਪਾ ਰਹੇ ਹੋ, ਦੋ ਬਟਨ ਕੁਝ ਇਸ ਤਰ੍ਹਾਂ ਦੇ ਨਾਲ ਨਜ਼ਰ ਆਉਣਗੇ, ਸਬਮਿਟ ਅਤੇ ਰੀਸੈਟ। ਅੱਗੇ ਸਾਡੇ ਕੋਲ HTML ਵਿੱਚ ਮਲਟੀਮੀਡੀਆ। ਸੋ ਮਾਰਕਿਓ ਟੈਗ ਦੇ ਬਾਰੇ ਅਸੀਂ ਹੁਣ ਜਾਣਾਂਗੇ। ਇਸ ਟੈਗ ਦੀ ਵਰਤੋਂ ਟੈਕਸਟ ਜਾਂ ਚਿੱਤਰ ਨੂੰ ਖੱਬੇ ਤੋਂ ਸੱਜੇ, ਸੱਜੇ ਤੋਂ ਖੱਬੇ, ਉੱਪਰ ਤੋਂ ਹੇਠਾਂ ਵੱਲ ਜਾਂ ਹੇਠਾਂ ਤੋਂ ਉੱਪਰ ਵੱਲ ਨੂੰ ਮੂਵ ਜਾਂ ਗਤੀਮਾਨ ਕਰਨ ਲਈ ਅਸੀਂ ਇਸ ਮਾਰਕਿਓ ਟੈਗ ਦੀ ਵਰਤੋਂ ਕਰ ਸਕਦੇ ਹਾਂ। ਸੋ ਜਿਵੇਂ ਤੁਸੀਂ ਕਈ ਵਾਰ ਕਿਸੇ ਵੈਬਸਾਈਟ ਨੂੰ ਖੋਲ੍ਹਿਆ ਹੋਵੇਗਾ ਤਾਂ ਤੁਸੀਂ ਕਈ ਵਾਰ ਨੋਟ ਕੀਤਾ ਹੋਵੇਗਾ ਵੀ ਉੱਥੇ ਜਿੱਦਾਂ ਤੁਸੀਂ ਕਿਸੇ ਨਿਊਜ਼ਪੇਪਰ ਦੀ ਜੇਕਰ ਅਸੀਂ ਗੱਲ ਕਰ ਲਈਏ ਤਾਂ ਨਿਊਜ਼ਪੇਪਰ ਦੇ ਹਮੇਸ਼ਾ ਉਸਦੇ ਹੇਠਾਂ ਕੁਝ ਨਾ ਕੁਝ ਜਿਹੜੀ ਖਬਰ ਹੈ ਉਹ ਸੱਜੇ ਤੋਂ ਖੱਬੇ ਪਾਸੇ ਵੱਲ ਨੂੰ ਜਾ ਰਹੀ ਹੁੰਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਟੈਕਸਟ ਨੂੰ ਗਤੀਮਾਨ ਕਰਨ ਲਈ ਮਾਰਕਿਓ ਟੈਗ ਦੀ ਵਰਤੋਂ ਕਰ ਸਕਦੇ ਹੋ। ਸੋ ਅੱਗੇ ਅਸੀਂ ਹੁਣ ਮਾਰਕਿਓ ਟੈਗ ਦੇ ਵੱਖ-ਵੱਖ ਐਟਰੀਬਿਊਟ ਬਾਰੇ ਜਾਣਾਂਗੇ, ਜਿਸ ਵਿੱਚ ਸਾਡੇ ਕੋਲ ਜਿਵੇਂ ਤੁਸੀਂ ਟੇਬਲ ਵੀ ਦੇਖ ਪਾ ਰਹੇ ਹੋ, ਇਸ ਵਿੱਚ ਸਾਡੇ ਕੋਲ ਐਟਰੀਬਿਊਟ ਦਾ ਨਾਮ, ਕੰਮ, ਸਿੰਟੈਕਸ ਅਤੇ ਉਦਾਹਰਨ। ਤਾਂ ਅਸੀਂ ਮਾਰਕਿਓ ਟੈਗ ਦੇ ਜਿਹੜੇ ਐਟਰੀਬਿਊਟ ਹੈ ਇਹਨਾਂ ਨੂੰ ਵਰਤ ਕੇ ਜਾਣ ਕੇ ਇਹ ਦੇਖਾਂਗੇ ਕਿ ਅਸੀਂ ਇਹਨਾਂ ਨੂੰ ਕਿਵੇਂ ਮਾਰਕਿਓ ਟੈਗ ਵਿੱਚ ਵਰਤ ਸਕਦੇ ਹਾਂ। ਇਸ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਹੈ BG ਕਲਰ। ਸੋ BG ਕਲਰ ਨਾਂ ਤੋਂ ਪਰਿਭਾਸ਼ਿਤ ਹੋ ਰਿਹਾ। BG ਦਾ ਮਤਲਬ ਬੈਕਗਰਾਊਂਡ ਕਲਰ। ਸੋ ਜੋ ਵੀ ਟੈਕਸਟ ਹੈ ਉਸ ਦੀ ਜਿਹੜੀ ਬੈਕਗਰਾਊਂਡ ਹੈ ਉਸ 'ਤੇ ਕਿਹੜਾ ਕਲਰ ਲਗਾਉਣਾ ਹੈ, ਉਸ ਦੇ ਲਈ ਅਸੀਂ BG ਕਲਰ ਦੀ ਵਰਤੋਂ ਕਰਾਂਗੇ। ਸੋ ਇਹ ਐਟਰੀਬਿਊਟ ਟੈਕਸਟ ਲਈ ਬੈਕਗਰਾਊਂਡ ਰੰਗ ਪਰਿਭਾਸ਼ਿਤ ਕਰਦਾ ਹੈ। ਇਸ ਨੂੰ ਵਰਤਣ ਦਾ ਸਿੰਟੈਕਸ ਹੈ ਲੈਫਟ ਐਂਗਲ ਬ੍ਰੈਕਟ ਮਾਰਕਿਓ ਸਪੇਸ ਦੇ ਕੇ BG ਕਲਰ ਬਰਾਬਰ ਡਬਲ ਕੋਡ ਵਿੱਚ ਅਸੀਂ ਕਲਰ ਲਿਖਾਂਗੇ। ਕਲਰ ਤੁਸੀਂ ਕੋਈ ਵੀ ਦੇ ਸਕਦੇ ਹੋ, ਰੈੱਡ, ਗਰੀਨ, ਬਲਿਊ, ਮੈਜੈਂਟਾ, ਨੇਵੀ ਬਲਿਊ। ਜਿਵੇਂ ਤੁਸੀਂ ਸੱਜੇ ਪਾਸੇ ਉਦਾਹਰਨ ਦੇਖ ਪਾ ਰਹੇ ਹੋ, ਮਾਰਕਿਓ BG ਕਲਰ ਬਰਾਬਰ ਡਬਲ ਕੋਮੇ ਵਿੱਚ ਅਸੀਂ ਰੈੱਡ ਜਿਹੜਾ ਕਲਰ ਹੈ ਉਹ ਮੈਂਸ਼ਨ ਕਰਕੇ ਰਾਈਟ ਐਂਗਲ ਬ੍ਰੈਕਟ ਨੂੰ ਬੰਦ ਕਰ ਦਿੱਤਾ ਹੈ। ਉਸ ਤੋਂ ਬਾਅਦ ਹੈ ਡਾਇਰੈਕਸ਼ਨ ਦੱਸਦਾ ਹੈ ਜੋ ਟੈਕਸਟ ਦੀ ਦਿਸ਼ਾ ਹੈ ਉਹ ਕੀ ਹੋਏਗੀ। ਸੋ ਇਹ ਐਟਰੀਬਿਊਟ ਟੈਕਸਟ ਦੀ ਦਿਸ਼ਾ ਨਿਰਧਾਰਿਤ ਕਰਦਾ ਹੈ, ਜਿਵੇਂ ਕਿ ਖੱਬੇ, ਵਿਚਕਾਰ, ਉੱਪਰ ਜਾਂ ਹੇਠਾਂ। ਮਤਲਬ ਟੈਕਸਟ ਤੁਹਾਡਾ ਉਹ ਖੱਬੇ ਪਾਸੇ ਵੱਲ ਨੂੰ ਜਾਣਾ ਚਾਹੀਦਾ ਹੈ ਜਾਂ ਵਿਚਕਾਰ ਹੀ ਰਵੇ ਜਾਂ ਉੱਪਰ ਵੱਲ ਜਾਵੇ ਜਾਂ ਹੇਠਾਂ ਵੱਲ ਆਵੇ। ਜਿੱਧਰ ਵੀ ਤੁਸੀਂ ਆਪਣੇ ਟੈਕਸਟ ਨੂੰ ਘੁਮਾਉਣਾ ਚਾਹੁੰਦੇ ਹੋ ਉਸ ਨੂੰ ਡਾਇਰੈਕਸ਼ਨ ਐਟਰੀਬਿਊਟ ਦੀ ਵਰਤੋਂ ਕਰਕੇ ਤੁਸੀਂ ਉਸ ਦਿਸ਼ਾ ਨਿਰਧਾਰਿਤ ਕਰ ਸਕਦੇ ਹੋ। ਇਸ ਨੂੰ ਵਰਤਣ ਦਾ ਸਿੰਟੈਕਸ ਹੈ ਲੈਫਟ ਐਂਗਲ ਬ੍ਰੈਕਟ ਮਾਰਕਿਓ ਡਾਇਰੈਕਸ਼ਨ ਇਕੁਅਲ ਟੂ ਡਬਲ ਕੋਮੇ ਤੁਸੀਂ ਸਾਈਡ ਲਿਖ ਦੋਗੇ। ਸਾਈਡ ਹੋਏ ਤੁਹਾਡਾ ਲੈਫਟ, ਰਾਈਟ, ਸੈਂਟਰ, ਅਪ ਜਾਂ ਡਾਊਨ, ਇਹ ਜਿਹੜੀਆਂ ਪ੍ਰੋਪਰਟੀਆਂ ਤੁਸੀਂ ਮੈਂਸ਼ਨ ਕਰ ਸਕਦੇ ਹੋ। ਉਸ ਤੋਂ ਬਾਅਦ ਤੀਸਰਾ ਹੈ ਹਾਈਟ। ਇਹ ਐਟਰੀਬਿਊਟ ਟੈਕਸਟ ਦੀ ਉਚਾਈ ਨੂੰ ਪਿਕਸਲ ਵਿੱਚ ਪਰਿਭਾਸ਼ਿਤ ਕਰਦਾ ਹੈ। ਸੋ ਤੁਸੀਂ ਆਪਣਾ ਜਿਹੜਾ ਟੈਕਸਟ ਹੈ ਉਸ ਦੀ ਹਾਈਟ ਕਿੰਨੀ ਰੱਖਣੀ ਹੈ, ਉਚਾਈ, ਉਹਨਾਂ ਨੂੰ ਤੁਸੀਂ ਪਿਕਸਲ ਵਿੱਚ ਜਾਂ ਪਰਸੈਂਟੇਜ ਵਿੱਚ ਦੇ ਸਕਦੇ ਹੋ। 50%, 70%, 80%, 100%, ਜਿੰਨੇ ਵੀ ਤੁਸੀਂ ਉਸ ਦੀ ਉਚਾਈ ਸੈੱਟ ਕਰਨਾ ਚਾਹੁੰਦੇ ਹੋ ਉਸ ਨੂੰ ਤੁਸੀਂ ਇਸਦਾ ਸਿੰਟੈਕਸ ਮਾਰਕਿਓ ਹਾਈਟ ਇਕੁਅਲ ਟੂ ਡਬਲ ਕੋਟ 'ਚ ਪਿਕਸਲ ਜਾਂ ਪਰਸੈਂਟੇਜ, ਜੋ ਵੀ ਜਿੰਨਾ ਵੀ ਤੁਸੀਂ ਉਹਦੀ ਉਚਾਈ ਰੱਖਣੀ ਹੈ ਉਸ ਨੂੰ ਪਿਕਸਲ ਜਾਂ ਪਰਸੈਂਟੇਜ ਵਿੱਚ ਤੁਸੀਂ ਦਰਸਾ ਸਕਦੇ ਹੋ। ਉਸ ਤੋਂ ਬਾਅਦ ਹੈ ਇਸ ਦਾ ਅਗਲਾ ਐਟਰੀਬਿਊਟ ਵਿਡਥ ਦੱਸਦਾ ਹੈ ਕਿ ਇਹ ਐਟਰੀਬਿਊਟ ਟੈਕਸਟ ਦੀ ਚੌੜਾਈ ਨੂੰ ਪਿਕਸਲ ਵਿੱਚ ਪਰਿਭਾਸ਼ਿਤ ਕਰਦਾ ਹੈ। ਇਸ ਨੂੰ ਵਰਤਣ ਦਾ ਸਿੰਟੈਕਸ ਹੈ ਮਾਰਕਿਓ ਸਪੇਸ ਦੇ ਕੇ ਵਿਡਥ ਬਰਾਬਰ ਪਿਕਸਲ ਜਾਂ ਪਰਸੈਂਟੇਜ। ਸੋ ਇਸ ਨੂੰ ਵੀ ਤੁਸੀਂ ਹਾਈਟ ਦੀ ਤਰ੍ਹਾਂ ਇਹ ਜਿਹੜੀ ਵਿਡਥ ਆ ਉਹ ਸੈੱਟ ਕਰ ਸਕਦੇ ਹੋ। ਅਗਲਾ ਸਾਡੇ ਕੋਲ ਹੈ ਬਿਹੇਵੀਅਰ। ਸੋ ਇਹ ਐਟਰੀਬਿਊਟ ਟੈਕਸਟ ਦੀ ਸਕਰੋਲਿੰਗ ਨੂੰ ਪਰਿਭਾਸ਼ਿਤ ਕਰਦਾ ਹੈ। ਜੇਕਰ ਟੈਕਸਟ ਦੇ 3 ਮੁੱਲ ਹੋਣ ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਜੇਕਰ ਅਸੀਂ ਪਹਿਲਾਂ ਸਿੰਟੈਕਸ ਪੜ੍ਹ ਲੈਂਦੇ ਮਾਰਕਿਓ ਬਿਹੇਵੀਅਰ ਬਰਾਬਰ ਵੈਲਿਊ। ਸੋ ਜੇਕਰ ਇਸ ਦੀ ਜਿਹੜੀ ਵੈਲਿਊ ਹੈ ਉਹ ਸਾਡੇ ਕੋਲ 3 ਹੋ ਸਕਦੀਆਂ, ਪਹਿਲਾ ਸਕਰੋਲ, ਦੂਸਰਾ ਅਲਟਰਨੇਟ
ਤੀਸਰਾ ਹੈ ਸਲਾਈਡ। ਸੋ ਜੇਕਰ ਅਸੀਂ ਇਸ ਦੀ ਜਿਹੜੀ ਮੁੱਲ ਹੈ ਉਹ ਸਕਰੋਲ ਸੈੱਟ ਕਰਦੇ ਹਾਂ ਤਾਂ ਇਹ ਉਸ ਨੂੰ ਲਗਾਤਾਰਤਾ ਵਿੱਚ ਸਕਰੋਲ ਕਰਦਾ ਹੈ। ਦੂਸਰਾ ਹੈ ਅਲਟਰਨੇਟ। ਅਲਟਰਨੇਟ ਹੋਣ 'ਤੇ ਟੈਕਸਟ ਨੂੰ ਖੱਬੇ ਫਿਰ ਸੱਜੇ ਵੱਲ ਮੂਵ ਕਰਦਾ ਹੈ। ਸੋ ਅਲਟਰਨੇਟ ਦੇ ਵਿੱਚ ਕੀ ਹੋਏਗਾ, ਜਿਹੜਾ ਤੁਹਾਡਾ ਟੈਕਸਟ ਹੈ ਉਹ ਇੱਕ ਸਕਰੀਨ ਦੇ ਵਿੱਚ ਹੀ ਕਦੀ ਖੱਬੇ ਪਾਸੇ ਨੂੰ ਜਾਏਗਾ, ਖੱਬੇ ਪਾਸੇ ਵੱਲ ਦੀ ਸਕਰੀਨ 'ਤੇ ਟਕਰਾ ਕੇ ਫਿਰ ਸੱਜੇ ਪਾਸੇ ਵੱਲ ਨੂੰ ਆ ਜਾਏਗਾ। ਪਰ ਜੇਕਰ ਤੁਸੀਂ ਸਕਰੋਲ ਕਰਦੇ ਹੋ ਤਾਂ ਟੈਕਸਟ ਤੁਹਾਡਾ ਸੱਜੇ ਪਾਸੇ ਉਹ ਆਏਗਾ ਅਤੇ ਖੱਬੇ ਪਾਸੇ ਵੱਲ ਨੂੰ ਚਲਾ ਜਾਏਗਾ। ਲਾਸਟ ਸਾਡੇ ਕੋਲ ਸਲਾਈਡ। ਤਾਂ ਸਲਾਈਡ ਹੋਣ 'ਤੇ ਟੈਕਸਟ ਵੈਬ ਪੇਜ ਦੇ ਖੱਬੇ ਜਾਂ ਸੱਜੇ ਵੱਲ ਲੈ ਕੇ ਜਾਂਦਾ ਹੈ। ਜਿਵੇਂ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਵੇਖ ਪਾ ਰਹੇ ਹੋ, ਅਸੀਂ ਸਭ ਤੋਂ ਪਹਿਲਾਂ ਇੱਕ ਮਾਰਕੀਟ ਟੈਗ ਯੂਜ਼ ਕੀਤਾ ਜਿਸ ਦਾ ਬਿਹੇਵੀਅਰ ਅਸੀਂ ਯੂਜ਼ ਕੀਤਾ ਸਕਰੋਲ। ਉਸ ਦੀ ਉਚਾਈ ਸੈੱਟ ਕੀਤੀ ਹੈ 50। ਸਕਰੋਲ ਅਮਾਊਂਟ ਮਤਲਬ ਉਹ ਕਿੰਨੀ ਹੌਲੀ ਜਾਂ ਕਿੰਨੀ ਤੇਜ਼ ਉਹ ਆਪਣੀ ਸਕਰੀਨ 'ਤੇ ਸੱਜੇ ਤੋਂ ਖੱਬੇ ਵੱਲ ਨੂੰ ਜਾਵੇ। ਜਿਵੇਂ ਕਿ ਅਸੀਂ ਇਸ ਜਗ੍ਹਾ ਇਸ ਦੀ ਵੈਲਿਊ ਸੈੱਟ ਕੀਤੀ ਹੈ 20। ਜੇਕਰ ਤੁਸੀਂ ਇਸ ਦੀ ਵੈਲਿਊ 20 ਤੋਂ 15 ਕਰ ਦਿੰਦੇ ਹੋ ਤਾਂ ਜਿਵੇਂ ਤੁਸੀਂ ਇੱਥੇ ਮੂਵ ਕਰਦਾ ਵੇਖ ਰਹੇ ਹੋ, ਪਹਿਲਾਂ ਮਾਰਕੀਟ ਟੈਗ ਵਿਦ ਸਲਾਈਡ ਸਕਰੋਲ ਬਿਹੇਵੀਅਰ ਜਿੱਦਾਂ ਮੈਸੇਜ ਲਿਖਿਆ ਹੋਇਆ, ਅਤੇ ਇਸ ਜਿਹੜੀ ਸਪੀਡ ਹੈ ਉਹ ਥੋੜ੍ਹੀ ਘੱਟ ਜਾਵੇਗੀ। ਉਸ ਤੋਂ ਬਾਅਦ ਅਗਲਾ ਟੈਗ ਜੇ ਅਸੀਂ ਯੂਜ਼ ਕੀਤਾ ਇਸ ਵਿੱਚ ਮਾਰਕਿਓ, ਜਿਸ ਦੀ ਬਿਹੇਵੀਅਰ ਆਪਾਂ ਯੂਜ਼ ਕੀਤੀ ਹੈ ਸਲਾਈਡ। ਤਾਂ ਸਲਾਈਡ ਵਿੱਚ ਅਸੀਂ ਕੀਤਾ ਜੀ ਸਕਰੋਲ ਅਮਾਊਂਟ ਯੂਜ਼ ਕੀਤੀ ਹੈ 20, ਹਾਈਟ ਉਹਦੀ ਸੈੱਟ ਕੀਤੀ ਅਸੀਂ 50। ਠੀਕ ਹੈ, ਅਤੇ ਇਸ ਤਰ੍ਹਾਂ ਜਿਹੜਾ ਤੁਸੀਂ ਦੇਖ ਪਾ ਰਹੇ ਹੋ, ਇਹਨੂੰ ਵੱਡੀ ਕਰਕੇ ਵੇਖਦੇ ਹਾਂ। ਆਹ ਜਿਹੜਾ ਟੈਗ ਹੈ ਉਹ ਇੱਕ ਵਾਰ ਮੂਵ ਕਰਨ ਤੋਂ ਬਾਅਦ ਵਿਚਕਾਰ ਆ ਕੇ ਰੁਕ ਗਿਆ ਹੈ। ਉਸ ਤੋਂ ਬਾਅਦ ਅਸੀਂ ਅਗਲਾ ਟੈਗ ਯੂਜ਼ ਕਰਾਂਗੇ ਮਾਰਕਿਓ ਬਿਹੇਵੀਅਰ। ਅਗਲੀ ਪ੍ਰੋਪਰਟੀ ਹੈ ਸਾਡੇ ਕੋਲ ਅਲਟਰਨੇਟ। ਤਾਂ ਬਿਹੇਵੀਅਰ ਅਸੀਂ ਇਹ ਪ੍ਰੋਪਰਟੀ ਯੂਜ਼ ਕੀਤੀ ਹੈ ਅਲਟਰਨੇਟ। ਅਲਟਰਨੇਟ ਪ੍ਰੋਪਰਟੀ ਕੀ ਕਰ ਰਹੀ ਹੈ, ਜਿਵੇਂ ਤੁਸੀਂ ਇਹ ਦੇਖ ਰਹੇ ਹੋ, ਤੁਹਾਡਾ ਟੈਕਸਟ ਹੈ ਜਿਹੜੇ ਤੁਹਾਡੇ ਬਰਾਊਜ਼ਰ ਦੀ ਵਿੰਡੋ ਦੀ ਸਕਰੀਨ ਹੈ ਉਹ ਇਹਦੇ ਖੱਬੇ ਸੱਜੇ ਟਕਰਾ ਕੇ ਇਸ ਸਕਰੀਨ ਦੇ ਵਿੱਚ ਹੀ ਮੂਵ ਕਰਦਾ ਰਹੇਗਾ। ਸੈਕਿੰਡ ਲਾਸਟ ਅਸੀਂ ਜਿਹੜਾ ਮਾਰਕੀਟ ਟੈਗ ਯੂਜ਼ ਕੀਤਾ ਹੈ ਉਸ ਵਿੱਚ ਅਸੀਂ ਇਸਦੀ ਡਾਇਰੈਕਸ਼ਨ ਯੂਜ਼ ਕੀਤੀ ਹੈ ਅਪ। ਇਹ ਕੀ ਕਰੇਗਾ, ਥੱਲੋਂ ਟੈਕਸਟ ਜਿਹੜਾ ਉੱਪਰ ਨੂੰ ਮੂਵ ਕਰੇਗਾ, ਜਿਵੇਂ ਕਿ ਤੁਸੀਂ ਸਕਰੀਨ 'ਤੇ ਦੇਖ ਪਾ ਰਹੇ ਹੋ। ਮਾਰਕੀਟ ਟੈਗ ਵਿਦ ਅਪ ਬਿਹੇਵੀਅਰ। ਇਹਦੀ ਸਕਰੋਲ ਅਮਾਊਂਟ ਅਸੀਂ ਯੂਜ਼ ਕੀਤੀ ਹੈ 10। ਜੇਕਰ ਤੁਸੀਂ ਇਹਨੂੰ ਘਟਾਉਂਦੇ ਹੋ ਤਾਂ ਟੈਕਸਟ ਉਨਾ ਹੀ ਹੌਲੀ ਹੌਲੀ ਉੱਪਰ ਨੂੰ ਮੂਵ ਕਰੇਗਾ। ਜੇਕਰ ਤੁਸੀਂ 10 ਤੋਂ ਜਿਹੜੀ ਵੈਲਿਊ ਹੈ ਉਹ ਵਧਾ ਦਿੰਦੇ ਹੋ ਤਾਂ ਟੈਕਸਟ ਤੁਹਾਡਾ ਉਨਾ ਹੀ ਤੇਜ਼ੀ ਨਾਲ ਉੱਪਰ ਨੂੰ ਵਧੇਗਾ। ਲਾਸਟ ਸਾਡੇ ਕੋਲ ਮਾਰਕਿਓ ਡਾਇਰੈਕਸ਼ਨ ਆਪਾਂ ਸੈੱਟ ਕੀਤੀ ਹੈ ਡਾਊਨ। ਤਾਂ ਡਾਊਨ ਕੀ ਕਰੇਗਾ, ਉੱਪਰੋਂ ਦੀ ਟੈਕਸਟ ਜਿਹੜਾ ਵਾ ਉਹ ਥੱਲੇ ਨੂੰ ਮੂਵ ਕਰੇਗਾ। ਅਤੇ ਇਸਦੀ ਅਸੀਂ ਹਾਈਟ ਸੈੱਟ ਕੀਤੀ ਹੈ 200, ਸਕਰੋਲ ਅਮਾਊਂਟ ਸੈੱਟ ਕੀਤੀ ਹੈ 10। ਲਾਸਟ ਅਸੀਂ ਮਾਰਕਿਓ ਟੈਗ ਨੂੰ ਬੰਦ ਕਰ ਦੇਵਾਂਗੇ। ਹੁਣ ਡਾਊਨ ਟੈਗ ਨੂੰ ਅਸੀਂ ਬਰਾਊਜ਼ਰ ਦੀ ਸਕਰੀਨ ਵੱਡੀ ਕਰਕੇ ਵੇਖ ਲੈਂਦੇ ਹਾਂ। ਜਿਵੇਂ ਤੁਸੀਂ ਆਹ ਦੇਖ ਰਹੇ ਹੋ, ਇਹ ਟੈਕਸਟ ਉੱਪਰੋਂ ਦੀ ਡਾਊਨ ਵੱਲ ਨੂੰ ਆ ਰਿਹਾ ਹੈ। ਇਸ ਤਰ੍ਹਾਂ ਅਸੀਂ ਮਾਰਕੀਟ ਟੈਗ ਦੀਆਂ ਵੱਖ-ਵੱਖ ਐਟਰੀਬਿਊਟ ਰਾਹੀਂ ਇਸ ਦੀ ਪ੍ਰੋਪਰਟੀ ਸੈੱਟ ਕਰਕੇ ਜਿਵੇਂ ਅਸੀਂ ਆਪਣੇ ਵੈਬ ਪੇਜ ਵਿੱਚ ਟੈਕਸਟ ਨੂੰ ਮੂਵ ਕਰਾਉਣਾ ਚਾਹੁੰਦੇ ਹਾਂ ਮੂਵ ਕਰਵਾ ਸਕਦੇ ਹਾਂ। ਅਗਲਾ ਸਾਡੇ ਕੋਲ ਹੈ ਵੈਬ ਪੇਜ ਵਿੱਚ ਆਡੀਓ ਫਾਈਲ ਨੂੰ ਜੋੜਨਾ। ਸੋ ਆਡੀਓ ਟੈਗ ਰਾਹੀਂ ਅਸੀਂ ਆਪਣੇ ਵੈਬ ਪੇਜ ਵਿੱਚ ਆਡੀਓ ਗਾਣਾ ਲਗਾ ਸਕਦੇ ਹਾਂ। ਸੋ ਆਡੀਓ ਟੈਗ ਦੇ ਨਾਲ ਅਸੀਂ ਸਰਚ ਐਟਰੀਬਿਊਟ ਦੀ ਵਰਤੋਂ ਆਡੀਓ ਫਾਈਲ ਦੀ ਲੋਕੇਸ਼ਨ ਦੇਣ ਲਈ ਵੀ ਕਰਦੇ ਹਾਂ। ਸੋ ਇਸ ਨੂੰ ਵਰਤਣ ਦਾ ਜਿਹੜੀ ਉਦਾਹਰਨ ਉਹ ਹੇਠਾਂ ਹੈ। ਸਭ ਤੋਂ ਪਹਿਲਾਂ ਲੈਫਟ ਐਂਗਲ ਬ੍ਰੈਕਟ ਆਡੀਓ ਸਪੇਸ ਦੇ ਕੇ SRC ਸੋਰਸ ਨੂੰ ਦਰਸਾ ਰਿਹਾ ਹੈ ਕਿ ਜਿਹੜੀ ਫਾਈਲ ਤੁਹਾਡੀ ਆਡੀਓ ਜਿਸ ਨੂੰ ਤੁਸੀਂ ਆਪਣੇ ਵੈਬ ਪੇਜ 'ਚ ਲਗਾਉਣਾ ਚਾਹੁੰਦੇ ਹੋ ਉਸਦਾ ਜਿਹੜਾ ਪਾਥ ਹੈ ਉਹ ਕੀ ਹੋਏਗਾ, ਉਹ ਸਾਰਾ ਅਸੀਂ ਡਬਲ ਕੋਮਿਆਂ ਵਿੱਚ ਮੈਂਸ਼ਨ ਕਰਾਂਗੇ। ਲਾਸਟ ਵਿੱਚ ਕੰਟਰੋਲਸ, ਉਸ ਤੋਂ ਬਾਅਦ ਰਾਈਟ ਐਂਗਲ ਬ੍ਰੈਕਟ। ਸੋ ਜਿਵੇਂ ਕਿ ਤੁਸੀਂ ਹੁਣ ਇਸ ਚਿੱਤਰ ਵਿੱਚ ਫਾਈਲ 'ਚ ਦੇਖ ਪਾ ਰਹੇ ਹੋ, ਖੱਬੇ ਪਾਸੇ ਅਸੀਂ HTML ਹੈਡ ਅਤੇ ਟਾਈਟਲ ਟੈਗ ਅਤੇ ਇਹਨਾਂ ਨੂੰ ਸਾਰੇ ਟੈਗ ਨੂੰ ਵਰਤਿਆ ਹੈ। ਉਸ ਤੋਂ ਬਾਅਦ ਅਸੀਂ ਬੋਡੀ ਟੈਗ ਦੇ ਵਿੱਚ ਆਡੀਓ ਕੰਟਰੋਲ ਲਿਖਿਆ ਹੈ। ਸੋਰਸ ਦੇ ਵਿੱਚ ਅਸੀਂ ਆਪਣੀ ਜਿਹੜੀ ਆਡੀਓ ਫਾਈਲ ਹੈ ਉਸਦਾ ਪੂਰਾ ਪਾਥ ਮੈਂਸ਼ਨ ਕਰ ਦਿੱਤਾ ਹੈ। ਲਾਸਟ ਵਿੱਚ ਅਸੀਂ ਟਾਈਪ ਇਸ ਦੀ ਦਰਸਾਈ ਹੈ ਆਡੀਓ ਔਰ MP3। ਉਸ ਤੋਂ ਬਾਅਦ ਅਸੀਂ ਆਡੀਓ ਨੂੰ ਟੈਗ ਨੂੰ ਬੰਦ ਕਰ ਦਿੱਤਾ ਹੈ। ਲਾਸਟ ਵਿੱਚ ਅਸੀਂ ਇੱਕ ਪੈਰਾਗ੍ਰਾਫ ਟੈਗ ਦੀ ਵਰਤੋਂ ਕਰਕੇ ਇੱਕ ਪੈਰਾਗ੍ਰਾਫ ਦਿੱਤਾ ਹੈ, ਕਲਿੱਕ ਅਬਵ ਟੂ ਪਲੇ ਟੂ ਮਿਊਜ਼ਿਕ। ਸੋ ਜਿਵੇਂ ਹੀ ਅਸੀਂ ਉੱਪਰ ਦਿੱਤੇ ਹੋਏ ਪਲੇ ਬਟਨ 'ਤੇ ਕਲਿੱਕ ਕਰਾਂਗੇ ਤਾਂ ਜਿਹੜਾ ਵੀ ਸਾਊਂਡ ਫਾਈਲ ਅਸੀਂ ਇਸ ਦੇ ਨਾਲ ਜੋੜੀ ਹੋਈ ਹੈ ਤਾਂ ਇਹ ਪਲੇ ਹੋਣਾ ਸ਼ੁਰੂ ਹੋ ਜਾਵੇਗੀ। ਅੱਗੇ ਸਾਡੇ ਕੋਲ ਵੈਬ ਪੇਜ ਵਿੱਚ ਕਿਸੇ ਵੀਡੀਓ ਫਾਈਲ ਨੇ ਜੋੜਨਾ।
ਸੋ ਵੀਡੀਓ ਟੈਗ ਰਾਹੀਂ ਅਸੀਂ ਆਪਣੇ ਵੈਬ ਪੇਜ ਵਿੱਚ ਵੀਡੀਓ ਗਾਣਾ ਲਗਾ ਸਕਦੇ ਹਾਂ। ਵੀਡੀਓ ਟੈਗ ਦੇ ਨਾਲ ਅਸੀਂ SRC ਐਟਰੀਬਿਊਟ ਦੀ ਵਰਤੋਂ ਵੀਡੀਓ ਫਾਈਲ ਦੀ ਲੋਕੇਸ਼ਨ ਦੇਣ ਲਈ ਕਰਦੇ ਹਾਂ। ਸੋ ਜਿਵੇਂ ਤੁਸੀਂ ਹੇਠਾਂ ਦੇਖ ਪਾ ਰਹੇ ਹੋ, ਹੁਣ ਵੀਡੀਓ ਟੈਗ ਵਰਤਣੇ ਇਸ ਲਈ ਇਸ ਦਾ ਲੇਬਲ ਕੀ ਹੋਏਗਾ, ਵੀਡੀਓ ਸਪੇਸ ਦੇ ਕੇ ਵਿਡਥ ਦੱਸ ਰਿਹਾ ਹੈ ਵੀ ਜਿਹੜੀ ਵੀਡੀਓ ਦੀ ਸਕਰੀਨ ਹੈ ਉਸ ਦੀ ਵਿਡਥ ਮਤਲਬ ਚੌੜਾਈ ਕਿੰਨੀ ਹੋਏਗੀ ਅਤੇ ਹਾਈਟ ਜਿਹੜੀ ਹੈ ਉਹ ਕਿੰਨੀ ਹੋਵੇਗੀ। ਲਾਸਟ ਵਿੱਚ ਕੰਟਰੋਲਸ ਤੇ ਰਾਈਟ ਐਂਗਲ ਬ੍ਰੈਕਟ ਨੂੰ ਬੰਦ ਕਰ ਦਾਂਗੇ। ਉਸ ਤੋਂ ਬਾਅਦ ਥੱਲੇ ਆ ਸੋਰਸ ਵਿੱਚ ਅਸੀਂ SRC ਵਿੱਚ ਇਸ ਫਾਈਲ ਦਾ ਪਾਥ ਲਿਖਾਂਗੇ ਵੀ ਫਾਈਲ ਤੁਹਾਡੇ ਕੰਪਿਊਟਰ ਵਿੱਚ ਕਿੱਥੇ ਮੌਜੂਦ ਹੈ। ਤਾਂ ਉਸ ਦੀ ਪੂਰੀ ਜਿਹੜੀ ਲੋਕੇਸ਼ਨ ਹੈ ਉਹ ਅਸੀਂ ਇਸ ਵਿੱਚ ਲਿਖ ਦਾਂਗੇ। ਲਾਸਟ ਵਿੱਚ ਟਾਈਪ ਇਕੁਅਲ ਟੂ ਵੀਡੀਓ ਔਰ MP4। ਤਾਂ ਫਾਈਲ ਜਿਹੜੀ ਕਿਸਮ ਹੈ ਉਹ ਕੀ ਹੈ ਉਹ ਤੁਸੀਂ ਇਸ ਤਰ੍ਹਾਂ ਨਾਲ ਲਿਖ ਕੇ ਲਾਸਟ ਵਿੱਚ ਵੀਡੀਓ ਟੈਗ ਨੂੰ ਅਸੀਂ ਬੰਦ ਕਰ ਦੇਵਾਂਗੇ। ਤੁਸੀਂ ਦੇਖ ਪਾ ਰਹੇ ਹੋ ਇਸ ਫਾਈਲ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ HTML ਹੈਡ ਟਾਈਟਲ ਅਤੇ ਹੈਡ ਟੈਗ ਨੂੰ ਦੇ ਕਲੋਜ਼ਿੰਗ ਟੈਗ ਲਗਾਏ ਹੈ। ਫਿਰ ਉਸ ਤੋਂ ਬਾਅਦ ਬੋਡੀ ਟੈਗ ਤੋਂ ਬਾਅਦ ਅਸੀਂ ਵੀਡੀਓ ਟੈਗ ਵਰਤਿਆ। ਵੀਡੀਓ ਟੈਗ ਵਿੱਚ ਅਸੀਂ ਇਸ ਵੀਡੀਓ ਦੀ ਜਿਹੜੀ ਚੌੜਾਈ ਹੈ 320 ਦਰਸਾਈ ਹੈ ਅਤੇ ਹਾਈਟ 240 ਦਰਸਾਈ ਹੈ। ਉਸ ਤੋਂ ਬਾਅਦ ਕੰਟਰੋਲਸ ਜਿਹੜੇ ਹੋ ਸਕਦੇ ਆ, ਪਲੇ, ਪੋਜ਼, ਤਾਂ ਸਾਰੇ ਕੰਟਰੋਲ ਇੱਥੇ ਆ ਜਾਣਗੇ। ਉਸ ਤੋਂ ਬਾਅਦ ਸੋਰਸ ਵਿੱਚ ਅਸੀਂ ਇਸ ਫਾਈਲ ਦਾ ਪੂਰਾ ਪਾਥ ਦਿੱਤਾ ਹੈ। ਲਾਸਟ ਵਿੱਚ ਅਸੀਂ ਇਸ ਫਾਈਲ ਦੀ ਟਾਈਪ ਲਿਖੀ ਹੋਈ ਹੈ ਵੀਡੀਓ ਔਰ MP4। ਲਾਸਟ ਵਿੱਚ ਵੀਡੀਓ ਟੈਗ ਨੂੰ ਬੰਦ ਕਰਕੇ ਤੇ ਲਾਸਟ ਵਿੱਚ ਅਸੀਂ ਇੱਕ ਪੈਰਾ ਟੈਗ ਵਰਤਿਆ ਹੈ, ਕਲਿੱਕ ਅਬਵ ਟੂ ਪਲੇ ਟੂ ਮਿਊਜ਼ਿਕ। ਲਾਸਟ ਅਸੀਂ ਬੋਡੀ ਟੈਗ ਤੇ HTML ਟੈਗ ਨੂੰ ਵੀ ਬੰਦ ਕਰ ਦਿੱਤਾ ਹੈ। ਸੋ ਜਿਵੇਂ ਹੀ ਅਸੀਂ ਹੁਣ ਸੱਜੇ ਪਾਸੇ ਸਕਰੀਨ ਦੇਖ ਪਾ ਰਹੇ ਹਾਂ, ਸਾਡੇ ਕੋਲ ਇਸ ਵੀਡੀਓ ਦਾ ਜਿਹੜਾ ਆਈਕਨ ਹੈ ਕੁਝ ਇਸ ਤਰ੍ਹਾਂ ਦੇ ਨਾਲ ਪ੍ਰਦਰਸ਼ਿਤ ਹੋਏਗਾ। ਸੋ ਜਿਵੇਂ ਅਸੀਂ ਵੀਡੀਓ ਤੇ ਲੱਗੇ ਪਲੇ ਬਟਨ 'ਤੇ ਕਲਿੱਕ ਕਰਾਂਗੇ ਤਾਂ ਸਾਡੀ ਜਿਹੜੀ ਵੀਡੀਓ ਹੈ ਉਹ ਪਲੇ ਹੋਣਾ ਸ਼ੁਰੂ ਹੋ ਜਾਏਗੀ। ਬੱਚਿਓ, ਹੁਣ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਕਿ ਅਸੀਂ ਆਪਣੀ ਇਸ ਵੀਡੀਓ ਲਿੰਕ ਫਾਈਲ ਨੂੰ ਓਪਨ ਕੀਤਾ ਹੋਇਆ। ਹੁਣ ਇਹਦੇ ਵਿੱਚ ਜਿਹੜਾ ਟੈਕਸਟ ਅਸੀਂ ਪੈਰਾਗ੍ਰਾਫ ਦਿੱਤਾ ਹੈ ਉਹ 'ਤੇ ਲਿਖਿਆ ਹੋਇਆ ਕਲਿੱਕ ਅਬਵ ਟੂ ਪਲੇ ਟੂ ਮਿਊਜ਼ਿਕ। ਹੁਣ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਪਲੇ ਦਾ ਬਟਨ ਨਜ਼ਰ ਆ ਰਿਹਾ ਤੇ ਕੰਟਰੋਲ ਪ੍ਰੋਪਰਟੀ ਸੈੱਟ ਕਰਕੇ ਹੀ ਇਹ ਕੰਟਰੋਲ ਦਾ ਬਟਨ ਇੱਥੇ ਨਜ਼ਰ ਆ ਪਾ ਰਿਹਾ। ਹੁਣ ਇਸ ਵਿੱਚ ਤੁਸੀਂ ਇਹਦੀ ਟਾਈਮਲਾਈਨ ਦੇਖ ਸਕਦੇ ਹੋ ਕਿ ਤੁਸੀਂ ਵੀਡੀਓ ਨੂੰ ਕਿਸ ਟਾਈਮਲਾਈਨ ਤੋਂ ਰਨ ਕਰਨਾ ਹੈ। ਲਾਸਟ ਵਿੱਚ ਇਸ ਦੇ ਇੱਕ ਫੁੱਲ ਸਕਰੀਨ ਦਾ ਬਟਨ ਹੈ, ਇੱਥੇ ਕਲਿੱਕ ਕਰਕੇ ਤੁਸੀਂ ਵੀਡੀਓ ਨੂੰ ਪੂਰੀ ਸਕਰੀਨ 'ਤੇ ਵੱਡਾ ਕਰ ਸਕਦੇ ਹੋ ਜਾਂ ਦੁਬਾਰਾ ਕਲਿੱਕ ਕਰਕੇ ਇਸ ਨੂੰ ਛੋਟਾ ਕਰ ਸਕਦੇ ਹੋ। ਹੁਣ ਅਸੀਂ ਇਸ ਵੀਡੀਓ ਨੂੰ ਚਲਾ ਕੇ ਦੇਖ ਲੈਂਦੇ ਹਾਂ। ਤੇ ਦੁਬਾਰਾ ਅਸੀਂ ਇਸ ਪੋਜ਼ ਬਟਨ ਤੇ ਕਲਿੱਕ ਕਰਕੇ ਵੀਡੀਓ ਨੂੰ ਪੋਜ਼ ਵੀ ਕਰ ਸਕਦੇ ਹਾਂ। ਸੋ ਬੱਚੇ, ਹੁਣ ਅਸੀਂ HTML ਫੰਡਾਮੈਂਟਲ ਭਾਗ 2 ਪਾਠ ਦਾ ਅਭਿਆਸ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਕੋਲ ਹੈ ਬਹੁ ਚੋਣਵੇਂ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਫਾਰਮ ਕਿਸ ਕੰਮ ਲਈ ਵਰਤਿਆ ਜਾਂਦਾ ਹੈ। ਸਾਡੇ ਕੋਲ ਦੇ ਆਪਸ਼ਨ ਹੈ ਈਮੇਲ ਦੇ ਕੰਟੈਂਟ ਡਿਸਪਲੇ ਕਰਨ ਲਈ, ਐਨੀਮੇਸ਼ਨ ਇਫੈਕਟ ਨੂੰ ਡਿਸਪਲੇ ਕਰਨ ਲਈ, ਤੀਸਰਾ ਹੈ ਯੂਜ਼ਰ ਤੋਂ ਇਨਪੁਟ ਲੈਣ ਲਈ, ਜਾਂ ਚੌਥਾ ਹੈ ਕੋਈ ਨਹੀਂ। ਸਾਡੇ ਕੋਲ ਸਹੀ ਉੱਤਰ ਹੈ ਫਾਰਮ ਯੂਜ਼ਰ ਤੋਂ ਇਨਪੁਟ ਲੈਣ ਲਈ ਵਰਤਿਆ ਜਾਂਦਾ ਹੈ। ਦੂਸਰੀ ਸਾਡੇ ਕੋਲ ਬਹੁਤ ਚੋਣਵੇਂ ਪ੍ਰਸ਼ਨ ਹੈ ਨਿਮਨਲਿਖਤ ਵਿੱਚੋਂ ਕਿਹੜੀ ਸਭ ਤੋਂ ਵੱਧ ਆਮ ਤੌਰ ਤੇ ਵਰਤੀ ਜਾਣ ਵਾਲੀ HTTP ਵਿਧੀ ਹੈ। ਸਾਡੇ ਕੋਲ ਦੇ ਆਪਸ਼ਨ ਹੈ ਪ੍ਰੀ ਅਤੇ ਪੋਸਟ, ਗੈਟ ਅਤੇ ਸੈਟ, ਆਸਕ ਅਤੇ ਰਿਪਲਾਈ, ਤੇ ਲਾਸਟ ਹੈ ਗੈਟ ਅਤੇ ਪੋਸਟ। ਸੋ ਨਿਮਨਲਿਖਤ ਵਿੱਚੋਂ ਗੈਟ ਅਤੇ ਪੋਸਟ ਸਭ ਤੋਂ ਵੱਧ ਆਮ ਤੌਰ ਤੇ ਵਰਤੀ ਜਾਣ ਵਾਲੀ HTTP ਵਿਧੀ ਹੈ। ਤੀਸਰਾ ਸਾਡੇ ਕੋਲ ਬਹੁਤ ਚੋਣਵੇਂ ਪ੍ਰਸ਼ਨ ਹੈ ਕੀ ਇੱਕ ਵੈਬ ਪੇਜ ਵਿੱਚ ਲਿੰਕ ਸਥਾਪਿਤ ਕੀਤਾ ਜਾ ਸਕਦਾ ਹੈ। ਤਾਂ ਸਾਡੇ ਕੋਲ ਜੋ ਆਪਸ਼ਨ ਹੈ ਹਾਂ, ਨਹੀਂ, ਸਿਰਫ ਫਰੇਮ ਵਿੱਚ ਜਾਂ ਕੋਈ ਨਹੀਂ। ਤਾਂ ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਇੱਕ ਵੈਬ ਪੇਜ ਵਿੱਚ ਇੱਕ ਲਿੰਕ ਸਥਾਪਿਤ ਕੀਤਾ ਜਾ ਸਕਦਾ ਹੈ, ਹਾਂ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਇੱਕ HTML ਫਾਰਮ ਇੱਕ ਵੈਬ ਪੇਜ ਦਾ ਹਿੱਸਾ ਹੈ ਜਿਸ ਵਿੱਚ ਉਹ ਸਥਾਨ ਸ਼ਾਮਲ ਹਨ ਜਿੱਥੇ ਕਿ ਪਹਿਲਾ ਆਪਸ਼ਨ ਹੈ ਜਾਣਕਾਰੀ ਨੂੰ ਉਪਭੋਗਤਾ ਦੁਆਰਾ ਫੀਡ ਕੀਤਾ ਜਾਂਦਾ ਹੈ ਅਤੇ ਵੈਬ ਸਰਵਰ 'ਤੇ ਭੇਜ ਦਿੱਤਾ ਜਾਂਦਾ ਹੈ, ਦੋਵੇਂ ਊੜਾ ਅਤੇ ਐੜਾ ਜਾਂ ਕੋਈ ਨਹੀਂ। ਤਾਂ ਸਾਡੇ ਕੋਲ ਇਸਦਾ ਸਹੀ ਉੱਤਰ ਹੈ ਇੱਕ HTML ਫਾਰਮ ਇੱਕ ਵੈਬ ਪੇਜ ਦਾ ਹਿੱਸਾ ਹੈ ਜਿਸ ਵਿੱਚ ਉਹ ਸਥਾਨ ਸ਼ਾਮਲ ਹਨ ਜਿੱਥੇ ਕਿ ਜਾਣਕਾਰੀ ਨੂੰ ਉਪਭੋਗਤਾ ਦੁਆਰਾ ਫੀਡ ਕੀਤਾ ਜਾਂਦਾ ਹੈ ਅਤੇ ਵੈਬ ਸਰਵਰ 'ਤੇ ਭੇਜ ਦਿੱਤਾ ਜਾਂਦਾ ਹੈ, ਯਾਨੀ ਕਿ ਦੋਵੇਂ ਊੜਾ ਅਤੇ ਐੜਾ। ਅੱਗੇ ਸਾਡੇ ਕੋਲ ਪੰਜਵਾਂ ਪੁਆਇੰਟ ਹੈ ਕਿਹੜਾ ਟੈਗ ਅਤੇ ਇੱਕ ਸਿੰਗਲ ਇਨਪੁਟ ਆਊਟਪੁੱਟ ਵਿੱਚ ਟੈਕਸਟ ਦੀਆਂ ਬਹੁਤੀਆਂ ਲਾਈਨਾਂ ਨੂੰ ਅਨੁਮਤੀ ਦੇਣ ਲਈ ਵਰਤਿਆ ਜਾਂਦਾ ਹੈ। ਸਾਡੇ ਕੋਲ ਇਸਦੇ ਆਪਸ਼ਨ ਹੈ ਟੈਕਸਟ ਏਰੀਆ, ਚੈੱਕ ਬਾਕਸ, ਰੇਡੀਓ ਬਟਨ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਟੈਕਸਟ ਏਰੀਆ ਟੈਗ
ਅਤੇ ਇੱਕ ਸਿੰਗਲ ਇਨਪੁਟ ਆਊਟ ਆਈਟਮ ਵਿੱਚ ਟੈਕਸਟ ਦੀਆਂ ਬਹੁਤੀਆਂ ਲਾਈਨਾਂ ਨੂੰ ਅਨੁਮਤੀ ਦੇਣ ਲਈ ਵਰਤਿਆ ਜਾਂਦਾ ਹੈ। ਅੱਗੇ ਸਾਡੇ ਕੋਲ ਖਾਲੀ ਥਾਂ ਭਰੋ। ਪਹਿਲੀ ਖਾਲੀ ਥਾਂ ਹੈ ਡੈਸ਼ ਟੈਗ ਨੂੰ ਕਿਸੇ ਵੈਬ ਪੇਜ ਤੇ ਇੱਕ ਲਿੰਕ ਬਣਾਉਣ ਲਈ ਵਰਤਿਆ ਜਾਂਦਾ ਹੈ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਐਂਕਰ ਟੈਗ। ਦੂਸਰਾ ਹੈ ਡੈਸ਼ ਦਾ ਉਪਯੋਗ ਵੈਬ ਸਰਵਰ ਵਿੱਚ ਜਾਣਕਾਰੀ ਨੂੰ ਭਰਨ ਲਈ ਕੀਤਾ ਜਾਂਦਾ ਹੈ। ਤੇ ਸਾਡੇ ਕੋਲ ਸਹੀ ਉੱਤਰ ਹੈ FTP ਫਾਈਲ ਟ੍ਰਾਂਸਫਰ ਪ੍ਰੋਟੋਕੋਲ। ਤੀਸਰਾ ਸਾਡੇ ਕੋਲ ਡੈਸ਼ ਦੀ ਵਰਤੋਂ ਵੈਬ ਸਰਵਰ ਵਿੱਚ ਜਾਣਕਾਰੀ ਨੂੰ ਭਰਨ ਲਈ ਕੀਤੀ ਜਾਂਦੀ ਹੈ। ਸਾਡੇ ਕੋਲ ਸਹੀ ਉੱਤਰ ਹੈ ਫਾਰਮ। ਚੌਥਾ ਹੈ ਇੱਕ ਫਾਰਮ ਵਿੱਚ ਕਈ ਵਿਕਲਪ ਚੁਣਨ ਲਈ ਅਸੀਂ ਡੈਸ਼ ਦੀ ਵਰਤੋਂ ਕਰ ਸਕਦੇ ਹਾਂ। ਸਾਡੇ ਕੋਲ ਇਸਦਾ ਹੈ ਚੈੱਕ ਬਾਕਸ। ਇੱਕ ਫਾਰਮ ਵਿੱਚ ਕਈ ਵਿਕਲਪ ਚੁਣਨ ਲਈ ਅਸੀਂ ਚੈੱਕ ਬਾਕਸ ਦੀ ਵਰਤੋਂ ਕਰ ਸਕਦੇ ਹਾਂ। ਪੰਜਵਾਂ ਪੁਆਇੰਟ ਹੈ ਫਾਰਮ ਤੋਂ ਸਾਰੇ ਵਿਕਲਪਾਂ ਨੂੰ ਸਾਫ਼ ਕਰਨ ਲਈ ਅਸੀਂ ਡੈਸ਼ ਬਟਨ ਦੀ ਵਰਤੋਂ ਕਰ ਸਕਦੇ ਹਾਂ। ਸਾਡੇ ਕੋਲ ਇਸਦਾ ਸਹੀ ਉੱਤਰ ਹੈ ਰੀਸੈਟ ਬਟਨ ਦੀ ਵਰਤੋਂ ਕਰਕੇ ਅਸੀਂ ਫਾਰਮ ਦੇ ਵਿੱਚ ਸਾਰੇ ਵਿਕਲਪਾਂ ਨੂੰ ਸਾਫ਼ ਕਰ ਸਕਦੇ ਹਾਂ। ਅੱਗੇ ਸਾਡੇ ਕੋਲ ਸਹੀ ਗਲਤ। ਇੱਕ ਅਨਵਿਜ਼ਿਟਡ ਲਿੰਕ ਅੰਡਰਲਾਈਨ ਹੁੰਦਾ ਹੈ ਅਤੇ ਇਸ ਦਾ ਰੰਗ ਨੀਲਾ ਹੁੰਦਾ ਹੈ। ਸਹੀ। ਸੋ ਅੱਗੇ ਸਾਡੇ ਕੋਲ ਦੂਸਰਾ ਪੁਆਇੰਟ ਹੈ ਇਨਪੁਟ ਟਾਈਪ ਇਕੁਅਲ ਟੂ ਡਬਲ ਕੋਡ 'ਚ ਪਾਸਵਰਡ ਟੈਕਸਟ ਬਾਕਸ ਵਿੱਚ ਸਟਾਰ ਦਿਖਾਏਗਾ। ਸਹੀ। ਤੀਸਰਾ ਹੈ ਸਿਲੈਕਸ਼ਨ ਲਿਸਟ ਡ੍ਰੌਪ ਡਾਊਨ ਲਿਸਟ ਨੂੰ ਦਰਸਾਉਣ ਲਈ ਵਰਤੀਆਂ ਜਾਂਦੀਆਂ ਹਨ। ਸਹੀ। ਅੱਗੇ ਸਾਡੇ ਕੋਲ ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ। ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਕਿਸੇ ਵੈਬ ਪੇਜ ਨੂੰ ਲਿੰਕ ਕਰਨ ਲਈ ਕਿਹੜਾ ਟੈਗ ਵਰਤਿਆ ਜਾਂਦਾ? ਇਹ ਸਾਡੇ ਕੋਲ ਐਂਕਰ ਟੈਗ। ਦੂਸਰਾ ਹੈ ਜਦੋਂ ਇੱਕ ਫਾਰਮ ਨੂੰ ਸਬਮਿਟ ਕੀਤਾ ਜਾਂਦਾ ਹੈ ਤਾਂ ਕਿਹੜਾ ਐਟਰੀਬਿਊਟ ਇਹ ਪਰਿਭਾਸ਼ਿਤ ਕਰਦਾ ਹੈ ਕਿ ਫਾਰਮ ਡਾਟਾ ਕਿੱਥੇ ਭੇਜਣਾ ਹੈ? ਐਕਸ਼ਨ ਐਟਰੀਬਿਊਟ। ਤੀਸਰਾ ਹੈ ਇਹ ਵਿਧੀ ਉਪਭੋਗਤਾ ਦੁਆਰਾ URL ਪਾਥ ਦੀ ਵਰਤੋਂ ਕਰਕੇ ਫੀਡ ਡਾਟਾ ਨੂੰ ਇਨਕੋਡ ਕਰਨ ਲਈ ਵਰਤੀ ਜਾਂਦੀ ਹੈ ਅਤੇ ਸਰਵਰ ਨੂੰ ਭੇਜੀ ਜਾਂਦੀ ਹੈ। ਸੋ ਇਸ ਨੂੰ ਗੈਟ ਮੈਥਡ ਕਿਹਾ ਜਾਂਦਾ ਹੈ। ਚੌਥਾ ਪ੍ਰਸ਼ਨ ਹੈ ਦਿੱਤੇ ਗਏ ਵੈਬ ਪੰਨੇ ਤੇ ਕੁਝ ਜਾਣਕਾਰੀ ਭਰਨ ਲਈ ਕੀ ਵਰਤਿਆ ਜਾਂਦਾ ਹੈ? ਤੇ ਇਸ ਦੇ ਲਈ ਅਸੀਂ ਬਟਨ ਦੀ ਵਰਤੋਂ ਕਰਦੇ ਹਾਂ। ਅੱਗੇ ਸਾਡੇ ਕੋਲ ਛੋਟੇ ਉੱਤਰ ਵਾਲੇ ਪ੍ਰਸ਼ਨ ਹੈ। ਪਹਿਲਾ ਪ੍ਰਸ਼ਨ ਹੈ ਹਾਈਪਰਲਿੰਕ ਕੀ ਹੁੰਦਾ ਹੈ? ਸਾਡੇ ਕੋਲ ਇਸ ਦਾ ਉੱਤਰ ਹੈ ਹਾਈਪਰਲਿੰਕ ਨੂੰ ਲਿੰਕ ਜਾਂ ਹਾਈਪਰਟੈਕਸਟ ਲਿੰਕ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਕਰਕੇ ਇੱਕ ਦਸਤਾਵੇਜ਼ ਨੂੰ ਟੈਕਸਟ ਜਾਂ ਚਿੱਤਰ ਰਾਹੀਂ ਇੱਕ ਜਾਂ ਇੱਕ ਤੋਂ ਜ਼ਿਆਦਾ ਵੈਬ ਪੇਜਾਂ ਨਾਲ ਜੋੜਿਆ ਜਾ ਸਕਦਾ ਹੈ। ਵੈਬ ਬਰਾਊਜ਼ਰ ਹਾਈਪਰਲਿੰਕ ਨੂੰ ਨੀਲੇ ਰੰਗ ਵਿੱਚ ਪ੍ਰਦਰਸ਼ਿਤ ਕਰਦਾ ਹੈ ਅਤੇ ਇਸ ਦੇ ਹੇਠਾਂ ਲਾਈਨ ਖਿੱਚਦਾ ਹੈ। ਹਾਈਪਰਲਿੰਕ ਰਾਹੀਂ ਇੱਕ ਵੈਬਸਾਈਟ ਦੇ ਵੱਖ-ਵੱਖ ਵੈਬ ਪੇਜਾਂ ਵਿਚਕਾਰ ਲਿੰਕਿੰਗ ਕੀਤੀ ਜਾਂਦੀ ਹੈ। ਦੂਸਰਾ ਪ੍ਰਸ਼ਨ ਹੈ ਐਂਕਰ ਟੈਗ ਕੀ ਹੁੰਦਾ ਹੈ? ਉਦਾਹਰਨ ਦੇ ਨਾਲ ਸਮਝਾਓ। ਸੋ ਐਂਕਰ ਟੈਗ ਇਹ ਕਿਸੇ ਵੈਬ ਪੇਜ ਤੇ ਇੱਕ ਲਿੰਕ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਦਾ ਸ਼ੁਰੂਆਤੀ ਟੈਗ ਲੈਫਟ ਐਂਗਲ ਬ੍ਰੈਕਟ A ਰਾਈਟ ਐਂਗਲ ਬ੍ਰੈਕਟ ਕਲੋਜ਼ ਅਤੇ ਅਖੀਰਲਾ ਟੈਗ ਲੈਫਟ ਐਂਗਲ ਬ੍ਰੈਕਟ /A ਰਾਈਟ ਐਂਗਲ ਬ੍ਰੈਕਟ ਹੁੰਦਾ ਹੈ। ਵੈਬ ਪੇਜ ਵਿੱਚ ਉਹ ਲਿੰਕ ਜਿਸ ਉੱਤੇ ਕਲਿੱਕ ਨਾ ਕੀਤਾ ਗਿਆ ਹੋਵੇ ਅਤੇ ਅੰਡਰਲਾਈਨ ਅਤੇ ਨੀਲੇ ਰੰਗ ਦਾ ਦਿਖਾਈ ਦਿੰਦਾ ਹੈ ਅਤੇ ਉਹ ਲਿੰਕ ਜਿਸ ਉੱਤੇ ਕਲਿੱਕ ਕੀਤਾ ਜਾ ਚੁੱਕਿਆ ਹੋਵੇ ਅਤੇ ਅੰਡਰਲਾਈਨ ਹੋਵੇ ਉਸ ਦਾ ਰੰਗ ਬੈਂਗਨੀ ਕਲਰ ਦਾ ਹੁੰਦਾ ਹੈ। ਸੋ ਐਂਕਰ ਟੈਗ ਨੂੰ ਵਰਤਣ ਦਾ ਜਿਹੜਾ ਸਾਡੇ ਕੋਲ ਸਿੰਟੈਕਸ ਹੈ ਉਹ ਹੈ ਲੈਫਟ ਐਂਗਲ ਬ੍ਰੈਕਟ A ਸਪੇਸ ਦੇ ਕੇ ਹਰੀਫ ਬਰਾਬਰ ਡਬਲ ਕੋਡ 'ਚ ਅਸੀਂ URL ਲਿਖਾਂਗੇ। URL ਤੁਹਾਡੀ ਵੈਬਸਾਈਟ ਦਾ ਐਡਰੈਸ ਹੋਏਗਾ ਜਾਂ ਕਿਸੇ ਵੈਬ ਪੇਜ ਐਡਰੈਸ ਹੋਏਗਾ। ਉਸ ਤੋਂ ਬਾਅਦ ਡਬਲ ਕੋਡ ਬੰਦ ਰਾਈਟ ਐਂਗਲ ਬ੍ਰੈਕਟ ਬੰਦ। ਉਸ ਤੋਂ ਬਾਅਦ ਲਿੰਕ ਟੈਕਸਟ ਵਿੱਚ ਤੁਸੀਂ ਉਹ ਟੈਕਸਟ ਦੇਣਾ ਹੈ ਜਿਸ ਉੱਪਰ ਨੀਲੇ ਅੱਖਰ ਆਉਣ, ਮਤਲਬ ਜਿਸ ਟੈਕਸਟ ਦੇ ਉੱਪਰ ਤੁਸੀਂ ਲਿੰਕ ਲਗਾਉਣਾ ਚਾਹੁੰਦੇ ਹੋ ਉਹ ਤੁਸੀਂ ਟੈਕਸਟ ਇੱਥੇ ਲਿਖੋਗੇ। ਉਸ ਤੋਂ ਬਾਅਦ ਲੈਫਟ ਐਂਗਲ ਬ੍ਰੈਕਟ /A ਰਾਈਟ ਐਂਗਲ ਬ੍ਰੈਕਟ। ਇਸ ਤਰ੍ਹਾਂ ਤੁਸੀਂ ਐਂਕਰ ਟੈਗ ਦਾ ਕਲੋਜ਼ਿੰਗ ਟੈਗ ਲਗਾ ਦੋਗੇ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਫਾਰਮ ਕੀ ਹੁੰਦਾ ਹੈ? ਫਾਰਮ ਵੈਬ ਪੇਜ ਦਾ ਉਹ ਖੇਤਰ ਹੁੰਦਾ ਹੈ ਜਿਸ ਵਿੱਚ ਯੂਜ਼ਰ ਜਾਣਕਾਰੀ ਭਰਦਾ ਹੈ ਅਤੇ ਵੈਬ ਪੇਜ ਦੇ ਪ੍ਰਕਾਸ਼ਕਾਂ ਨੂੰ ਭੇਜਦਾ ਹੈ। ਇਸ ਜਾਣਕਾਰੀ ਵਿੱਚ ਫੀਡਬੈਕ, ਪਰਸਨਲ ਜਾਣਕਾਰੀ, ਸੰਦੇਸ਼, ਸ਼ਿਕਾਇਤ ਆਦਿ ਵੀ ਹੋ ਸਕਦੇ ਹਨ। ਫਾਰਮ ਨੂੰ ਫਾਰਮ ਟੈਗ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ ਤੇ ਫਾਰਮ ਟੈਗ ਕੰਟੇਨਰ ਟੈਗ ਹੈ। ਚੌਥਾ ਪ੍ਰਸ਼ਨ ਹੈ HTML ਫਾਰਮ ਵਿੱਚ ਵੱਖੋ ਵੱਖਰੇ ਬਟਨਾਂ ਦੀ ਵਿਆਖਿਆ ਕਰੋ। ਸੋ ਬਟਨ ਫਾਰਮਾਂ ਦੇ ਮਹੱਤਵਪੂਰਨ ਐਲੀਮੈਂਟ ਹੁੰਦੇ ਹਨ। ਇਹਨਾਂ ਦੀ ਵਰਤੋਂ ਵੈਬ ਪੇਜ ਤੇ ਕੁਝ ਜਾਣਕਾਰੀ ਕਰਨ ਲਈ ਕੀਤੀ ਜਾਂਦੀ ਹੈ। ਇਹ ਬਟਨ ਕਈ ਤਰ੍ਹਾਂ ਦੇ ਹੁੰਦੇ ਹਨ। ਸਾਡੇ ਕੋਲ ਜਿਹੜੇ 4 ਮਹੱਤਵਪੂਰਨ ਬਟਨ ਹੈ। ਸਭ ਤੋਂ ਪਹਿਲਾਂ ਸਬਮਿਟ ਬਟਨ। ਇਸ ਬਟਨ ਦੀ ਵਰਤੋਂ ਡਾਟਾ ਫਾਰਮ ਨੂੰ ਵੈਬ ਸਰਵਰ ਕੋਲ ਭੇਜਣ ਲਈ ਕੀਤੀ ਜਾਂਦੀ ਹੈ। ਦੂਸਰਾ ਹੈ ਰੀਸੈਟ ਬਟਨ। ਇਸ ਬਟਨ ਦੀ ਵਰਤੋਂ ਡਾਟਾ ਫਾਰਮ ਦੇ ਮੁੱਲਾਂ ਨੂੰ ਕਲੀਅਰ ਕਰਨ ਲਈ ਕੀਤੀ ਜਾਂਦੀ ਹੈ। ਤੀਸਰਾ ਹੈ ਬਟਨ
ਇਸ ਦੀ ਵਰਤੋਂ ਜਾਵਾ ਸਕ੍ਰਿਪਟ ਫੰਕਸ਼ਨ ਕੋਡ ਨੂੰ ਵਰਤਣ ਲਈ ਕੀਤੀ ਜਾਂਦੀ ਹੈ। ਚੌਥਾ ਹੈ ਇਮੇਜ ਬਟਨ। ਇਸ ਦੀ ਵਰਤੋਂ ਆਮ ਤੌਰ ਤੇ ਹਾਈਪਰਲਿੰਕ ਬਣਾਉਣ ਲਈ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਬੁੱਕਮਾਰਕ ਕੀ ਹੁੰਦਾ ਹੈ। HTML ਵੈਬ ਪੇਜ ਵਿੱਚ ਬੁੱਕਮਾਰਕ ਸੇਵ ਕੀਤਾ ਗਿਆ ਵੈਬਸਾਈਟ ਦਾ ਲਿੰਕ ਹੁੰਦਾ ਹੈ, ਜਿਸ ਨੂੰ ਅਸੀਂ ਯਾਦ ਰੱਖਣ ਲਈ ਬਰਾਊਜ਼ਰ ਵਿੱਚ ਬੁੱਕਮਾਰਕ ਕਰ ਦਿੰਦੇ ਹਾਂ। ਜਦੋਂ ਅਸੀਂ ਕਿਸੇ ਖਾਸ ਵੈਬਸਾਈਟ ਨੂੰ ਦੇਖਦੇ ਹਾਂ ਅਤੇ ਬਾਅਦ ਵਿੱਚ ਵੀ ਉਸ ਵੈਬਸਾਈਟ ਨੂੰ ਖੋਲ੍ਹਣਾ ਚਾਹੁੰਦੇ ਹਾਂ ਤਾਂ ਬੁੱਕਮਾਰਕ ਦੀ ਵਰਤੋਂ ਕਰਕੇ ਉਸ ਵੈਬਸਾਈਟ ਨੂੰ ਮਾਰਕ ਜਾਂ ਸੇਵ ਕਰ ਲਿਆ ਜਾਂਦਾ ਹੈ, ਜਿਸ ਕਰਕੇ ਸਾਨੂੰ ਉਸ ਵੈਬਸਾਈਟ ਨੂੰ ਯਾਦ ਨਹੀਂ ਰੱਖਣਾ ਪੈਂਦਾ। ਅੱਗੇ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ ਹੈ। ਸਭ ਤੋਂ ਪਹਿਲਾ ਪ੍ਰਸ਼ਨ ਹੈ ਉਦਾਹਰਨਾਂ ਦੇ ਨਾਲ ਵੱਖ-ਵੱਖ ਕਿਸਮਾਂ ਦੇ HTML ਬਟਨਾਂ ਦੀ ਚਰਚਾ ਕਰੋ। ਸੋ ਬਟਨ HTML ਫਾਰਮਾਂ ਦੇ ਮਹੱਤਵਪੂਰਨ ਐਲੀਮੈਂਟ ਹੁੰਦੇ ਹਨ। ਇਹਨਾਂ ਦੀ ਵਰਤੋਂ ਵੈਬ ਪੇਜ ਤੇ ਕੁਝ ਜਾਣਕਾਰੀ ਭਰਨ ਲਈ ਕੀਤੀ ਜਾਂਦੀ ਹੈ। ਇਹ ਬਟਨ ਕਈ ਤਰ੍ਹਾਂ ਦੇ ਹੁੰਦੇ ਹਨ। ਸੋ ਕੁਝ ਮਹੱਤਵਪੂਰਨ ਬਟਨ ਸਾਡੇ ਕੋਲ ਹੈ। ਪਹਿਲਾ ਹੈ ਸਬਮਿਟ ਬਟਨ। ਇਸ ਬਟਨ ਦੀ ਵਰਤੋਂ ਡਾਟਾ ਫਾਰਮ ਨੂੰ ਵੈਬ ਸਰਵਰ ਕੋਲ ਭੇਜਣ ਲਈ ਕੀਤੀ ਜਾਂਦੀ ਹੈ। ਅਤੇ ਰੀਸੈਟ ਬਟਨ, ਇਸ ਬਟਨ ਦੀ ਵਰਤੋਂ ਫਾਰਮ ਦੇ ਮੁੱਲਾਂ ਨੂੰ ਕਲੀਅਰ ਕਰਨ ਲਈ ਕੀਤੀ ਜਾਂਦੀ ਹੈ। ਸੋ ਜਿਵੇਂ ਤੁਸੀਂ ਹੇਠਾਂ ਐਗਜ਼ਾਮਪਲ ਦੇਖ ਪਾ ਰਹੇ ਹੋ, ਉਦਾਹਰਨ ਜਿਸ ਵਿੱਚ ਪਹਿਲਾਂ ਅਸੀਂ ਟੈਗ ਲਿਖਿਆ ਹੈ ਲੈਫਟ ਐਂਗਲ ਬ੍ਰੈਕਟ ਫਾਰਮ, ਐਕਸ਼ਨ ਵਿੱਚ ਅਸੀਂ ਪੇਜ ਦਾ ਨਾਮ ਦਿੱਤਾ ਹੈ, ਮੈਥਡ ਇੱਦਾਂ ਸੈੱਟ ਕੀਤਾ ਹੈ ਪੋਸਟ। ਸੋ ਇਹ ਕਿਸ ਨੂੰ ਦਰਸਾ ਰਿਹਾ ਹੈ, ਇਹ ਸਬਮਿਟ ਬਟਨ ਨੂੰ ਦਰਸਾ ਰਿਹਾ ਵੀ ਅਸੀਂ ਕੋਈ ਡਾਟਾ ਪੋਸਟ ਕਰਨ ਜਾ ਰਹੇ ਹਾਂ। ਉਸ ਤੋਂ ਬਾਅਦ ਇਨਪੁਟ, ਇੱਕ ਅਸੀਂ ਟੈਕਸਟ ਬਾਕਸ ਲਈ ਪਹਿਲਾ ਜਿਹੜਾ ਟੈਗ ਲਿਆ ਹੈ ਇਨਪੁਟ, ਟਾਈਪ ਇਜ਼ ਇਹ ਟੈਕਸਟ ਤੇ ਨੇਮ ਹੈ ਇਸ ਟੈਕਸਟ ਬਾਕਸ ਦਾ ਯੂਜ਼ਰ। ਦੂਸਰਾ ਅਸੀਂ ਜਿਹੜਾ ਟੈਗ ਤੀਸਰਾ ਟੈਗ ਲਿਆ ਹੈ ਇਨਪੁਟ ਟਾਈਪ ਇਕੁਅਲ ਟੂ ਰੀਸੈਟ, ਤੇ ਇਹ ਸਾਨੂੰ ਰੀਸੈਟ ਜਿਹੜਾ ਬਟਨ ਹੈ ਉਹ ਸਾਨੂੰ ਸਕਰੀਨ ਤੇ ਦਿਖਾਏਗਾ। ਚੌਥਾ ਹੈ ਸਬਮਿਟ। ਤੇ ਇਸ ਤਰ੍ਹਾਂ ਦੇ ਨਾਲ ਤੁਹਾਡੀ ਸਕਰੀਨ ਤੇ ਦੋ ਜਿਹੜੇ ਬਟਨ ਆ ਦਿਖਾਈ ਦੇਣਗੇ। ਦੂਸਰਾ ਪ੍ਰਸ਼ਨ ਹੈ ਫਾਰਮ ਵਿੱਚ ਸਿਲੈਕਸ਼ਨ ਸੂਚੀ ਕੀ ਹੁੰਦੀ ਹੈ। ਸੋ ਚੋਣ ਸੂਚੀ ਨੂੰ ਸਿਲੈਕਸ਼ਨ ਲਿਸਟ ਵੀ ਕਿਹਾ ਜਾਂਦਾ ਹੈ। ਇਹ ਫਾਰਮ ਦਾ ਇੱਕ ਮਹੱਤਵਪੂਰਨ ਐਲੀਮੈਂਟ ਹੁੰਦਾ ਹੈ। ਇਸ ਦੀ ਵਰਤੋਂ ਨਾਲ ਯੂਜ਼ਰ ਲਿਸਟ ਵਿੱਚੋਂ ਇੱਕ ਜਾਂ ਇੱਕ ਤੋਂ ਵੱਧ ਆਪਸ਼ਨਾਂ ਦੀ ਚੋਣ ਕਰ ਸਕਦਾ ਹੈ। HTML ਵਿੱਚ ਚੋਣ ਸੂਚੀ ਬਣਾਉਣ ਲਈ ਸਿਲੈਕਟ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਟੈਗ ਦੀ ਵਰਤੋਂ ਨਾਲ ਸਕਰੋਲਿੰਗ ਲਿਸਟ ਅਤੇ ਡਰਾਪ ਡਾਊਨ ਲਿਸਟਾਂ ਬਣਾਈਆਂ ਜਾ ਸਕਦੀਆਂ ਹਨ। ਇਹਨਾਂ ਲਿਸਟਾਂ ਵਿੱਚ ਆਪਸ਼ਨਾਂ ਦਾਖਲ ਕਰਨ ਲਈ ਸਿਲੈਕਟ ਟੈਗ ਵਿਚਕਾਰ ਆਪਸ਼ਨ ਟੈਗ ਵਰਤੇ ਜਾਂਦੇ ਹਨ। ਉਦਾਹਰਨ ਲਈ ਹੇਠਾਂ ਲੈਫਟ ਐਂਗਲ ਬ੍ਰੈਕਟ ਸਿਲੈਕਟ ਸਪੇਸ ਦੇ ਕੇ ਨੇਮ ਬਰਾਬਰ ਡਬਲ ਕੋਟ 'ਚ ਜੈਂਡਰ, ਰਾਈਟ ਐਂਗਲ ਬ੍ਰੈਕਟ ਬੰਦ ਕਰ ਦੇਣੀ। ਉਸ ਤੋਂ ਬਾਅਦ ਲੈਫਟ ਐਂਗਲ ਬ੍ਰੈਕਟ ਆਪਸ਼ਨ ਸਪੇਸ ਦੇ ਕੇ ਵੈਲਿਊ ਇਕੁਅਲ ਟੂ ਡਬਲ ਕੋਟ 'ਚ ਮੇਲ। ਉਸ ਤੋਂ ਬਾਅਦ ਮੇਲ ਲਿਖ ਕੇ ਆਪਸ਼ਨ ਟੈਗ ਨੂੰ ਬੰਦ ਕਰ ਦੇਣਾ ਹੈ। ਉਸ ਤੋਂ ਬਾਅਦ ਅਗਲਾ ਆਪਸ਼ਨ ਟੈਗ ਸ਼ੁਰੂ ਕਰਨਾ ਹੈ। ਉਸ ਵਿੱਚ ਵੈਲਿਊ ਵਿੱਚ ਫੀਮੇਲ ਲਿਖ ਦੇਣਾ ਹੈ। ਇਸ ਵਿੱਚ ਇਸ ਦਾ ਜਿਹੜਾ ਟੈਕਸਟ ਆ ਫੀਮੇਲ ਲਿਖ ਕੇ ਆਪਸ਼ਨ ਟੈਗ ਬੰਦ ਕਰ ਦੇਣਾ ਹੈ। ਉਸ ਤੋਂ ਬਾਅਦ ਸਿਲੈਕਟ ਟੈਗ ਨੂੰ ਵੀ ਬੰਦ ਕਰ ਦੇਣਾ ਕਿਉਂਕਿ ਇਹ ਕੰਟੇਨਰ ਟੈਗ ਹੈ। ਤੀਸਰਾ ਪ੍ਰਸ਼ਨ ਹੈ ਟੈਕਸਟ ਏਰੀਆ ਦੀ ਉਦਾਹਰਨ ਦੇ ਨਾਲ ਵਿਆਖਿਆ ਕਰੋ। ਸੋ ਟੈਕਸਟ ਏਰੀਆ ਫਾਰਮ ਦਾ ਇੱਕ ਮਹੱਤਵਪੂਰਨ ਐਲੀਮੈਂਟ ਹੁੰਦਾ ਹੈ। ਇਸ ਦੀ ਵਰਤੋਂ ਨਾਲ ਯੂਜ਼ਰ ਤੋਂ ਟੈਕਸਟ ਦੀਆਂ ਬਹੁਤੀਆਂ ਲਾਈਨਾਂ ਨੂੰ ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਸੋ ਟੈਕਸਟ ਏਰੀਆ ਦੀ ਵਰਤੋਂ ਲਈ ਫਾਰਮ ਟੈਗ ਵਿੱਚ ਟੈਕਸਟ ਏਰੀਆ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਟੈਗ ਇੱਕ ਕੰਟੇਨਰ ਟੈਗ ਹੈ। ਇਸ ਟੈਗ ਦੇ ਦੋ ਐਟਰੀਬਿਊਟ ਹੁੰਦੇ ਹਨ, ਪਹਿਲਾ ਰੋ ਅਤੇ ਦੂਸਰਾ ਕਾਲਸ। ਸੋ ਐਟਰੀਬਿਊਟ ਅਰੋਜ਼ ਟੈਕਸਟ ਏਰੀਆ ਵਿੱਚ ਲਾਈਨਾਂ ਦੀ ਗਿਣਤੀ ਨੂੰ ਪਰਿਭਾਸ਼ਿਤ ਕਰਦਾ ਹੈ ਅਤੇ ਕਾਲਸ ਐਟਰੀਬਿਊਟ ਟੈਕਸਟ ਏਰੀਆ ਦੇ ਕਾਲਮਾਂ ਦੀ ਗਿਣਤੀ ਨੂੰ ਪਰਿਭਾਸ਼ਿਤ ਕਰਦਾ ਹੈ। ਸੋ ਉਦਾਹਰਨ ਦੇ ਲਈ ਜਿਵੇਂ ਕਿ ਅਸੀਂ ਫਾਰਮ ਟੈਗ ਯੂਜ਼ ਕੀਤਾ, ਫਾਰਮ ਸਪੇਸ ਦੇ ਕੇ ਐਕਸ਼ਨ ਇਕੁਅਲ ਟੂ page1.php ਮੈਥਡ ਇਕੁਅਲ ਟੂ ਪੋਸਟ, ਰਾਈਟ ਐਂਗਲ ਬ੍ਰੈਕਟ ਨੂੰ ਬੰਦ ਕਰ ਦੇਣਾ ਹੈ। ਉਸ ਤੋਂ ਬਾਅਦ ਟੈਕਸਟ ਏਰੀਆ ਰੋਜ਼ ਇਕੁਅਲ ਟੂ 3 ਸਪੇਸ ਦੇ ਕੇ ਕਾਲਸ ਇਕੁਅਲ ਟੂ 50। ਸੋ ਅਸੀਂ ਇੱਕ ਟੈਕਸਟ ਏਰੀਆ ਲੈ ਰਹੇ ਹਾਂ ਜਿਸ ਵਿੱਚ ਸਾਡਾ ਜਿਹੜਾ ਡਾਟਾ ਹੈ ਉਹ 3 ਰੋਜ਼ ਤੇ ਕਾਲਮ ਯਾਨੀ ਕਿ 50 ਉੱਤੇ ਕਾਲਮ ਹੋਣਗੇ ਤੇ 3 ਰੋਜ਼ ਹੋਣਗੇ। ਇਸ ਫਾਰਮ ਵਿੱਚ ਇੰਨੀ ਲੈਂਥ ਵਿੱਚ ਅਸੀਂ ਜਿਹੜਾ ਡਾਟਾ ਹੈ ਉਹ ਸਟੋਰ ਕਰਵਾ ਸਕਦੇ ਹਾਂ। ਉਸ ਤੋਂ ਬਾਅਦ ਅਸੀਂ ਟੈਕਸਟ ਏਰੀਆ ਨੂੰ ਬੰਦ ਕਰ ਦਿੱਤਾ ਹੈ, ਉਸੇ ਤਰ੍ਹਾਂ ਫਾਰਮ ਟੈਗ ਨੂੰ ਵੀ ਬੰਦ ਕਰ ਦਿੱਤਾ ਹੈ। ਅਗਲਾ ਸਾਡੇ ਕੋਲ ਫਾਰਮ ਵਿੱਚ ਕਾਰਵਾਈ ਯਾਨੀ ਕਿ ਐਕਸ਼ਨ ਅਤੇ ਮੈਥਡ ਦਾ ਕੀ ਉਦੇਸ਼ ਹੁੰਦਾ ਹੈ। ਸੋ ਫਾਰਮ ਵੈਬ ਪੇਜ ਦਾ ਹੀ ਇੱਕ ਹਿੱਸਾ ਹੁੰਦਾ ਹੈ। ਇਸ ਵਿੱਚ ਵੈਬ ਦਾ ਉਹ ਖੇਤਰ ਸ਼ਾਮਲ ਹੁੰਦਾ ਹੈ ਜਿਸ ਵਿੱਚ ਯੂਜ਼ਰ ਵੈਬਸਾਈਟ ਨੂੰ ਭੇਜੀ ਜਾਣ ਵਾਲੀ ਜਾਣਕਾਰੀ ਦਰਜ ਕਰਦਾ ਹੈ। HTML ਵਿੱਚ ਫਾਰਮ ਬਣਾਉਣ ਲਈ ਫਾਰਮ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਫਾਰਮ ਟੈਗ ਵਿੱਚ ਐਕਸ਼ਨ ਅਤੇ ਮੈਥਡ ਐਟਰੀਬਿਊਟ ਦੀ ਮਦਦ ਨਾਲ ਫਾਰਮ ਵਿੱਚ ਭਰਿਆ ਡਾਟਾ ਵੈਬ ਸਰਵਰ ਨੂੰ ਭੇਜਿਆ ਜਾਂਦਾ ਹੈ।
ਫਾਰਮ ਦੇ ਐਕਸ਼ਨ ਐਟਰੀਬਿਊਟ ਵਿੱਚ ਉਸ ਫਾਈਲ ਦਾ ਨਾਮ ਲਿਖਿਆ ਜਾਂਦਾ ਹੈ ਜੋ ਸਰਵਰ ਉੱਪਰ ਫਾਰਮ ਡਾਟਾ ਨੂੰ ਪ੍ਰੋਸੈਸ ਕਰਨ ਦਾ ਕੰਮ ਕਰਦੀ ਹੈ। ਸੋ ਫਾਰਮ ਦਾ ਮੈਥਡ ਐਟਰੀਬਿਊਟ ਫਾਰਮ ਨੂੰ ਸਰਵਰ ਉੱਪਰ ਪ੍ਰਾਪਤ ਕਰਨ ਦੀ ਵਿਧੀ ਨੂੰ ਦਰਸਾਉਂਦਾ ਹੈ। ਇਸ ਐਟਰੀਬਿਊਟ ਦਾ ਮੁੱਲ ਪੋਸਟ ਜਾਂ ਗੈਟ ਹੁੰਦਾ ਹੈ। ਸੋ ਹੇਠ ਅਸੀਂ ਉਦਾਹਰਨ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਲੈਫਟ ਐਂਗਲ ਬ੍ਰੈਕਟ ਫਾਰਮ ਸਪੇਸ ਦੇ ਕੇ ਐਕਸ਼ਨ ਬਰਾਬਰ ਡਬਲ ਕੋਡ 'ਚ ਅਸੀਂ ਵੈਬ ਪੇਜ ਦਾ ਐਡਰੈਸ ਲਿਖਾਂਗੇ, ਜਿਵੇਂ page1.php। ਮੈਥਡ ਇਜ਼ ਦਾ ਪੋਸਟ। ਉਸ ਤੋਂ ਬਾਅਦ ਇਨਪੁਟ ਟਾਈਪ ਟੈਕਸਟ ਤੇ ਨੇਮ ਇਸਦਾ ਰੱਖ ਦਾਂਗੇ ਟੈਕਸਟ ਬਾਕਸ ਦਾ ਯੂਜ਼ਰ। ਦੂਸਰੇ ਵਿੱਚ ਇਨਪੁਟ ਟਾਈਪ ਇਕੁਅਲ ਟੂ ਰੀਸੈਟ, ਵੈਲਿਊਜ਼ ਦੀ ਆ ਜਾਏਗੀ ਰੀਸੈਟ। ਤੀਸਰਾ ਜਾਂ ਇਨਪੁਟ ਟਾਈਪ ਇਕੁਅਲ ਟੂ ਸਬਮਿਟ, ਵੈਲਿਊ ਆ ਜਾਏਗੀ ਸਬਮਿਟ। ਇਸ ਵਿੱਚ ਜਿਹੜਾ form1.php ਹੈ, ਇਸ ਦੇ ਵਿੱਚ ਸਾਡੇ ਕੋਲ ਪਹਿਲਾਂ ਇੱਕ ਟੈਕਸਟ ਬਾਕਸ ਆਏਗਾ ਜਿਸ ਵਿੱਚ ਅਸੀਂ ਕੁਝ ਲਿਖਾਂਗੇ। ਉਸ ਦੇ ਨਾਲ ਹੀ ਸਾਡੇ ਕੋਲ ਦੋ ਬਟਨ ਨਜ਼ਰ ਆਉਣਗੇ, ਇੱਕ ਰੀਸੈਟ ਦਾ, ਇੱਕ ਸਬਮਿਟ ਦਾ। ਜੇਕਰ ਅਸੀਂ ਟੈਕਸਟ ਬਾਕਸ ਵਿੱਚ ਕੁਝ ਭਰ ਕੇ ਸਬਮਿਟ ਬਟਨ 'ਤੇ ਕਲਿੱਕ ਕਰਦੇ ਹਾਂ ਤਾਂ ਉਸ ਵਿੱਚ ਭਰਿਆ ਡਾਟਾ ਵੈਬ ਸਰਵਰ ਕੋਲ ਚਲਾ ਜਾਏਗਾ। ਪਰ ਜੇਕਰ ਅਸੀਂ ਰੀਸੈਟ ਬਟਨ 'ਤੇ ਕਲਿੱਕ ਕਰਦੇ ਹਾਂ ਤਾਂ ਉਸ ਵਿੱਚ ਜੋ ਵੀ ਅਸੀਂ ਵੈਲਿਊ ਐਂਟਰ ਕੀਤੀ ਹੋਈ ਹੈ ਉਹ ਸਾਰੀ ਮਿਟ ਜਾਏਗੀ। ਸੋ ਬੱਚਿਓ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਧੰਨਵਾਦ।